99 ਚ ਸ਼ਾਦੀ ਹੋਈ ਸੀ। ਉਹ ਤੋਂ ਬਾਅਦ 'ਚ ਇੱਕ ਦਿਨ ਵੀ ਮੈਂ ਸੁੱਖ ਦਾ ਨਹੀਂ ਗੁਜ਼ਾਰਿਆ। ਇੱਕ ਦਿਨ ਵੀ 3 ਮੇਰੇ ਬੱਚੇ ਆ। ਬੰਦਾ ਮੇਰਾ ਗੈਰ ਔਰਤਾਂ ਨਾਲ ਰਹਿੰਦਾ ਵਾ। ਨਸ਼ੇ ਦਾ ਉਹ ਪੱਕਾ ਆਦੀ ਹੈ। ਤਾਂ ਖਾਂਦਾ ਨਹੀਂਗਾ ਨਸ਼ਾ ਨੁਸ਼ਾ, ਬਸ ਚਾਹ ਘੋਟੇਗੀ, ਭਾਵੇਂ ਨੂੰ ਮਿਲ ਜੇ ਭਾਵੇਂ ਨੂੰ ਨਾ ਮਿਲ ਜੇ, ਕੋਈ ਚੀਜ਼ ਨਹੀਂ ਖਾਂਦਾ। ਮੇਰੇ ਘਰ ਵਾਲੇ ਨੇ ਸੱਟਾਂ ਮਾਰੀਆਂ ਕੁੱਟ ਕੇ, ਇੱਥੋਂ ਤੱਕ ਕਿ ਪੂਰੇ ਪਿੰਡ ਨੇ ਦੇਖਿਆ। ਅੱਧਾ ਕਿੱਲਾ ਵੱਢ 'ਚ ਭਜਾ ਕੇ ਉਸਨੇ ਮੈਨੂੰ ਕੁੱਟਿਆ ਹੈ। ਤੇ ਸਾਨੂੰ ਮਾਂ ਪੁੱਤਾਂ ਨੂੰ 6 ਮਹੀਨੇ ਹੋ ਚੱਲੇ ਘਰੋਂ ਕੱਢਿਆ ਨੂੰ। ਆਪਦੇ ਹੱਥੀ ਜੰਦਰੇ ਮਾਰ ਕੇ ਗਈ, ਆਪੇ ਆ ਕੇ ਖੋਲ ਲੈਂਦੀ ਹੈ, ਆਪੇ ਸਮਾਨ ਲੈ ਜਾਂਦੀ, ਵਰਤਨ ਜੋਗਾ ਆਪੇ ਜੰਦਰੇ ਮਾਰ ਜਾਂਦੀ ਹੈ। ਮਿੰਤ ਵਾਲੀ ਗੱਲ ਆ ਕਿ ਅੱਜ ਵੀ ਮੈਂ ਕਹਿੰਨੀ ਆ ਕਿ ਮੇਰੇ ਬੱਚਿਆਂ ਨੂੰ ਕੋਈ ਡ੍ਰੌਪ ਕਰ ਲਵੇ। ਇਹ ਆਉਣ ਤੇ ਮੇਰੀ ਵੀ ਠੰਡ ਪਵੇ, ਮੈਨੂੰ ਵੀ। ਮੈਂ ਤਾਂ ਕੰਧੀ ਕੋਲੀ ਵੱਜਦੀ ਫਿਰਦੀ ਆ। ਘਰ ਸੁਣਨਾ ਪੁੱਤ ਦਾ ਵੇਖਿਆ ਜਾਂਦਾ ਹੈ। ਉਹ ਜਿੰਨੇ ਕਰਦੀ ਪਖੰਡੀ ਕਰਦੀ ਹੈ। ਅੱਜ ਕਿੱਲਾ ਹੈਗੀ ਮੈਂ ਉਹਨੂੰ ਦੇ ਦਿਆਂ ਤੇ ਮੈਂ ਰੋਟੀ ਕਿੱਥੋਂ ਖਾਵਾਂ? ਅੱਜ ਤੇ ਮੇਰੇ ਨਾਲ ਕਿੱਲਾ ਹੈਗੀ ਆ ਤੇ ਮੈਨੂੰ ਟਿਕਟ ਨਹੀਂ ਦਿੰਦੀ, ਤੇ ਜਦੋਂ ਇਹ ਵੀ ਮੈਨੂੰ ਦੇਤੀ ਮੈਂ ਰੋਟੀ ਕਿੱਥੋਂ ਖਾਣੀ ਹੈ? ਸਤਿ ਸ਼੍ਰੀ ਅਕਾਲ ਜੀ। ਹਮਦਰਦ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ ਮੈਂ ਹਾਂ ਕੁਲਦੀਪ ਘੋਲੀਆ। ਦਰਸ਼ਕੋ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਕੁਲਵਿੰਦਰ ਕੌਰ ਨਾਮਕ ਔਰਤ ਦੀ ਵੀਡੀਓ ਵਾਇਰਲ ਹੁੰਦੀ ਹੈ, ਜਿਸ ਵਿੱਚ ਉਹ ਆਪਣੇ ਘਰੇਲੂ ਕਲੇਸ਼ ਬਾਰੇ ਦੱਸਦੀ ਹੈ, ਜਿਸ ਵਿੱਚ ਉਹ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਤੇ ਵੱਡੇ ਦੋਸ਼ ਲਾਉਂਦੀ ਹੈ, ਜਿਸ ਤੋਂ ਕਹਿੰਦੀ ਹੈ ਕਿ ਕੋਈ ਐਸਾ ਪਰਿਵਾਰ ਆਵੇ ਜੋ ਮੇਰੇ ਬੱਚਿਆਂ ਨੂੰ ਅਡਾਪਟ ਕਰ ਲਵੇ, ਗੋਦ ਲੈ ਲਵੇ। ਉਹ ਕਹਿੰਦੀ ਮੈਂ ਐਸੇ ਥਾਂ ਤੇ ਜਾ ਕੇ ਮਰਨਾ ਚਾਹੁੰਦੀ ਹਾਂ ਜਿੱਥੇ ਮੈਨੂੰ ਪੰਜਾਬ ਪੁਲਿਸ ਵੀ ਨਾ ਚੱਕ ਸਕੇ, ਮੇਰੀ ਡੈੱਡ ਬੋਡੀ ਵੀ ਕਿਸੇ ਦੇ ਕੰਮ ਨਾ ਆ ਸਕੇ। ਪੰਜਾਬ ਸਰਕਾਰ ਨੂੰ ਲਾਹਨਤਾਂ ਪਾਉਂਦੀ ਹੈ, ਦੱਸਦੀ ਹੈ ਕਿ ਮੈਂ ਦਰ ਦੀਆਂ ਠੋਕਰਾਂ ਖਾਂਦੀ ਹਾਂ ਪਰ ਮੈਨੂੰ ਇਨਸਾਫ ਕਿਤੋਂ ਵੀ ਨਹੀਂ ਮਿਲ ਰਿਹਾ। ਨਾਲ ਦੀ ਨਾਲ ਉਹ ਮੀਡੀਆ ਨੂੰ ਵੀ ਲਾਹਨਤਾਂ ਪਾਉਂਦੀ ਹੈ ਕਿ ਮੈਂ ਬਹੁਤ ਸਾਰੇ ਟੀਵੀ ਚੈਨਲਾਂ ਵਾਲਿਆਂ ਪੱਤਰਕਾਰਾਂ ਕੋਲ, ਬਹੁਤ ਸਾਰੇ ਨਿਊਜ਼ਪੇਪਰ ਦੇ ਜੋ ਪੱਤਰਕਾਰ ਨੇ ਉਹਨਾਂ ਨਾਲ ਮੈਂ ਰਾਬਤਾ ਕਾਇਮ ਕੀਤਾ ਪਰ ਮੇਰੀ ਕਿਸੇ ਨੇ ਕੋਈ ਗੱਲ ਨਹੀਂ ਸੁਣੀ। ਜਦੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਤਾਂ ਅਸੀਂ ਉਸ ਔਰਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਜ ਅਸੀਂ ਉਸ ਔਰਤ ਕੁਲਵਿੰਦਰ ਕੌਰ ਕੋਲ ਪਹੁੰਚੇ ਹਾਂ। ਨਾਲ ਦੀ ਨਾਲ ਤੁਹਾਨੂੰ ਉਹ ਪਹਿਲਾਂ ਜੋ ਇਹਨਾਂ ਨੇ ਵੀਡੀਓ ਵਾਇਰਲ ਕੀਤੀ ਆ ਉਹ ਵੀ ਤੁਹਾਨੂੰ ਸੁਣਵਾਉਂਦੇ ਹਾਂ। ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ। ਮੈਂ ਜ਼ਿਲ੍ਹਾ ਫਿਰੋਜ਼ਪੁਰ, ਪਿੰਡ ਸਮਾਨ ਵਾਲੇ ਦੇ ਰਹਿਣ ਵਾਲੀ ਕੁਲਵਿੰਦਰ ਕੌਰ ਮੇਰਾ ਨਾਮ ਹੈ। ਮੈਂ ਪੰਜਾਬ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਕੈਪਟਨ ਸਾਹਿਬ ਜਰਾ ਕਿ ਨਾ ਸੁੱਤੇ ਉੱਠੋ ਤੇ ਵੇਖੋ ਕਰੋਨਾ ਵਾਲੇ ਤੇ ਕਤਲ ਤੁਸੀਂ ਬੜੀ ਛੇਤੀ ਗਿਣ ਕੇ ਦੱਸ ਰਹੇ ਜੇ ਕਿੰਨੇ ਮਰ ਗਏ। ਕਰੋਨਾ ਵਾਸਤੇ ਲੋਕਡਾਊਨ ਕਰ ਰਹੇ ਜਿਹੜੇ ਪੰਜਾਬ 'ਚ ਹੋ ਰਹੇ ਕਤਲ, ਇਹ ਕਿਸੇ ਸਰਕਾਰ ਨੂੰ ਨਜ਼ਰ ਨਹੀਂ ਆਉਂਦੇ। ਜਿੱਦਾਂ ਦੀ ਕਾਂਗਰਸ ਸਰਕਾਰ ਆਈ ਹੈ ਉਦੋਂ ਦੇ ਕਿੰਨੇ ਕਤਲ ਹੋਏ, ਕਦੀ ਪੰਜਾਬ ਸਰਕਾਰ ਨੇ ਗਿਣ ਕੇ ਵੇਖੇ? ਕਰੋਨਾ ਨਾਲ ਮਰਦੀ ਹੈ ਦੁਨੀਆ, ਤੁਹਾਨੂੰ ਫਿਕਰ ਪਿਆ ਤੇ ਜਿਹੜੇ ਕਤਲ ਹੋ ਰਹੇ ਗੋਲੀ ਮਾਰ ਕੇ ਮਾਰ ਦਿੱਤਾ, ਵੱਢ ਦਿੱਤਾ, ਸੁੱਤੇ ਵੱਢ ਤੇ ਜੇ ਕਰਦੇ ਹੋ, ਉਹ ਕਿਸੇ ਸਰਕਾਰ ਨੂੰ ਕੋਈ ਨਜ਼ਰ ਨਹੀਂ ਆ ਰਿਹਾ। ਇਹ ਸਾਰੀ ਢਿੱਲ ਖਾਕੀ ਵਰਦੀ ਦੀ ਹੈ। ਪੰਜਾਬ ਪੁਲਿਸ ਇਸ ਚੀਜ਼ ਦਾ ਇੰਤਜ਼ਾਰ ਕਰਦੀ ਕਤਲ ਹੋਵੇ ਤਾਂ ਜਾਈਏ। ਮੇਰਾ ਨਾਮ ਕੁਲਵਿੰਦਰ ਕੌਰ। 21 ਸਾਲ ਤੋਂ ਮੈਂ ਜ਼ਿਲਤ ਸਹਿੰਦੀ ਆ ਰਹੀ, ਜ਼ਿਲਤ ਜ਼ਿੰਦਗੀ। 21 ਸਾਲ ਤੋਂ 24 ਘੰਟੇ ਦਾਜ ਦੀਆਂ ਮੰਗ ਦੇ ਤੰਗ ਤੇ ਪਰੇਸ਼ਾਨੀਆਂ ਦੇ ਬਰਦਾਸ਼ਤ ਕਰਦੀ ਆ ਰਹੀ। ਪਰ ਕੈਪਟਨ ਸਾਹਿਬ ਜੀ, ਤੁਹਾਡੀ ਸਰਕਾਰ ਨੇ ਆਣ ਕੇ ਨਾ ਜਿਹੜੀ ਖਾਕੀ ਵਰਦੀ ਮਾਸਾ ਭੋਰਾ ਸੁਣਦੀ ਹੋਵੇ, ਸੁਣਨੀ ਬੰਦ ਹੋ ਗਈ ਹੈ। ਹਥਿਆਰਬੰਦੀ ਥਾਣੇ 'ਚ ਮੈਂ ਕਿੰਨੀਆਂ ਦਰਖਾਸ਼ਾਂ ਦੇ ਚੁੱਕੀ, ਉਹ ਮੇਰੀ ਮੌਤ ਦਾ ਇੰਤਜ਼ਾਰ ਕਰ ਰਹੇ ਆ, ਕਦੋਂ ਇਹਦਾ ਕਤਲ ਹੋਵੇ ਤੇ ਕਦੋਂ ਅਸੀਂ ਸੁਣਵਾਈ ਕਰੀਏ। ਲੇਕਿਨ ਮੈਂ 4 ਕਾਤਲ ਆਪਣੇ ਦੱਸ ਦਿੱਤੇ ਆ ਤੁਹਾਨੂੰ, ਤੇ ਮੈਂ ਲਾਸ਼ ਕਿਸੇ ਦੇ ਹੱਥ ਨਹੀਂ ਲੱਗਣ ਦਿਆ ਕਰਾਂਗੀ। ਪਰ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਕੋਈ ਵੀ ਜਿਹਦਾ ਕੋਈ ਔਲਾਦ ਨਹੀਂ ਹੈਗੀ, ਵੀ ਇਹ ਸਹਾਰਾ ਵਾ, ਉਹਨਾਂ ਨੂੰ ਆਸਰਾ ਚਾਹੀਦਾ ਨਾ। ਮੇਰੇ ਕੋਲ ਪਲੇ ਪਲਾਏ ਮੇਰੇ 2 ਬੱਚੇ ਆ, ਇੱਕ ਮੇਰੀ ਬੇਟੀ ਤੇ ਇੱਕ ਬੇਟਾ, ਤਾਂ ਕਾਨੂੰਨੀ ਤੌਰ ਤੇ ਮੈਂ ਉਹਨਾਂ ਨੂੰ ਦੇਣੇ ਚਾਹੁੰਦੀ ਹਾਂ, ਕਿਉਂਕਿ ਮੈਂ ਜ਼ਿੰਦਗੀ ਨਹੀਂ ਜੀਣੀ। ਮੈਂ ਕਿਸੇ ਦੁਸ਼ਮਣ ਦੇ ਹੱਥੋਂ ਮਰਨ ਦੇ ਨਾਲੋਂ ਖੁਦ ਮਰ ਜਾਵਾਂ ਚੰਗਾ। ਤੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਮੈਂ ਆਪਣੇ ਬੱਚੇ ਕਿਸੇ ਨੂੰ ਸੌਂਪਣੇ ਚਾਹੁੰਦੀ ਹਾਂ। ਤੇ ਕੋਈ ਵੀ ਇਹ ਸਾਰਾ ਹੈ ਤੇ ਮੇਰੇ ਨੰਬਰ ਤੇ ਮੈਨੂੰ ਸਰਵ ਕਰ ਸਕਦਾ ਵਾ। ਕੁੜੀ ਵੀ 12 ਜਮਾਤਾਂ ਪੜ੍ਹੀ, ਮੁੰਡਾ ਵੀ 12 ਜਮਾਤਾਂ ਪੜ੍ਹਿਆ। ਇਹ ਹੋਸਟਲ ਦਾ ਕੋਰਸ ਕਰਦੇ, ਦੋਨੋਂ ਬੱਚੇ ਪੜ੍ਹੇ ਲਿਖੇ ਆ। ਤੇ ਕੋਈ ਵੀ ਲਾਵਾਰਸ ਗੋਦ ਲੈਣਾ ਚਾਹਵੇ ਨਾ, ਮੇਰੇ ਨਾਲ ਸਵੈ ਕਰੇ ਕਿ ਜਿਉਂਦੇ ਜੀ ਮੈਂ ਆਪਣੇ ਬੱਚੇ ਕਿਸੇ ਨੂੰ ਸੌਂਪਣੇ ਚਾਹੁੰਦੀ ਹਾਂ, ਕਿਉਂਕਿ ਜਿਸ ਤਰ੍ਹਾਂ ਮੇਰੀ ਜ਼ਿੰਦਗੀ ਗੁਜ਼ਰੀ ਰੋਲ ਕੇ ਮੇਰੇ ਬੱਚਿਆਂ ਦੀ ਇਸ ਤਰ੍ਹਾਂ ਨਾ ਗੁਜ਼ਰੇ। ਤਾਂ ਦਰਸ਼ਕੋ ਉਹ ਵਾਇਰਲ ਵੀਡੀਓ ਤੁਸੀਂ ਸੁਣੀ ਹੈ, ਜਿਸ ਔਰਤ ਦੀ ਤੁਸੀਂ ਵੀਡੀਓ ਸੁਣੀ ਆ ਉਹ ਔਰਤ ਕੁਲਵਿੰਦਰ ਕੌਰ ਸਾਡੇ ਨਾਲ ਹੈ। ਸਤਿ ਸ਼੍ਰੀ ਅਕਾਲ ਭੈਣੇ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਵੀਰ ਜੀ। ਤੁਸੀਂ ਇੱਕ ਵੀਡੀਓ ਵਾਇਰਲ ਕੀਤੀ ਆ, ਉਹਦੇ ਵਿੱਚ ਤੁਸੀਂ ਕਿਹਾ ਸਾਡਾ
ਪਰਿਵਾਰਕ ਘਰੇਲੂ ਮਸਲਾ, ਸਾਡੇ ਹਾਲਾਤ ਇਸ ਤਰ੍ਹਾਂ, ਮੈਂ ਆਪਣੇ 2 ਬੱਚਿਆਂ ਨੂੰ ਅਡਾਪਟ ਕਰਾਉਣਾ ਚਾਹੁੰਦੀ ਹਾਂ, ਕੋਈ ਗੋਦ ਲੈ ਲੇ, ਮੈਂ ਇੱਦਾਂ ਮਰਨਾ ਚਾਹੁੰਦੀ ਹਾਂ। ਪੰਜਾਬ ਸਰਕਾਰ ਨੂੰ ਲਾਹਨਤਾਂ ਪਾਉਂਦੇ ਹੋ, ਪੰਜਾਬ ਪੁਲਿਸ ਨੂੰ ਲਾਹਨਤਾਂ ਪਾਉਂਦੇ ਹੋ, ਮੀਡੀਆ ਨੂੰ ਵੀ ਕਹਿੰਦੇ ਹੋ, ਪਰ ਅਸੀਂ ਆਪਣਾ ਫਰਜ਼ ਤੇ ਜ਼ਿੰਮੇਵਾਰੀ ਸਮਝਦੇ ਤੁਹਾਡੇ ਕੋਲ ਆਏ ਹੋ। ਮਾਮਲਾ ਕੀ ਹੈ ਜੀ? ਵੀਰ ਜੀ ਮੇਰਾ 99 ਚ ਸ਼ਾਦੀ ਹੋਈ ਸੀ। ਉਹ ਤੋਂ ਬਾਅਦ 'ਚ ਇੱਕ ਦਿਨ ਵੀ ਮੈਂ ਸੁੱਖ ਦਾ ਨਹੀਂ ਗੁਜ਼ਾਰਿਆ, ਇੱਕ ਦਿਨ ਵੀ। 3 ਮੇਰੇ ਬੱਚੇ ਆ। ਬੰਦਾ ਮੇਰਾ ਗੈਰ ਔਰਤਾਂ ਨਾਲ ਰਹਿੰਦਾ ਵਾ। ਮੇਰੀ ਨਾ ਉਹਨੇ ਕਦੇ ਸੁਣੀ ਨਾ ਸੁਣਦਾ ਵਾ। ਕੁੱਟਮਾਰ ਰੋਜ਼ ਕਰਨੀ ਉਹਨੇ। ਨਸ਼ੇ ਦਾ ਉਹ ਪੱਕਾ ਆਦੀ ਆ। ਤੇ ਸੱਸ ਮੇਰੀ ਵੀ ਮੇਰੇ ਨਾਲ ਕੁੱਟਮਾਰ ਕਰਦੀ ਆ। ਨਾ ਕੋਈ ਘਰ ਚੋਂ ਹਿੱਸਾ, ਨਾ ਖਰਚਾ, ਨਾ ਕੁਛ ਨਹੀਂ ਮਿਲਦਾ। ਅੱਜ ਤੱਕ ਮੈਂ ਮਿਹਨਤ ਮਜ਼ਦੂਰੀ ਕਰ ਕਰਕੇ ਵੀਰੇ ਗੁਜ਼ਾਰਾ ਕਰਦੀ ਆ ਰਹੀ ਹਾਂ। ਹੁਣ ਮੈਂ ਵੀ ਹਿੰਮਤ ਹਾਰ ਗਈ ਹਾਂ। ਮੇਰੇ 'ਚ ਇੰਨੀ ਹਿੰਮਤ ਨਹੀਂ ਹੋਣਾ ਹੈਗੀ ਕਿ ਮੈਂ ਹੋਰ ਮਿਹਨਤ ਕਰਕੇ ਇਹਨਾਂ ਦਾ ਕੁਝ ਕਰ ਸਕਾਂ। 19 ਸਾਲ ਦਾ ਮੇਰਾ ਬੇਟਾ ਤੇ 17 ਸਾਲ ਦੀ ਮੇਰੀ ਬੇਟੀ ਹੈ। ਤੇ SSB ਦੇ ਵੀ ਮੈਂ ਰਿਪੋਰਟਾਂ ਕਰਵਾਈਆਂ। ਮੇਰੇ ਕੋਲ ਰਿਪੋਰਟਾਂ ਪਈਆਂ ਹੋਈਆਂ, ਤੁਸੀਂ ਦੇਖ ਸਕਦੇ ਜੇ। 3 ਵਾਰੀ ਮੈਂ SSB ਦੇ ਪੇਸ਼ ਹੋਈ ਹਾਂ, SDM ਦੇ ਵੀ ਪੇਸ਼ ਹੋਈ ਹਾਂ। ਆਰਫਗੀ ਰਣਜੀਤ ਮੁਨਸ਼ੀ ਆ, ਉਹ ਮੈਨੂੰ ਇੱਕੋ ਗੱਲ ਨਿਬੇੜਦਾ, ਕਹਿੰਦਾ ਕੁਝ ਮਿਲੇਗਾ ਪੈਸਾ ਧੇਲਾ ਤੇ ਆਣਾ, ਤੇਰੀ ਕਿਸੇ ਨਹੀਂ ਸੁਣਨੀ। ਜੇ ਕੁੱਟ ਮਾਰ ਕੇ ਉਹਨਾਂ ਸੱਟਾਂ ਲਾ ਦਿੱਤੀਆਂ ਤੇ ਅੱਗੋਂ ਮੈਨੂੰ ਪਤਾ ਕੀ ਕਹਿੰਦਾ, ਕਹਿੰਦਾ ਤੇਰੇ ਟਾਂਕੇ ਨਹੀਂ ਲੱਗੇ ਤੇ ਤੇਰਾ ਬਣਾਉਣਾ ਕੀ ਅਸੀਂ? ਗੁੱਜੀਆਂ ਹੀ ਸੱਟਾਂ ਲੱਗੀਆਂ। ਕਿਹਨੇ ਸੱਟਾਂ ਮਾਰੀਆਂ ਤੇ ਹੋਰ ਕਹਿ ਕੌਣ ਰਿਹਾ ਕਿ ਟਾਂਕੇ ਨਹੀਂ ਲੱਗੇ, ਕਾਰਵਾਈ ਨਹੀਂ ਬਣਦੀ? ਮੇਰੇ ਘਰ ਵਾਲੇ ਨੇ ਸੱਟਾਂ ਮਾਰੀਆਂ ਕੁੱਟ ਕੇ। ਇੱਥੋਂ ਤੱਕ ਕਿ ਪੂਰੇ ਪਿੰਡ ਨੇ ਦੇਖਿਆ, ਅੱਧਾ ਕਿੱਲਾ ਵੱਢ 'ਚ ਭਜਾ ਕੇ ਉਸਨੇ ਮੈਨੂੰ ਕੁੱਟਿਆ ਹੈ। ਕਿਉਂ ਕੁੱਟਿਆ ਜੀ? ਬਸ ਉਹ ਜਾਨੋਂ ਮਾਰਨਾ ਚਾਹੁੰਦਾ ਵਾ, ਗੈਰ ਔਰਤਾਂ ਦੇ ਮਗਰ ਲੱਗਿਆ ਹੋਇਆ ਵਾ। ਨਹੀਂ, ਜਾਨੋਂ ਕਿਉਂ ਮਾਰੂਗਾ? ਜਿਹੜਾ ਹਮਸਫਰ ਬਣ ਗਿਆ, ਤੁਹਾਡੇ 3 ਬੱਚੇ ਆ, ਉਹ ਤੁਹਾਡਾ ਪਤੀ ਹੋ ਕੇ, ਜਿਹਦੇ ਨਾਲ ਤੁਸੀਂ ਵਿਆਹੇ ਹੋ, ਜ਼ਿੰਦਗੀ ਕੱਢਣੀ ਆ, ਪਰ ਉਹ ਤੁਹਾਨੂੰ ਕਿਉਂ ਮਾਰੂਗਾ? ਵੀਰ ਜੀ ਉਹਨੇ ਪਹਿਲੇ ਦਿਨ ਤੋਂ ਮੇਰਾ ਸਾਥ ਨਹੀਂ ਦਿੱਤਾ। ਉਹਨੇ ਮੇਰੀ ਮਿਹਨਤ ਦੀ ਰੋਟੀ ਖਾਧੀ, ਕਦੇ ਉਹਨੇ ਮੈਨੂੰ ਕਮਾ ਕੇ ਨਹੀਂ ਦਿੱਤਾ। ਪਹਿਲੇ ਦਿਨ ਤੋਂ ਹੀ ਉਹ ਮੇਰੀ ਜਾਨ ਦਾ ਪਿਆਸਾ ਰਿਹਾ। ਹੁਣ ਇਹਨਾਂ ਕੇ ਬੱਚੇ ਪੜ ਗਏ ਆ, ਥੋੜਾ ਹੋ ਗਏ ਆ, ਤੇ ਮੇਰੇ ਕੋਲ ਥੋੜਾ ਆਸਰਾ ਮਿਲ ਗਿਆ। ਪਹਿਲੇ ਦਿਨ ਤੋਂ ਹੀ ਇਹਦਾ ਇਹੀ ਹਾਲ ਰਿਹਾ। 1 ਮਹੀਨਾ ਦੇ ਮੈਂ ਕਿਸੇ ਗਵਾਂਢੀਆਂ ਦੇ ਘਰੇ ਸੌਂਦੀ ਰਹੀ ਹਾਂ, ਗੁਜ਼ਾਰਾ ਕਰਦੀ ਰਹੀ ਹਾਂ। ਹਾਰ ਕੇ ਹੁਣ ਗਵਾਂਢੀਆਂ ਦੇ ਘਰੇ ਵੀ ਉਸ ਦਿਨ ਦਾਰੂ ਪੀ ਕੇ ਆ ਗਿਆ ਸੀ। ਤੇ ਉਹ ਫਿਰ ਗਵਾਂਢੀ ਕਹਿੰਦੇ ਸੀ ਕਿ ਨਿਕਲ ਜਾ, ਸਾਡੇ ਨਾਲ ਲੜਾਈ ਬਣੇਗੀ। ਤੇ ਇਸ ਵਾਸਤੇ ਮੇਰਾ ਕੋਈ ਆਸਰਾ ਨਹੀਂ ਇਸ ਟਾਈਮ ਹੈ। ਤੇ ਲੁਧਿਆਣੇ ਇੱਕ ਦੁਕਾਨ ਤੇ ਮੈਂ ਆਪਣਾ ਬੇਟਾ 5000 ਚ ਲਵਾਇਆ ਹੋਇਆ ਵਾ। ਤੇ ਆ ਮੈਂ ਧਾਗੇ ਵਾਲੀ ਕੰਪਨੀ 'ਚ ਲੱਗੀ ਹੋਈ ਮਿਹਨਤ। ਠੇਕੇ ਦਾ ਕੰਮ ਆ, ਕਦੇ ਮਾਵਾਂ ਧੀਆਂ ਨੂੰ 400 ਦਿਹਾੜੀ ਪੈਂਦੀ, ਕਦੇ 500। ਤੇ ਦੁਖੀ ਬੰਦੇ ਦੀ ਮਿਹਨਤ ਵੀ ਤੁਹਾਨੂੰ ਪਤਾ ਕਿੰਨੀ ਕੁ ਹੁੰਦੀ ਹੋਵੇਗੀ। ਤੇ ਨਾ ਕੋਈ ਜਾਇਦਾਦ, ਨਾ ਪੈਲੀ, ਨਾ ਹਿੱਸਾ ਵਾਲੀ, ਸਾਨੂੰ ਕੁਝ ਨਹੀਂ ਦਿੱਤਾ। ਸਾਡੀ 10 ਕਿੱਲੇ ਜ਼ਮੀਨ ਸੀ, ਜਿਨ੍ਹਾਂ ਵਿੱਚੋਂ ਕੁਝ ਮੇਰਾ ਦਿਓਰ ਵੇਚ ਕੇ ਖਾ ਗਿਆ, ਕੁਝ ਇਹਨਾਂ ਰਲ ਕੇ ਵੇਚ ਲਈ ਆ। ਇਸ ਟਾਈਮ ਹੀ ਸਾਡੇ ਕੋਲ 2.5 ਕਿੱਲੇ ਜ਼ਮੀਨ ਹੈਗੀ ਹੈ, ਜਿੱਚੋਂ ਨਾ ਹਿੱਸਾ, ਨਾ ਠੇਕਾ, ਨਾ ਘਰ, ਕੁਝ ਨਹੀਂ ਦੇ ਰਹੇ ਸਾਨੂੰ। ਉਲਟਾ ਸਾਨੂੰ ਇਹੀ ਕਹਿੰਦੇ ਕਿ ਤੁਹਾਨੂੰ ਜਾਨੋਂ ਮਾਰ ਦੇਣਾ। ਕਿ ਮੇਰੇ ਕੋਲ ਵੀਡੀਓ ਮੌਜੂਦ ਹੈ ਜਿੱਥੋਂ ਕੰਧ ਟੱਪ ਕੇ ਮੈਨੂੰ ਮਾਰਨ ਪੈਂਦਾ ਵਾ। ਨਹੀਂ, ਪਰ ਤੁਹਾਡਾ ਜਿਹੜਾ ਪਰਿਵਾਰਕ ਮਸਲਾ ਇਹ ਵਿਗੜਦਾ ਕਿਉਂ ਆ? ਵੇਖੋ 3 ਬੱਚੇ ਆ, ਐਡੇ ਬੱਚੇ ਹੋ ਗਏ, ਜਵਾਨ ਬੱਚੇ। ਅੱਜ ਇਹ ਜਿਹੜੀ ਪੂਰੀ ਕਹਾਣੀ ਆ ਵਿਗੜਦੀ ਕਿੱਥੋਂ ਆ? ਕੀ ਗੱਲਬਾਤ ਹੁੰਦੀ? ਵੀਰ ਜੀ ਬਾਹਰ ਗੈਰ ਔਰਤਾਂ ਤੋਂ ਵਿਗੜਦੀ ਹੈ। ਮੇਰੀ ਮਿਹਨਤ ਦੀ ਕਮਾਈ ਵੀ ਉਹਨੇ ਬਾਹਰ ਗੈਰ ਔਰਤਾਂ ਨੂੰ ਦੇ ਆਉਣੀ ਆ। ਉਲਟਾ ਬਿਨਾਂ ਵਜ੍ਹਾ ਹੀ ਆਣ ਕੇ ਕੁੱਟਣਾ। ਇਸ ਚੀਜ਼ ਦੇ ਮੇਰੇ ਬੱਚੇ ਵੀ ਗਵਾਹ ਵਾ ਕਿ ਬਿਨਾਂ ਵਜ੍ਹਾ ਹੀ ਆਣ ਕੇ ਕੁੱਟਣ ਲੱਗ ਪੈਣਾ ਵਾ। ਕੋਈ ਪੁੱਛਣਾ ਨਹੀਂ, ਦੱਸਣਾ ਨਹੀਂ। ਜਿਹੜੀ ਕੋਈ ਚੀਜ਼ ਘਰ ਦੀ ਚੁੱਕਣੀ ਆ, ਵੇਚ ਦੇਣੀ ਆ। ਮੇਰੀ ਮਿਹਨਤ ਦੀਆਂ ਬਣੀਆਂ ਚੀਜ਼ਾਂ ਹੁਣ ਵੀ ਚੁੱਕ ਕੇ ਵੇਚੀ ਜਾਂਦਾ ਵਾ। ਅਜੇ 2 ਦਿਨ ਹੋਏ ਪਾਣੀ ਵਾਲੀ ਮੋਟਰ ਕੱਢ ਕੇ ਵੇਚ ਦਿੱਤੀ ਆ ਚੋਰੀ। ਨਸ਼ੇ ਦਾ ਆਦੀ, ਨਸ਼ੇ ਨਾਲ ਜਿਹੜੀ ਚੀਜ਼ ਦਿਲ ਕਰਨੀ ਵੇਚ ਦੇਣੀ ਆ। ਤੇ ਜਿੱਥੇ ਮੈਂ ਜਾਨੀ ਸਰਕਾਰੀ ਦਰਬਾਰੇ ਅੱਗੋਂ ਕਹਿ ਦਿੰਦੇ ਆ ਉਹ ਬੁੜੀਆਂ ਰੱਖ ਸਕਦਾ ਵਾ, ਉਹ ਮਰਦ ਆ ਜੀ। ਮੂਮਨ ਸੈੱਲ ਵਾਲੀ ਪੁਲਿਸ ਲੈਣ ਦੇ ਵਿੱਚ ਫਿਰੋਜ਼ਪੁਰ ਤੋਂ ਮੈਡਮ, ਉਹ ਮੈਨੂੰ ਕਹਿੰਦੀ ਤੂੰ ਕੁਝ ਨਹੀਂ ਕਰ ਸਕਦੀ, ਜਿੱਥੇ ਮਰਜ਼ੀ ਭੱਜ ਲੈ, ਤੂੰ ਕੁਝ ਨਹੀਂ ਕਰ ਸਕਦੀ। ਉਹ ਗੈਰ ਜਨਾਨੀਆਂ ਰੱਖ ਸਕਦਾ, ਉਹ ਭਰਜਾਈ ਨਾ ਰਵੇ, ਉਹ ਗੈਰ ਜਨਾਨੀਆਂ ਰਵੇ, ਤੂੰ ਡੱਕ ਨਹੀਂ ਸਕਦੀ। ਤੇ ਇਸ ਵਾਸਤੇ ਮੈਂ ਆਪਣੀ ਵੀਡੀਓ ਵਾਇਰਲ ਕੀਤੀ ਕਿ ਮੇਰੀ ਮਿਹਨਤ ਵਾਲੀ ਗੱਲ ਆ ਕਿ ਅੱਜ ਵੀ ਮੈਂ ਕਹਿੰਦੀ ਆ ਕਿ ਮੇਰੇ ਬੱਚਿਆਂ ਨੂੰ ਕੋਈ ਡਰੋਪ ਕਰ ਲਵੇ। ਤੇ ਇਹ ਜਿਹੜੀ ਸਰਕਾਰ ਵਾ ਇਹ ਤਾਂ ਚਾਹੁੰਦੀ ਹੈ ਕਿ ਕੋਈ ਕਤਲ ਹੋਵੇ ਤੇ ਅਸੀਂ ਉਹਨਾਂ ਦਾ ਗੁਰਦੇ ਕੱਢੀਏ, ਅੱਖਾਂ ਕੱਢੀਏ, ਮਾਸ ਕੱਢੀਏ ਤੇ ਵੇਚੀਏ। ਸਰਕਾਰ ਨੂੰ ਤਾਂ ਕਤਲ ਹੋਣ 'ਚ ਫੁੱਲ ਫਾਇਦਾ ਹੁੰਦਾ ਹੈ। ਕੀ ਫਾਇਦਾ ਹੁੰਦਾ ਜੀ? ਸਰਕਾਰ ਸਾਰਾ ਇੱਕ ਗੁਰਦਾ ਆਪਾਂ ਪਵਾਉਣ ਜਾਂਦੇ 3 ਲੱਖ ਦਾ ਪਏਗਾ ਤੇ ਸਰਕਾਰ ਫ੍ਰੀ 'ਚ ਅਗਲੇ ਦੇ ਕੱਢ ਲੈਂਦੀ ਹੈ। ਤੁਸੀਂ ਗੱਲ ਕਰਦੇ ਸੀ ਬੱਚੇ ਕੋਈ ਅਡਾਪਟ ਕਰ ਲਵੇ, ਕੋਈ ਗੋਦ ਲੈ ਲਵੇ, ਹਨਾ ਜੀ, ਅਸੀਂ ਮਰ ਜਾਣਾ। ਮਰਨਾ ਕੋਈ ਮਸਲੇ ਦਾ ਹੱਲ ਥੋੜੀ ਹੈ। ਤੇ ਵੀਰ ਜੀ ਬੰਦਾ ਕਰੇਗਾ ਵੀ ਕੀ, ਦੱਸੋ ਨਾ। ਇੱਕ ਬੰਦਾ 19 ਸਾਲ ਮਿਹਨਤ ਕਰ ਕਰਕੇ ਹਿੰਮਤ ਹਾਰ ਗਿਆ ਵਾ। ਹੁਣ ਮੇਰੇ 'ਚ ਮਿਹਨਤ ਦੀ ਵੀ ਹਿੰਮਤ ਨਹੀਂ ਹੈਗੀ, ਨਾ ਮੇਰੇ 'ਚ ਉਹਦੇ ਕੁੱਟ ਖਾਣ ਦੀ ਹਿੰਮਤ ਹੈਗੀ ਆ। ਤੇ ਇਹਨਾਂ ਨੂੰ ਜਿਨ੍ਹਾਂ ਨੂੰ ਮੈਂ ਮਿਹਨਤ ਦੇ ਨਾਲ ਪੜ੍ਹਾਇਆ ਵਾ, ਇਹਨਾਂ ਨੂੰ ਮੈਂ ਕਿਸ ਤਰ੍ਹਾਂ ਰੁਲਦੇ ਛੱਡਦਾ। ਅੱਜ ਮੈਂ
ਛੱਡ ਕੇ ਇਹਨਾਂ ਨੂੰ ਮਰ ਜਾਵਾਂਗੀ। ਇਹ ਉਹਨਾਂ ਦਾਦੀ ਤੇ ਪਿਓ ਦੇ ਛਿੱਤਰ ਖਾਣਗੇ। 17 ਸਾਲਾਂ ਦੀ ਕੁੜੀ ਚੁੰਨੀ ਚੜਾਵਾ ਕਰ ਦੇਣ ਲੱਗੇ ਸੀ ਤੇ ਮੈਂ ਕਿਹਾ ਮੈਂ 12 ਜਮਾਤਾਂ ਪੜ੍ਹਾਈ ਆ, ਕੋਈ ਕੋਰਸ ਕਰੇਗੀ ਕੁਝ ਬਣੇਗੀ। ਚੁੰਨੀ ਚੜਾਵੇ 'ਚ ਕੀ ਹੋਣਾ, ਮੇਰੀ ਤਰ੍ਹਾਂ ਔਲਾਦ ਹੋ ਜਾਏਗੀ ਤੇ ਛਿੱਤਰ ਖਾਂਦੀ ਫਿਰੇਗੀ। ਮਾਂ ਪਿਓ ਕੋ ਜਾਣੇ, ਉਹ ਕਹਿੰਦੇ ਤੈਨੂੰ 10 ਕਿੱਲੇ ਪੈਲੀ ਲੱਭ ਕੇ ਵਿਆਹਿਆ ਸੀ। ਸਹੁਰੇ ਹੋਣੀ ਆ, ਮੇਰਾ ਘਰ ਵਾਲਾ ਸ਼ੁਰੂ ਤੋਂ ਮੇਰੇ ਨਾਲ ਨਹੀਂ ਕਿਤੇ ਤੁਰਿਆ, ਕੰਜਰਾਂ ਨੇ ਸੰਦ ਨਹੀਂ ਦਿੱਤਾ, ਉਹਦਾ ਇੱਕ ਹੀ ਲਿਬਾਸ ਆ। ਸੰਦ ਕੀ ਨੇ? ਮੋਟਰਸਾਈਕਲ ਨਹੀਂ ਦਿੱਤਾ, ਸਕੂਟਰ ਨਹੀਂ ਦਿੱਤਾ। ਮੇਰੇ ਦਿਓਰ ਦਾ ਸਕੂਟਰ ਆਇਆ ਵਾ, ਜਦੋਂ ਉਹਦਾ ਅੱਜ ਤੱਕ ਇਹੀ ਹਾਲ ਰਿਹਾ, ਇੱਕ ਦਿਨ ਨਹੀਂ ਕਿਤੇ ਮੇਰੇ ਨਾਲ ਉਹ ਕਿਤੇ ਤੁਰਿਆ, ਨਾ ਉਹਨੇ ਕਦੇ ਦੁੱਖ ਸੁੱਖ ਦੀ ਸੁਣੀ ਹੈ। ਤੇ ਪਰ ਹਿੰਮਤ ਵੀ ਬੰਦੇ 'ਚ ਕਿੰਨਾ ਕੁ ਚਿਰ ਵੀਰ ਰਵੇਗੀ। ਇਸ ਟਾਈਮ ਮੈਂ ਖੁਦ ਹਿੰਮਤ ਹਾਰੀ, ਮੈਂ ਲੁਧਿਆਣੇ 'ਚ ਬੈਠੀ ਹਾਂ ਕਿਰਾਏ ਦੇ ਘਰ ਤੇ ਮਿਹਨਤ ਨਾਲ ਬਣੇ ਹੋਏ ਘਰ ਨੂੰ ਮੇਰੇ ਜਿੰਦਰੇ ਵੱਜੇ ਹੋਏ ਆ। ਤੁਸੀਂ ਖੁਦ ਦਾ ਘਰ ਬਣਾਇਆ ਆਪਣਾ? ਜੀ ਮੈਂ ਖੁਦ ਦਾ ਘਰ ਬਣਾਇਆ ਹੋਇਆ। ਆਪਣਾ ਥਾਂ ਲੈ ਕੇ ਬਣਾਇਆ ਜੀ? ਆਪਣਾ ਥਾਂ ਪਿੱਪਲ ਆੜਤੀਆ ਲਾਗੇ ਉਹਨੇ ਮੈਨੂੰ ਪੈਲੀ ਦਿੱਤੀ ਸੀ, ਉੱਥੋਂ ਮੈਂ ਥਾਂ ਬਣਾ ਕਮਰੇ ਬਣਾਇਆ ਆਪਦੇ। ਤੁਸੀਂ ਇੱਕ ਪਾਸੇ ਤੁਸੀਂ ਕਹਿੰਦੇ ਹੋ ਮੇਰਾ ਕਤਲ ਹੋ ਜਾਣਾ, ਮੇਰਾ ਕਤਲ ਕਰਨ ਨੂੰ ਫਿਰਦੇ ਆ ਮੇਰਾ ਸਹੁਰਾ ਪਰਿਵਾਰ, ਤੁਹਾਡਾ ਹਸਬੈਂਡ, ਦੂਜੇ ਪਾਸੇ ਤੁਸੀਂ ਮਰਨ ਦੀਆਂ ਗੱਲਾਂ ਕਰਦੇ ਹੋ। ਫਿਰ ਮੌਤ ਤਾਂ ਦੋਨੇ ਪਾਸੇ ਬਰਾਬਰ ਆ ਨਾ। ਮੇਰੇ ਜਿਹੜੇ ਪੁਲਿਸ ਵਾਲੇ ਆ ਕਤਲ ਕਰਵਾਉਂਦੇ ਆ, ਕਰਵਾਉਣ ਤੋਂ ਬਾਅਦ ਇਹ ਕਾਤਲ ਦਾ ਕੁਝ ਨਹੀਂ ਬਣਾਉਂਦੇ। ਹੁਣ ਮੈਂ ਇੰਨੀਆਂ ਦਰਖਾਸਤਾਂ ਦਿੱਤੀਆਂ ਨਾ, ਸੁਣਵਾਈ ਨਹੀਂ ਕੀਤੀ। ਜਦੋਂ ਮੇਰਾ ਕਤਲ ਹੋ ਜਾਣਾ ਉੱਥੇ ਪੁਲਿਸ ਨੇ ਕੀੜਿਆਂ ਵਾਂਗ ਫਿਰਨਾ। ਆਲਰੇਡੀ ਮੈਂ ਲਹੂ ਲਵਾਣ ਹੋ ਕੇ ਥਾਣੇ 'ਚ ਗਈ ਆ ਨਾ, ਤੇ ਪੁਲਿਸ ਵਾਲੇ ਮੇਰੀ ਕੋਈ ਨਹੀਂ ਸੁਣੀ। ਬਾਹਰ ਰੋਡ ਤੇ ਆਣ ਕੇ ਮੈਂ ਲੰਮੇ ਪੈ ਗਈ ਆ, ਮੈਂ ਬੇਹੋਸ਼ ਹੋ ਗਈ ਆ। ਆਰੇ ਦੁਆਲੇ ਆਉਂਦੇ ਸੰਦ ਰੁਕ ਗਏ ਆ, ਜਾਮ ਲੱਗ ਗਿਆ, ਤੇ ਫਿਰ ਲੇਡੀਜ਼ ਪੁਲਿਸ ਵਾਲੀਆਂ ਆਣ ਕੇ ਚੁੱਕ ਕੇ ਲੈ ਕੇ ਗਈਆਂ। ਇੰਨੀ ਮਾੜੀ ਹਾਲਤ ਦੇ ਵਿੱਚ ਵੀ ਪੁਲਿਸ ਵਾਲਿਆਂ ਨੇ ਸੁਣੀ। ਤੇ ਪੁਲਿਸ ਵਾਲੇ ਸਿਰਫ ਕਤਲ ਦਾ ਇੰਤਜ਼ਾਰ ਕਰਦੇ ਰਹਿੰਦੇ ਕਿ ਕਤਲ ਹੋਵੇ ਤਾਂ ਅਸੀਂ ਜਾਈਏ। ਤੇ ਸਿੱਧੀ ਆਰਮੀ ਅਗਲੇ ਨੂੰ ਕਹਿੰਦੇ ਮਰ ਜਾਓ ਜਾਂ ਮਾਰ ਦਿਓ, ਫਿਰ ਆਵਾਂਗੇ। ਇਦਾਂ ਕੀ ਕਰਨਾ ਚਾਹਦੇ, ਪੈਸੇ ਦਿਓ। ਪੁਲਿਸ ਨੂੰ ਕਤਲ 'ਚ ਕੀ ਫਾਇਦਾ ਜੀ? ਮੇਰੇ ਜੀ ਪੁਲਿਸ ਨੂੰ ਫੁੱਲ ਫਾਇਦਾ। ਉਹਨਾਂ ਨੇ ਪਰਚੇ ਕੱਟਣ ਦੇ ਵਿੱਚ ਉਹਨਾਂ ਲੈ ਕੇ 50 60 ਹਜ਼ਾਰ ਤਾਂ ਅਗਲੇ ਨੂੰ ਬਰੀ ਕਰਨਾ ਹੁੰਦਾ। ਕੁੱਟ ਕਟਾਪੇ 'ਚ ਉਹਨਾਂ ਨੂੰ 2-4 ਹਜ਼ਾਰ ਮਿਲਦਾ ਵਾ। ਜਦੋਂ ਮੇਰਾ ਕਤਲ ਹੋ ਜਾਏਗਾ ਉਹਨਾਂ ਨੂੰ ਕਹਿਣਾ ਲਿਆ 50,000 ਸੁੱਟ, ਤੁਹਾਨੂੰ ਜੇਲ੍ਹ 'ਚ ਨਹੀਂ ਜਾਣ ਦਿੰਦੇ ਅਸੀਂ। ਤੇ ਪੁਲਿਸ ਨੂੰ ਤਾਂ ਫੁੱਲ ਫਾਇਦਾ ਹੁੰਦਾ, ਕੁੱਟਮਾਰ 'ਚ ਪੁਲਿਸ ਨੂੰ ਕੀ ਬਚਦਾ ਹੈ। ਤੁਸੀਂ ਸਾਰੇ ਪਰਿਵਾਰ ਦੀ ਗੱਲ ਕਰਦੇ ਹੋ, ਆਪਣੇ ਹਸਬੈਂਡ ਦੀ ਗੱਲ ਕਰਦੇ ਹੋ, ਔਰ ਹੋਰ ਕੌਣ ਆ ਜਿਹੜੇ ਤੁਹਾਨੂੰ ਇਦਾਂ ਤੰਗ ਪਰੇਸ਼ਾਨ ਕਰਦਾ? ਵੀਰ ਜੀ ਇੱਕ ਤੇ ਮੇਰੀ ਸੱਸ ਦਾ ਭਰਾ ਵਾ, ਮੇਰੇ ਸਹੁਰਾ ਜਿਹੜਾ ਸੀ ਇਹਨਾਂ ਨੂੰ ਛੋਟੇ ਛੱਡ ਕੇ ਮਰ ਗਿਆ ਸੀ। ਤੇ ਮੇਰਾ ਮਾਮਾ ਸਹੁਰਾ ਗਰਮੀਤ ਆ, ਹਰ ਫਕੀਰ ਰਹਿੰਦਾ। ਇੱਕ ਇਹਨਾਂ ਨੂੰ ਉਹਨਾਂ ਦੀ ਫੁੱਲ ਸਪੋਰਟ ਹੈ। ਦੂਜਾ ਨਨਾਣਵਈਆ ਮੇਰਾ ਗਰਮੀਤ ਆ, ਵਾਟਰ ਸਪਲਾਈ 'ਚ ਪ੍ਰਧਾਨ ਆ ਫਿਰੋਜ਼ਪੁਰ, ਉਹਦੀ ਫੁੱਲ ਸਪੋਰਟ ਜੇ। ਉਹ ਕਹਿ ਦਿੰਦਾ ਅਸੀਂ ਤਾਂ ਬੰਦਾ ਮਾਰ ਕੇ ਨੱਪ ਦਈਏ ਤੇ ਸਾਡੀ ਸਰਕਾਰ ਕੁਝ ਕਰਨ ਨਹੀਂ ਦਿੰਦੀ। ਕੌਣ ਕਹਿੰਦਾ ਇਹ ਗੱਲ? ਨਨਾਣਵਈਆ ਮੇਰਾ ਕਹਿੰਦਾ ਅਸੀਂ ਤਾਂ ਬੰਦਾ ਮਾਰ ਕੇ ਨੱਪ ਦਈਏ, ਕੁਝ ਕਰਨ ਨਹੀਂ ਦਿੰਦੀ ਸਰਕਾਰ। ਕਿਹੜੀ ਸਰਕਾਰ ਨਹੀਂ ਕਰਦੀ? ਉਹ ਕਾਂਗਰਸੀ ਪਾਰਟੀ ਦੇ ਨਾਲ ਆ। ਅੱਛਾ ਜੀ। ਉਹ ਪਿੰਕੀ ਵਾਲੇ, ਫਿਰੋਜ਼ਪੁਰ ਜਿਹੜਾ ਪਿੰਕੀ ਆ ਨਾ, ਉਹਦੇ ਵਾਲੇ। ਤੁਹਾਡਾ ਸਹੁਰਾ ਪਿੰਡ ਕਿਹੜਾ ਜੀ? ਪੇਕਾ ਪਿੰਡ ਕਿਹੜਾ ਤੁਹਾਡਾ? ਮੇਰੇ ਪੇਕੇ ਰਾਣੀ ਵਾਲਾ ਚੋਲੇ ਕੋਲੇ, ਤਰਨਤਾਰਨ ਜ਼ਿਲ੍ਹਾ ਪੈਂਦਾ। ਸਹੁਰਾ ਪਰਿਵਾਰ? ਤੇ ਸਹੁਰਾ ਪਰਿਵਾਰ ਮੇਰੇ ਫਿਰੋਜ਼ਪੁਰ ਆ। ਤੇ ਪਹਿਲਾਂ ਮੇਰੇ ਸਹੁਰੇ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਪੈਂਦਾ, ਪਿੰਡ ਬਾਣਾ ਵਾਲੀ ਪੈਂਦਾ ਸੀ ਪਹਿਲਾਂ। ਬਾਅਦ 'ਚ ਜਦੋਂ ਮੇਰਾ ਬੇਟਾ ਹੋ ਗਿਆ ਉਦੋਂ ਇਹਨਾਂ ਨੇ ਜ਼ਮੀਨ ਜਾਇਦਾਦ ਵੇਚ ਕੇ ਸਮਾਨ ਵਾਲੇ ਆ ਗਏ ਸੀ। ਸਮਾਨ ਵਾਲੇ ਰਹਿੰਦੇ? ਹੁਣ ਇਹ ਸਮਾਨ ਵਾਲੇ 'ਚ ਰਹਿੰਦੇ ਆ। ਜਦੋਂ ਤੁਸੀਂ ਘਰ ਤੋਂ ਨਿਕਲੇ ਹੋ, ਤੁਸੀਂ ਅਲੱਗ ਘਰ ਬਣਾ ਲਿਆ, ਸਾਰਾ ਕੁਝ ਹੋ ਗਿਆ, ਤੁਸੀਂ ਹੁਣ ਕਹਿੰਦੇ 2 ਮਹੀਨੇ ਹੋ ਗਏ ਘਰ ਤੋਂ ਨਿਕਲੇ ਹੋ, 1 ਮਹੀਨਾ ਕਿਸੇ ਦੇ ਰਹੇ ਹੋ, ਉਸ ਦਿਨ ਕੀ ਗੱਲਬਾਤ ਹੋਈ ਸੀ? ਤੁਹਾਨੂੰ ਘਰ ਤੋਂ ਨਿਕਲਣਾ ਪੈ ਗਿਆ, ਆਪਣੇ ਤੁਸੀਂ ਕਹਿੰਦੇ ਮਿਹਨਤ ਦਾ ਜਿਹੜੀ ਕਮਾਈ ਕਰਕੇ ਤੁਸੀਂ ਆਪਣਾ ਅਲੱਗ ਤੋਂ ਘਰ ਬਣਾਇਆ, ਉਹਨਾਂ ਤੋਂ ਕੋਈ ਹਿੱਸਾ ਨਹੀਂ ਲਿਆ, ਫਿਰ ਵੀ ਉੱਥੇ ਤੁਸੀਂ ਕਹਿੰਦੇ ਤੰਗ ਪਰੇਸ਼ਾਨ ਕੀਤਾ ਜਾਂਦਾ, ਉੱਥੇ ਕੀ ਗੱਲ ਹੋਈ ਸੀ ਉਸ ਦਿਨ? ਉੱਥੇ ਵੀਰ ਜੀ ਇਹ ਥਾਣੇ ਦਰਖਾਸਤ ਦੇ ਆਉਂਦੇ ਸੀ ਕਿ ਘਰ ਸਾਨੂੰ ਚਾਹੀਦਾ। ਫਿਰ ਪੁਲਿਸ ਆਣ ਕੇ ਮੈਨੂੰ ਤੰਗ ਕਰਦੀ ਸੀ। 2-3 ਵਾਰੀ ਮੈਨੂੰ ਪੁਲਿਸ ਪਈ, 2-3 ਵਾਰੀ ਤਾਂ ਲੇਡੀਜ਼ ਪੁਲਿਸ ਮੈਨੂੰ ਚੱਕਣ ਵੀ ਆਈ। ਮੈਂ ਕਿਹਾ ਮੇਰਾ ਕਸੂਰ ਦੱਸੋ ਨਾ ਕੀ ਆ। ਤੇ ਫਿਰ ਉਹਨਾਂ ਨੇ ਜਦੋਂ ਪੁਲਿਸ ਦੀ ਨਹੀਂ, ਉਹਨਾਂ ਨੂੰ ਪੈਸੇ ਦੇ ਆਉਂਦੇ ਸੀ, ਉਹ ਆ ਜਾਂਦੇ ਸੀ, ਮੈਨੂੰ ਬੋਲ ਕੇ ਚਲੇ ਜਾਂਦੇ ਸੀ। ਫਿਰ ਇਹਨਾਂ 3 ਵਾਰੀ ਮੈਨੂੰ ਕੰਧ ਟੱਪ ਕੇ ਮਾਰਨ ਪਿਆ। 2 ਵਾਰੀ ਤਾਂ ਮੈਂ ਛੁੱਟ ਗਈ, ਤੀਜੀ ਵਾਰੀ ਮੇਰੇ ਉਹਨੇ ਸੱਟਾਂ ਲਾ ਦਿੱਤੀਆਂ। ਤੇ ਫਿਰ ਉਹਨੇ ਸਿੱਧਾ ਥਾਣੇ 'ਚ ਵੀ ਕਿਹਾ, ਉਹਨੇ ਕਿਹਾ ਮੈਂ ਛੱਡਣਾ ਮਾਰ ਕੇ ਆ। ਤੇ ਪੁਲਿਸ ਵਾਲੇ ਅੱਗੋਂ ਕਹਿੰਦੇ ਜੇ ਮਾਰਦਾ ਵੀ ਤਾਂ ਅਸੀਂ ਕੁਝ ਨਹੀਂ ਕਰ ਸਕਦੇ, ਤੂੰ ਉਹਦੀ ਜਨਾਨੀ ਹੈ। ਪੰਚਾਇਤ ਤੌਰ ਤੇ ਰਿਸ਼ਤੇਦਾਰ, ਭੈਣ ਭਰਾ, ਮਾਪੇ ਜਾਂ ਹੋਰ ਬੜੇ ਹੁੰਦੇ ਨੇ ਜਿਹੜੇ ਬੈਠ ਕੇ ਇਹੋ ਜਿਹੇ ਝਗੜਿਆਂ ਨੂੰ ਨਿਬੇੜ ਦਿੰਦੇ ਨੇ? ਵੀਰ ਜੀ ਰਿਸ਼ਤੇਦਾਰ ਖੁਦ ਉਹਨਾਂ ਤੋਂ ਤੰਗ ਜੇ, ਤੇ ਜਿਹੜੇ ਪੰਚਾਇਤ ਵਾਲੇ ਉਹ ਖੁਦ ਮਿਲੇ ਹੋਏ ਜੇ। ਉਹ ਕਾਂਗਰਸ ਪਾਰਟੀ ਦਾ ਸਰਪੰਚ ਖੁਦ ਮਿਲਿਆ ਹੋਇਆ ਜੇ। ਤੇ ਜਿਹੜੇ ਰਿਸ਼ਤੇਦਾਰ ਉਹ ਤੇ 19 ਸਾਲ ਤੋਂ ਗੇੜੇ ਕੱਢ ਕੇ ਖੁਦ ਤੰਗ ਐ। ਇਸ ਵੀ ਰਿਸ਼ਤੇਦਾਰ ਮੇਰੇ ਨਾਲ ਖੜੇ ਆ, ਲੇਕਿਨ ਮੈਨੂੰ ਰੋਟੀ ਕਿਹੜਾ ਦਵੇ, ਕੋਈ ਨਹੀਂ ਜੇਬ 'ਚੋਂ ਦਿੰਦਾ। ਅਗਲੇ ਕਹਿੰਦੇ ਕਿਵੇਂ ਤਿਵੇਂ ਗੁਜ਼ਾਰਾ ਕਰ, ਜੇ ਮੈਂ ਕਿਸੇ ਦੇ ਘਰੋਂ ਆਟਾ ਮੰਗ ਲਿਆ ਨਹੀਂ ਤਾਂ ਵੀ ਕੁੱਟਦੇ ਆ, ਫਲਾਣੇ ਘਰੇ ਕਿਉਂ ਮੰਗਣ ਗਈ। ਪੇਕੇ ਪਰਿਵਾਰ, ਭਰਾ,
ਮਾਂ ਪਿਓ ਹੋਰ ਚਾਚੇ ਤਾਇਆਂ ਦੇ ਜਿਹੜੇ ਸਕੇ ਸੰਬੰਧੀ ਹੁੰਦੇ ਆ ਉਹ ਵੀ ਵਿੱਚ ਇਹੋ ਜਿਹੇ ਮਾਮਲੇ 'ਚ ਪੈ ਕੇ ਨਜਿੱਠ ਲੈਂਦੇ ਆ। ਵੀਰ ਜੀ ਮੇਰੇ ਪੇਕੇ ਕੋਈ ਨਹੀਂ ਐਡਾ ਸਾਥ ਦਿੰਦੇ। ਕਿਉਂ? ਬਸ ਉਹ ਕਹਿੰਦੇ 10 ਕਿੱਲੇ ਪੈਲੀ ਲੱਭ ਕੇ ਵਿਆਹ ਦਿੱਤਾ, ਧੀਆਂ ਆਪਦੇ ਘਰੇ ਗੁਜ਼ਾਰਾ ਕਰਦੀਆਂ, ਮੰਮਾ ਮੇਰੀ ਹੈਗੇ ਨਹੀਂਗੇ ਤੇ ਵੀਰ ਮੇਰੇ ਅੱਡ ਬਾਰੇ ਸਾਰੇ ਤੇ ਕੋਈ ਨਹੀਂ ਮੇਰਾ ਸਾਥ ਦਿੰਦਾ। ਇਸ ਤਰ੍ਹਾਂ ਉਸ ਦਿਨ ਵੀ ਸੱਟਾਂ ਲਾਈਆਂ, ਜ਼ੀਰੇ ਦਾਖਲ ਸੀ ਮੈਂ ਤੇ ਵੀਰ ਆਇਆ ਸੀ, ਛੋਟਾ ਪਤਾ ਲੈ ਕੇ ਚਲਾ ਗਿਆ। ਅਗਲੇ ਕਹਿੰਦੇ ਹੁਣ ਤਾਂ ਆਪਦੇ ਬੱਚੇ ਆਪਦੇ ਜਿਹੜੇ ਹੋ ਗਏ ਆ ਤੇ ਹੁਣ ਤੁਹਾਡਾ ਕੀ ਕਰੀਏ। ਇੱਕ ਦਰਸ਼ਨ ਸੋ ਸਰਪੰਚ ਸੀ, ਉਹ ਮੇਰਾ ਸਾਥ ਦਿੰਦਾ ਸੀ, ਕਾਲੀਆਂ ਦਾ ਸਰਪੰਚ ਸੀ। ਉਹਦੇ ਸਿਰ ਤੇ ਇੰਨਾ ਕਿ ਮੈਂ ਆਪਣੇ ਝੁੱਗੇ 'ਚ ਬੈਠੀ ਹੋਈ ਸੀ ਤਾਂ ਅੱਜ ਮੈਂ ਝੁੱਗੇ ਤੋਂ ਵੀ ਬਾਹਰ ਆ ਗਈ। ਤੁਸੀਂ ਲੁਧਿਆਣੇ ਰਹਿ ਰਹੇ ਹੋ, ਲੁਧਿਆਣੇ ਤੁਹਾਡੇ ਕੋਲੇ ਕੋਈ ਆਪਣੀ ਪ੍ਰਾਪਰਟੀ ਆ, ਆਪਣਾ ਘਰ-ਬਾਰ ਆ ਜਾਂ ਕਿੱਦਾਂ ਫਿਰ ਲੁਧਿਆਣੇ ਰਹਿ ਰਹੇ ਹੋ ਇੱਥੇ, ਜਾਂ ਕੋਈ ਸਕੇ ਸੰਬੰਧੀ ਹੈ, ਕਿੱਦਾਂ ਰਹਿ ਰਹੇ ਹੋ? ਨਹੀਂ ਵੀਰੇ, ਨਾ ਤੇ ਸਾਡਾ ਕੋਈ ਸਗਾ ਸੰਬੰਧੀ ਹੈ, ਨਾ ਕੋਈ ਸਾਡੀ ਪ੍ਰਾਪਰਟੀ ਹੈ ਇੱਥੇ, ਨਾ ਇੱਥੇ ਸਿਰਫ ਅਸੀਂ ਦਿਹਾੜੀਦਾਰ ਦੇ ਚੱਕਰ 'ਚ ਹੀ ਆਏ ਹੋਏ ਹਾਂ ਤੇ ਕਿਰਾਏ ਤੇ ਘਰ ਸਾਡੇ ਕੋਲ 3000 ਰੁਪਇਆ ਕਿਰਾਇਆ, ਇੱਕ ਰੂਮ ਛੋਟੇ ਜਿਹੇ ਦਾ। ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਐਡੇ ਵੱਡੇ ਸ਼ਹਿਰ ਦੇ ਵਿੱਚ ਰਹਿਣਾ, ਬੱਚਿਆਂ ਨੂੰ ਪਾਲਣਾ, ਘਰ ਕਿਰਾਏ ਤੇ ਬੜਾ ਔਖਾ ਹੋ ਜਾਂਦਾ, ਗੁਜ਼ਾਰਾ ਕਿੱਦਾਂ ਹੁੰਦਾ? ਗੁਜ਼ਾਰਾ ਵੀਰੇ ਬਸ ਇਦਾਂ, ਕਦੀ ਰੱਬ ਤਰਸੀ ਉਦੋਂ ਗੁਰਦੁਆਰੇ 'ਚੋਂ ਆਟਾ ਮਿਲ ਗਿਆ, ਇਸ ਤਰ੍ਹਾਂ ਗੁਜ਼ਾਰਾ ਕਰ ਲਿਆ। ਇਹ 5000 'ਚ ਮੁੰਡਾ ਦੁਕਾਨ ਤੇ ਲਵਾਇਆ ਹੋਇਆ, ਆਪ ਅਸੀਂ ਮਾਵਾਂ ਧੀਆਂ ਤੋਂ ਬੱਚਿਆਂ ਦੀਆਂ ਵਰਦੀਆਂ ਬਣਦੀਆਂ ਉੱਥੇ ਧਾਗਾ ਕੱਟਣ ਜਾਂਦੀਆਂ ਕੰਪਨੀ ਦੇ ਵਿੱਚ, ਸਵੇਰ ਤੋਂ 7 ਵਜੇ ਚਲੇ ਜਾਣਾ, ਸ਼ਾਮ ਨੂੰ ਆਣਾ। ਲੋਕਾਂ ਵਾਂਗ ਥੋੜੀ 4 ਦੇ ਨਾਲ ਰੋਟੀ ਗੁਜ਼ਾਰਾ ਕਰ ਲੈਣਾ, ਇਸ ਟਾਈਮ ਵੀ ਸਾਡੇ ਕੋਲ ਰੋਟੀ 4 ਦੇ ਨਾਲ ਅਸੀਂ ਖਾ ਲੈਣੀ ਹੈ। ਕੀ ਕਰੀਏ, ਪਰ ਮੈਂ ਇਹੀ ਚਾਹੁੰਦੀ ਹਾਂ ਕਿ ਮੈਂ ਜੀਣਾ ਨਹੀਂਗਾ, ਇਹਨਾਂ ਤੇ ਮੈਨੂੰ ਛੱਡਣਾ ਨਹੀਂ, ਸਰਕਾਰ ਨੇ ਮੇਰਾ ਕੁਝ ਕਰਨਾ ਨਹੀਂ। ਭਰੋਸਾ ਕਿਉਂ ਨਹੀਂ ਰਿਹਾ ਸਰਕਾਰ ਤੇ ਪੁਲਿਸ ਤੇ? ਸਾਡੀ ਜਿਹੜੀ ਪੁਲਿਸ ਹੁੰਦੀ ਆ ਸਾਡੇ ਵਾਸਤੇ ਰੱਖਿਅਕ ਹੁੰਦੀ ਆ, ਸਾਡੀ ਜਿਹੜੀ ਰੱਖਿਆ ਕਰਨੀ ਆ, ਸੁਰੱਖਿਆ ਕਰਨੀ ਉਹਨਾਂ ਨੇ ਸਾਡੇ ਵਾਸਤੇ ਪੁਲਿਸ ਆ। ਸਾਡੀਆਂ ਸਰਕਾਰਾਂ, ਕੋਈ ਕਿਸੇ ਦਾ ਹੱਕ ਖੋਹ ਨਹੀਂ ਸਕਦਾ, ਕੋਈ ਕਿਸੇ ਨਾਲ ਗਲਤ ਕੰਮ ਕਰ ਨਹੀਂ ਸਕਦਾ। ਪਰ ਤੁਸੀਂ ਕਹਿੰਦੇ ਹੋ ਤੁਹਾਨੂੰ ਪੁਲਿਸ ਤੇ ਭਰੋਸਾ ਨਹੀਂ ਰਿਹਾ, ਸਰਕਾਰ ਤੇ ਭਰੋਸਾ ਨਹੀਂ ਰਿਹਾ, ਫਿਰ ਭਰੋਸਾ ਕੀ ਦਿੱਤੇ ਤੁਹਾਨੂੰ? ਵੀਰ ਜੀ ਹੁਣ ਤੇ ਦੁਨੀਆ ਤੋਂ ਭਰੋਸਾ ਉੱਠ ਗਿਆ ਹੈ, ਤੁਹਾਨੂੰ ਸਹੀ ਦੱਸਾਂ। ਜੇ ਮੁਨਸ਼ੀ ਦੀਆਂ ਮੇਰੇ ਕੋਲ ਰਿਕਾਰਡਿੰਗਾਂ ਪਈਆਂ, ਮੈਨੂੰ ਕਹਿੰਦਾ ਤੇਰਾ ਬੰਦਾ ਕੁੱਟ ਕੇ ਆ ਜਾਊਗਾ ਤੇ ਭਾਲਾਂਗੇ ਤੇ ਚਲੇ ਗਿਆ, ਅਸੀਂ ਫੜਨ ਜਾਣ ਨੂੰ ਨੌਕਰ ਲੱਗੇ। ਰਣਜੀਤ ਸਿੰਘ ਮੁਨਸ਼ੀ ਅਸਮਾਨ ਆਰਫ ਗਿਆ ਥਾਣੇ 'ਚ, ਮੇਰੇ ਕੋਲ ਰਿਕਾਰਡਿੰਗਾਂ ਪਈਆਂ, ਮੈਂ ਪੱਤਰਕਾਰਾਂ ਨੂੰ ਵੀ ਸੈਂਡ ਕੀਤੀਆਂ ਸੀ। ਤੇ ਉਹ ਵੱਡਾ ਥਾਣੇਦਾਰ ਮੈਨੂੰ ਪਤਾ ਕੀ ਕਹਿੰਦਾ, ਘਰੇਲੂ ਕਲੇਸ਼ਾਂ ਦੇ ਵਿੱਚ ਕੋਈ ਨਾ ਕੋਈ ਮਾਰੀ ਜਾਂਦਾ, ਫਰਕ ਨਹੀਂ ਪੈਂਦਾ। ਭੁੱਲਰ ਉਹਨੂੰ ਕਹਿੰਦੇ ਉੱਥੇ ਆਰਫ ਕੀ ਥਾਣੇਦਾਰ ਜਿਹੜਾ, ਤੇ ਮੈਂ ਖੁਦ ਉਹਦੇ ਕੋਲ ਕਹਿੰਦਾ ਘਰੇਲੂ ਕਲੇਸ਼ਾਂ 'ਚ ਤੇ ਬੰਦਾ ਆਮ ਹੀ ਮਰ ਜਾਂਦਾ, ਕੋਈ ਫਰਕ ਨਹੀਂ ਕਹਿੰਦਾ ਪੈਂਦਾ। ਤੇ ਮੈਂ ਇਸ ਟਾਈਮ ਜਿੰਦਾ ਬੈਠੀ ਹਾਂ ਤੇ ਸਿਰਫ ਇਹਨਾਂ ਬੱਚਿਆਂ ਦੀ ਖਾਤਰ ਕਿ ਮੈਂ ਇਹਨਾਂ ਬੱਚਿਆਂ ਨੂੰ ਪੜ੍ਹਾ ਲਿਖਾ ਕੇ ਤੇ ਇਹਨਾਂ ਨੂੰ ਮੈਂ ਰੋਡਾਂ ਤੇ ਰੁਲਦਿਆਂ ਨਹੀਂ ਛੱਡ ਸਕਦੀ। ਤੇ ਜੀਣ ਨੂੰ ਹੁਣ ਮੇਰਾ ਜੀ ਨਹੀਂ ਕਰਦਾ। ਇਹ ਸਰਕਾਰ ਨੇ ਕੋਈ ਸਾਥ ਨਹੀਂ ਜੇ ਦੇਣਾ, ਕੋਈ ਵੀ। 17 ਮਾਰਚ ਤੋਂ ਲਾ ਕੇ ਅੱਜ ਤੁਸੀਂ ਮੇਰੀਆਂ ਦਰਖਾਸਤਾਂ ਗਿਣ ਸਕਦੇ ਜੇ ਮੈਂ ਕਿੰਨੀਆਂ ਦਿੱਤੀਆਂ, ਤੇ ਕਿਸੇ ਦਰਖਾਸਤ ਦਾ ਕਿਤੇ ਉਹਨਾਂ ਨੂੰ ਸੂਈ ਜਿੰਨਾ ਅਸਰ ਨਹੀਂ ਹੋਇਆ। ਕਿੱਥੇ ਦਰਖਾਸਤਾਂ ਦਿੱਤੀਆਂ ਤੁਸੀਂ, ਕਿੱਥੇ ਆਪਣੀ ਕੰਪਲੇਂਟਾਂ ਪਾਈਆਂ? 3 ਵਾਰੀ ਮੈਂ ਐਸਐਸਪੀ ਦੇ ਫਿਰੋਜ਼ਪੁਰ ਪੇਸ਼ ਹੋਈ ਹਾਂ ਤੇ ਆਰਫ ਕੀ ਤੇ ਮੈਂ ਕੋਈ 6-7 ਦਰਖਾਸਤਾਂ ਦਿੱਤੀਆਂ, ਕੋਈ ਨਹੀਂ ਕਿਸੇ ਨੇ ਸੁਣੀ। ਫਿਰ ਐਸਡੀਐਮ ਦੇ ਮੈਂ ਪੇਸ਼ ਹੋਈ ਹਾਂ, ਉਹਨੇ ਦਰਖਾਸਤ ਮਾਰਕਰ ਕਰਕੇ ਮੈਨੂੰ ਦੇ ਦਿੱਤੀ, ਕਹਿੰਦਾ ਆਰਫ ਕੀ ਥਾਣੇਦਾਰ ਨੂੰ ਦੇ ਦਿਓ, ਆਪੇ ਲੈ ਕੇ ਆਏਗਾ ਜੀ। ਤੇ ਥਾਣੇਦਾਰ ਮੈਨੂੰ ਅੱਗੋਂ ਪਤਾ ਕੀ ਕਹਿੰਦਾ, ਲੈ ਉਹ ਤੇ ਖੁਦ ਮੂਰਖ ਸੀ, ਉਹਨੇ ਮਾਰਕ ਕਰਕੇ ਦੇ ਦਿੱਤੀ, ਉਹਨੂੰ ਤੇ ਪਤਾ ਹੀ ਨਹੀਂ ਥਾਣੇ ਦੇ ਰੂਲ ਕੀ ਹੁੰਦੇ ਆ। ਐਸਡੀਐਮ ਨੂੰ ਅੱਗੋਂ ਆਹ ਲਫ਼ਜ਼ ਬੋਲ ਰਿਹਾ। ਅੱਛਾ ਜੀ, ਤੁਸੀਂ ਦੁਬਾਰਾ ਨਹੀਂ ਕਿਤੇ ਐਸਐਸਪੀ ਸਾਹਿਬ ਦੇ ਕਿਸੇ ਹੋਰ ਉੱਚ ਅਧਿਕਾਰੀ ਕੋਲੇ ਪੇਸ਼ ਹੋਏ? ਹੋਰ ਵੀ ਬੜੇ ਨੇ ਜਿਹੜੇ ਔਰਤਾਂ ਦੀ ਰਾਖੀ ਵਾਸਤੇ ਕਾਨੂੰਨ ਨੇ, ਬੜੀਆਂ ਸੰਸਥਾ ਨੇ, ਬੜੇ ਲੋਕ ਨੇ, ਕੋਈ ਤੁਹਾਡਾ ਸਾਥ ਨਹੀਂ ਕਿਸੇ ਨੇ ਦਿੱਤਾ? ਕਿਸੇ ਨੇ ਮੇਰੇ ਕੋਈ, ਹੁਣ ਘਰੇਲੂ ਹਿਸਾਲਿਆਂ ਕੋਲੇ ਮੈਂ ਕੋਈ 4-5 ਗੇੜੇ ਕੱਢ ਆਈ ਹਾਂ। ਉਹ ਕਹਿੰਦੇ ਆ ਜੀ ਲੋਕਡਾਊਨ ਚੱਲ ਰਿਹਾ, ਲੋਕਡਾਊਨ ਖੁੱਲ੍ਹੂ ਤੇ ਆਇਓ, ਲੋਕਡਾਊਨ ਚੱਲ ਰਿਹਾ, ਲੋਕਡਾਊਨ ਖੁੱਲ੍ਹੂ ਤੇ ਆਇਓ। ਤੇ ਤੁਹਾਨੂੰ ਵੀ ਪਤਾ ਲੋਕਡਾਊਨ ਖੁੱਲ੍ਹਦੇ ਤੱਕ ਤੇ ਬੰਦੇ ਨੂੰ ਤੁਹਾਡੇ ਸਾਹਮਣੇ ਕਿੰਨੇ ਕਤਲ ਹੋ ਰਹੇ ਆ। ਕਰੋਨਾ ਨਾਲ ਲੋਕੀ ਘੱਟ ਮਰ ਰਹੇ ਆ ਤੇ ਕਤਲ ਵੱਧ ਹੋ ਰਹੇ ਆ, ਤੇ ਸਰਕਾਰ ਆਰਾਮ ਨਾਲ ਸੁੱਤੀ ਪਈ ਆ। ਇਹ ਪੁਲਿਸ ਵਾਲੇ ਤੇ ਖੁਦ ਕਹਿੰਦੇ ਆ ਇੱਕ ਕਤਲ ਦੀ ਸਜ਼ਾ ਵੀ ਓਨੀ ਤੇ 4 ਦੀ ਵੀ ਓਨੀ, ਤੁਸੀਂ ਕਰਨ ਵਾਲੀ ਗੱਲ ਕਰੋ। ਇਹ ਤਾਂ ਖਾਕੀ ਵਰਦੀ ਤਾਂ ਖੁਦ ਸਪੋਰਟ ਕਰ ਰਹੀ ਹੈ ਕਾਤਲਾਂ ਦੀ। ਅੜੇ ਪਰਸੋਂ 5 ਕਤਲ ਹੋਏ, ਉਹਨਾਂ ਦੇ ਵੀ ਸੁਣਿਆ ਮੇਰੀ ਤਰ੍ਹਾਂ ਦਰਖਾਸਤਾਂ ਲੈ ਕੇ ਬੈਠੇ ਹੋਏ ਉਹ ਵੀ, ਕਿ ਪੁਲਿਸ ਨੇ ਕਾਰਵਾਈ ਨਹੀਂ ਕੀਤੀ, ਇੱਕ ਘਰ ਦੇ 5 ਜੀ ਚਲੇ ਗਏ ਆ। ਤੇ ਅਸੀਂ 3 ਬੱਚੇ, ਮੇਰੇ ਬੱਚੇ ਤੇ ਮੈਂ ਕੀ ਚੀਜ਼ ਉਹਨਾਂ ਦੇ ਅੱਗੇ। ਅਸੀਂ ਘਰ ਪੂਰੀ ਜਾਗ ਕੇ ਰਾਤ ਕੱਢਣੀ, ਕਿਹੜੇ ਵੇਲੇ ਕੰਧ ਟੱਪ ਕੇ ਆ ਜਾਣਾ, ਕਦੋਂ 24 ਘੰਟੇ ਉਹਦੀ ਦਾਰੂ ਪੀਤੀ ਹੁੰਦੀ ਹੈ। ਤੇ ਮਾਂ ਦੀ ਤੇ ਜੀਜੇ ਦੀ ਤੇ ਮਾਮੇ ਦੀ ਫੁੱਲ ਸਪੋਰਟ ਹੁੰਦੀ, ਤੂੰ ਕਤਲ ਕਰਦੇ ਅਸੀਂ ਛਡਾ ਲਾਂਗੇ। ਲੁਧਿਆਣੇ ਵਿੱਚ ਅਸੀਂ ਸਿਰਫ ਆਪਣੀ, ਮੈਂ ਇਸ ਵਾਸਤੇ ਜਾਣ ਲਈ ਕੋਈ ਬੈਠੀ, ਮੈਨੂੰ ਮਾਰਨ ਦੀ ਨਹੀਂ ਪਰਵਾਹ, ਕਿ ਮੇਰੇ ਬੱਚੇ ਨਾ ਰੁਲ ਜਾਣ, ਮੇਰੇ ਬੱਚੇ ਨਾ ਸੜਕਾਂ ਤੇ ਰੁਲਦੇ ਫਿਰਨ। ਅੱਜ ਇਹਨਾਂ ਵਿਚਾਰਿਆਂ ਨੇ ਸਿਰਫ ਸਕੂਲ ਹੀ ਛੱਡਿਆ ਵਾ, ਅਜੇ ਇਹਨਾਂ ਦੁਨੀਆ ਨਹੀਂ ਦੇਖੀ।
ਤੇ ਅੱਜ ਮੈਂ ਅੱਗਾ ਮੀਡੀਆ ਤੇ ਕੌਣ ਆ? ਤੇ ਜੇ ਮੈਂ ਉਹਨਾਂ ਦੇ ਹੱਥੋਂ ਕਤਲ ਹੋਵੇਗਾ ਤੇ ਫਿਰ ਤਾਂ ਇਹ ਉਹਨਾਂ ਦੇ ਹੀ ਗੁਲਾਮ ਹੋਣਗੇ ਨਾ। ਨਹੀਂ ਹੈ ਤਾਂ ਚਲੋ ਬਹੁਤ ਔਖਾ, ਤੁਹਾਡੀ ਗੱਲਬਾਤ ਸੁਣਨ ਤੋਂ ਬਾਅਦ ਪਤਾ ਲੱਗਦਾ ਹੈ, ਪਰ ਤੁਸੀਂ ਚਾਹੁੰਦੇ ਕੀ ਹੋ? ਵੀਰੇ ਮੈਂ ਅੱਜ ਵੀ ਇਹੀ ਚਾਹਨੀ ਆ ਕਿ ਸਰਕਾਰ ਤੇ ਮੈਨੂੰ ਕੋਈ ਇਨਸਾਫ ਦੇ ਨਹੀਂ ਸਕਦੀ। ਸਰਕਾਰ ਤੇ ਅੱਜ ਵੀ ਇਹੀ ਕਵੇ ਕਿ ਅੰਗਰੇਜ਼ਾਂ ਕਤਲ ਕਰ ਦੇ, ਅਸੀਂ ਸੰਭਾਲ ਲਾਂਗੇ। ਅੱਜ ਵੀ ਮੈਂ ਇਹੀ ਕਹਿੰਨੀ ਕਿ ਮੇਰਾ ਬੇਟਾ ਤੇ ਬੇਟੀ ਕੋਈ ਡ੍ਰੌਪ ਕਰਵਾ ਲਵੇ। ਪੜ੍ਹੇ ਲਿਖੇ ਦੋਨੋਂ ਮੇਰੇ ਬੱਚੇ ਆ, ਅਗਲੇ ਦਾ ਸਹਾਰਾ ਬਣਨਗੇ ਜਿਨ੍ਹਾਂ ਦਾ ਕੋਈ ਬੇਔਲਾਦ ਹੈ। ਤੇ ਮੈਂ ਆਪਣੀ ਜਾਨ ਇਸ ਜਗ੍ਹਾ ਤੇ ਦੇਵਾਂਗੀ ਜਿੱਥੇ ਮੈਂ ਸਰਕਾਰ ਦੇ ਮੇਰੀ ਬੋਡੀ ਨਾ ਹੱਥ ਲੱਗੇ। ਕਿਉਂ ਜੀ? ਕਿਉਂਕਿ ਜੇ ਮੇਰਾ ਜਿਉਂਦੀ ਦਾ ਕੋਈ ਨਹੀਂ ਨਾ ਬਣਿਆ ਤੇ ਇਸ ਲਾਸ਼ ਨੂੰ ਵੀ ਚੱਕਣ ਕੋਈ ਨਾ ਨੇੜੇ ਆਵੇ। ਮਰਨਾ ਵੀ ਤਾਂ ਕੋਈ ਹੱਲ ਨਹੀਂ ਨਾ। ਜੇ ਬੰਦਾ ਜਿਉਂ ਕੇ ਹਰ ਸੰਘਰਸ਼ ਕਰ ਸਕਦਾ ਹੈ, ਹਰ ਮੁਸੀਬਤ ਦਾ ਹੱਲ ਹੋ ਜਾਂਦਾ ਹੈ, ਪਰ ਮਰਨਾ ਵੀ ਕੋਈ ਹੱਲ ਨਹੀਂ। 21 ਸਾਲ ਹੋ ਗਏ ਮੈਨੂੰ ਇਹ ਲੜਾਈ ਲੜਦੀ ਨੂੰ, ਮਿਹਨਤ ਕਰਦੀ ਨੂੰ, ਪਰ ਹੁਣ ਮੈਂ ਹਿੰਮਤ ਹਾਰ ਗਈ ਹਾਂ। ਹੁਣ ਮੇਰੇ 'ਚ ਇੰਨੀ ਹਿੰਮਤ ਨਹੀਂ ਹੈਗੀ। 42 ਸਾਲ ਮੇਰੀ ਉਮਰ ਹੋ ਗਈ ਆ ਤੇ ਅੱਜ ਵੀ ਮੈਨੂੰ ਉਹ ਕਹਿ ਦਿੰਦੇ ਕਿ ਤੂੰ ਬੰਦ ਚੱਲਣੇ ਤੇ ਮਰਨ ਨੂੰ ਥਾਂ ਨਹੀਂ ਲੱਭਦਾ ਜਦੋਂ ਕਿ ਇਹ ਲਫ਼ਜ਼ ਮੈਨੂੰ ਬੋਲਦਾ। ਹਾਲਾਂਕਿ ਜਦੋਂ ਵਿਆਹ ਵੇਲੇ ਹੀ ਇਹਨਾਂ ਨੇ ਮੈਨੂੰ ਬੰਦ ਚੱਲਣ ਕਿਹਾ ਸੀ ਤੇ ਡੀਐਨ ਟੈਸਟ ਕਰਵਾ ਕੇ ਫਿਰ ਇਹ ਮੈਂ ਵਾਪਸ ਆਈ ਸੀ। ਕੀ ਦਾ ਡੀਐਨਏ ਟੈਸਟ ਕਰਾਇਆ? ਮੇਰੀ ਬੇਟੀ ਸੀ ਵੱਡੀ, ਮੇਰਾ ਤੇ ਮੇਰੀ ਬੇਟੀ ਦਾ ਦੋਨਾਂ ਦਾ ਹੋਇਆ ਸੀ, ਜਿਹਦੇ ਵਿੱਚ ਆਲਰੇਡੀ ਮੇਰੀ ਬੇਟੀ ਆਪਣੇ ਬਾਪ ਦੀ ਸਾਬਤ ਹੋਈ ਸੀ। ਅੰਮ੍ਰਿਤਸਰ ਤੋਂ ਡੀਐਨ ਟੈਸਟ ਹੋਇਆ ਸੀ ਮੇਰਾ। ਕਿੰਨੇ ਟਾਈਮ ਦੀ ਬੇਟੀ ਸੀ ਜਦੋਂ ਡੀਐਨਏ ਟੈਸਟ ਕਰਵਾਇਆ ਗਿਆ ਜੀ? ਇਹ 1.5 ਮਹੀਨੇ ਦੀ ਸੀ ਵੀਰੇ। ਨਹੀਂ ਤੁਹਾਡੇ ਤੇ ਕਿਉਂ ਸ਼ੱਕ ਜ਼ਾਹਰ ਕਰਦੇ ਸੀ? ਦੇਖੋ ਤੁਸੀਂ ਰਹੇ, ਬੇਟੀ ਹੋਈ, ਫਿਰ ਡੀਐਨਏ ਟੈਸਟ ਕਰਵਾਉਣ ਤੱਕ ਨੌਬਤ ਆ ਗਈ, ਉਸ ਤੋਂ ਬਾਅਦ ਫਿਰ 2 ਬੱਚੇ ਪੈਦਾ ਹੁੰਦੇ ਆ। ਐਡੀਆਂ ਮੁਸ਼ਕਲਾਂ, ਐਡੀਆਂ ਮੁਸੀਬਤਾਂ, ਇੰਨੀ ਸ਼ੱਕ ਦੀ ਘੇਰੇ 'ਚ ਕਿਉਂ ਪਰਿਵਾਰ ਦੇਖਦਾ ਸੀ? ਕਿਉਂ ਇਹ ਸਾਰਾ ਕੁਝ ਹੁੰਦਾ ਸੀ? ਜਦੋਂ ਮੇਰਾ ਵਿਆਹ ਹੋਇਆ ਨਾ, ਮੇਰੇ ਘਰ ਵਾਲੇ ਦਾ ਕੋਈ ਪ੍ਰੋਬਲਮ ਸੀ ਤੇ ਉਹ ਜਦ ਮੈਂ 2 ਰਾਤਾਂ ਇੱਥੇ ਰਹੀ ਤੇ ਮੇਰੀ ਬੇਟੀ ਠਹਿਰ ਗਈ। 1 ਮਹੀਨੇ ਬਾਅਦ ਮੈਨੂੰ ਜਦੋਂ ਵਾਪਸ ਲੈ ਗਿਆ ਕਿ ਤੈਨੂੰ ਪਤਾ ਲੱਗਿਆ ਮੈਂ ਪ੍ਰੈਗਨੈਂਟ ਆ। ਤੇ ਮੇਰਾ ਨਨਾਣ ਵੀ ਆ ਗੁਰਮੀਤ ਸਿੰਘ ਹਸਤੀ ਵਾਲੇ ਤੋਂ, ਉਹਨੇ ਮੇਰੇ ਤੇ ਖੁਦ ਕੇਸ ਕਰ ਦਿੱਤਾ ਕਿ ਮੇਰਾ ਸਾਲਾ ਨਮਰਦ ਸੀ ਤੇ ਮੇਰੀ ਸਾਲੇ ਹਰ ਪ੍ਰੈਗਨੈਂਟ ਆ। ਤੇ 15 ਦਿਨ ਮੇਰੀ ਸ਼ਾਦੀ ਨੂੰ ਹੋਏ ਸੀ ਜਦੋਂ ਮੈਨੂੰ ਘਰੋਂ ਕੱਢ ਦਿੱਤਾ ਸੀ ਇੱਥੋਂ। ਫਿਰ ਮੈਂ ਆਪਣੇ ਪੇਕੇ ਪਿੰਡ ਹੀ ਰਹੀ, ਕੇਸ ਚੱਲਦਾ ਰਿਹਾ ਪੁਲਿਸ ਲਾਈਨ ਦੇ ਵਿੱਚ। ਇਹਨਾਂ ਮਮਨ ਸੈਲ ਵਾਲਿਆਂ ਦੇ ਕੇਸ ਕੀਤਾ ਸੀ ਤੇ ਫਿਰ 13 ਮਾਰਚ ਨੂੰ 13/12/99 ਨੂੰ ਮੇਰੀ ਬੇਟੀ ਹੋਈ ਆ। ਉੱਥੋਂ ਫਿਰ ਉਹ ਅਕਸਰੇ ਦੀਆਂ ਰਿਪੋਰਟਾਂ ਆਈਆਂ। 10 ਮਾਰਚ ਦੀ ਮੇਰੀ ਬਰਾਤ ਸੀ ਤੇ 13 ਦੀ ਮੇਰੀ ਬੇਟੀ ਠਹਿਰੀ ਸੀ। ਫਿਰ ਇਹਨਾਂ ਡੀਐਨ ਟੈਸਟ ਕਰਵਾਇਆ, ਸਬੂਤ ਲਿਆ। ਫਿਰ ਇਹ ਮੈਨੂੰ ਜਾ ਕੇ ਦਰਸ਼ਨ ਸੋ ਚੇਅਰਮੈਨ ਸਰਪੰਚ ਸੀ ਤੇ ਇੱਕ ਮੇਰਾ ਚਾਚਾ ਸਹੁਰਾ ਨਾਲ ਗਿਆ ਸੀ। ਇਹ 2 ਬੰਦੇ ਜਾ ਕੇ ਲੈ ਗਏ। ਫਿਰ ਵੀ ਕੋਈ ਬੰਦਾ ਮੈਨੂੰ, ਸੱਸ ਜਾਂ ਮੇਰਾ ਘਰ ਵਾਲਾ ਨਹੀਂ ਗਿਆ ਲੈਣ ਤੇ ਨਾ ਬੇਟੀ ਨੂੰ ਦੇਖਣ ਹੀ ਗਏ ਸੀ। ਫਿਰ ਵੀ ਮੈਂ ਇੱਥੇ ਗੁਜ਼ਾਰਾ ਕੀਤਾ। ਇਹ ਗੱਲ ਤਾਂ ਉਹੀ ਹੈ ਨਾ ਜੀ, ਐਡੀਆਂ ਵੱਡੀਆਂ ਮੁਸੀਬਤਾਂ ਸ਼ੁਰੂਆਤੀ ਦੌਰ 'ਚ ਖੜੀਆਂ ਹੋ ਗਈਆਂ। ਬੇਟੀ ਹੋਈ, ਡੀਐਨਏ ਟੈਸਟ ਕਰਵਾਉਣ ਤੱਕ ਨੌਬਤ ਆ ਗਈ, ਉਹਨਾਂ ਨੂੰ ਸੱਚ ਸਾਬਤ ਕਰਨਾ ਜਿਹੜੀ ਤੁਹਾਡੇ ਵਾਸਤੇ ਮੁਸੀਬਤ ਖੜੀ ਹੋ ਗਈ। ਤੁਸੀਂ ਉਹਨਾਂ ਨੂੰ ਆਪਣੇ ਆਪ 'ਚ ਸੱਚੇ ਸਾਬਤ ਕਰਦੇ ਸੀ ਕਿ ਮੈਂ ਸੱਚੇ ਹਾਂ। ਚਲੋ ਮੈਡੀਕਲ ਰਿਪੋਰਟ ਤੁਹਾਡੇ ਕਹਿਣ ਮੁਤਾਬਕ ਡੀਐਨਏ ਟੈਸਟ ਹੋਇਆ, ਸਹੀ ਆਇਆ, ਪਰ ਤੁਸੀਂ ਉਦੋਂ ਕਿਉਂ ਨਹੀਂ ਉਸ ਪਰਿਵਾਰ ਨੂੰ ਛੱਡਤਾ ਜਦੋਂ ਐਡਾ ਵੱਡਾ ਸ਼ੱਕ, ਇਲਜ਼ਾਮ ਤੁਹਾਡੇ ਤੇ ਲਾਉਂਦੇ ਸੀ, ਸ਼ੱਕ ਜ਼ਾਹਰ ਕਰਦੇ ਸੀ, ਕਿੱਡੀਆਂ ਤੁਹਾਡੇ ਤੇ ਤੁਹਮਤਾਂ ਲਾਉਂਦੇ ਸੀ? ਕਿੱਡੀ ਵੱਡੀ ਗੱਲ ਹੋ ਜਾਂਦੀ ਆ ਆਪਣੇ ਬੇਟੇ, ਬੱਚੇ, ਧੀਆਂ ਨੂੰ ਜਨਮ ਕੇ ਉਹਨਾਂ ਦੇ ਡੀਐਨਏ ਟੈਸਟ ਕਰਨਾ। ਉਹਦੀ ਕਿਉਂ ਨਾ ਉਸ ਪਰਿਵਾਰ ਤੋਂ ਛੁਟਕਾਰਾ ਲੈ ਲਿਆ ਤੁਸੀਂ? ਵੀਰ ਜੀ ਉਸ ਦਿਨ ਵੀ ਮੈਂ ਆਪਣੀ ਬੱਚੀ ਨਾਲ ਖੜੀ ਸੀ ਤੇ ਅੱਜ ਵੀ ਮੈਂ ਆਪਣੇ ਬੱਚਿਆਂ ਨਾਲ ਖੜੀ ਹਾਂ। ਉਸ ਦਿਨ ਵੀ ਉਹਨਾਂ ਦਾ ਇਹੀ ਸਵਾਲ ਹੈ, ਬੱਚੀ ਨੂੰ ਚਾਹੇ ਸੁੱਟ ਜਾ ਚਾਹੇ ਲੈ ਜਾ। ਜੇ ਮੈਂ ਸੁੱਟ ਜਾਂਦੀ ਤੇ ਉਹਨੂੰ ਕਦੇ ਮਾਂ ਨਹੀਂ ਸੀ ਮਿਲਣੀ ਤੇ ਜੇ ਮੈਂ ਲੈ ਜਾਂਦੀ ਤੇ ਉਹਨੂੰ ਕਦੇ ਆਪਣਾ ਹੱਕ ਨਹੀਂ ਸੀ ਮਿਲਣਾ। ਕਿਉਂਕਿ ਮੇਰੇ ਭਰਾਵਾਂ ਦੇ ਆਪਣੇ ਬੱਚੇ, ਉਹਨਾਂ ਆਪਣਾ ਪਾਲਣਾ ਸੀ ਜਾਂ ਮੇਰੇ ਪਾਲਣੇ ਸੀ। ਇਸ ਵਾਸਤੇ ਉਸ ਦਿਨ ਵੀ ਮੈਂ ਇੱਕ ਮਾਂ ਦੇ ਫਰਜ਼ ਤੇ ਖੜੀ ਸੀ ਤੇ ਅੱਜ ਵੀ ਮੈਂ ਆਪਣੇ ਬੱਚਿਆਂ ਨਾਲ ਇੱਕ ਮਾਂ ਦੇ ਫਰਜ਼ ਤੇ ਹੀ ਬੈਠੀ ਹਾਂ। ਦੁਨੀਆ ਤੇ ਨਾ ਮੈਨੂੰ ਕੋਈ ਕਿਸੇ ਫਰਜ਼ ਦੀ ਪਰਵਾਹ ਨਹੀਂ, ਸਿਰਫ ਮੈਨੂੰ ਮਾਂ ਦੇ ਫਰਜ਼ ਦੀ ਹੈ। ਮਾਂ ਦਾ ਫਰਜ਼ ਤੁਸੀਂ ਅਦਾ ਕਰਦੇ ਹੋ, ਨਿਭਾਉਂਦੇ ਹੋ। ਬੱਚਿਆਂ ਨੂੰ ਅੱਜ ਤੁਸੀਂ ਨਾਲ ਰੱਖਿਆ, ਔਖੇ ਸੌਖੇ ਟਾਈਮ ਪਾਸ ਕਰਦੇ ਹੋ, ਪਰ ਲੱਗਦਾ ਹੈ ਕੋਈ ਆਸ ਬਚੀ ਹੈ ਕਿ ਤੁਸੀਂ ਦੁਬਾਰਾ ਉਸ ਘਰ ਵਸ ਪਾਓਗੇ, ਕੋਈ ਕਿਸੇ ਪਾਸੋਂ ਇਨਸਾਫ ਮਿਲੂਗਾ। ਹਾਲਾਂਕਿ ਤੁਸੀਂ ਕਹਿ ਰਹੇ ਹੋ ਕਿ ਇਨਸਾਫ ਦੀ ਉਮੀਦ ਨਹੀਂ ਹੈ, ਪਰ ਹੈ ਕੋਈ ਕਿਤੇ ਬਚੀ ਹੈ, ਕਿਸੇ ਦਰ ਬਚਿਆ ਕਿ ਜਿੱਥੇ ਜਾ ਕੇ ਤੁਸੀਂ ਗੁਹਾਰ ਲਾ ਸਕੋ? ਕੋਈ ਡਰ ਨਹੀਂ ਨਜ਼ਰ ਆਉਂਦਾ ਵੀਰੇ। ਪਹਿਲਾਂ ਤਾਂ ਜਦੋਂ ਮੇਰਾ ਬੰਦਾ ਬਾਹਰ ਗੈਰ ਔਰਤਾਂ ਨਾਲ ਸੀ ਤੇ ਸ਼ਾਇਦ ਕੋਈ ਮੈਨੂੰ ਸਹਾਰਾ ਆਉਂਦਾ ਸੀ। ਅੱਜ ਜਦੋਂ ਘਰ ਆਪਣੀ ਭਰਜਾਈ ਨਾਲ ਵਾਣਾ ਤਾਂ ਅੱਜ ਮੈਨੂੰ ਕੋਈ ਸਹਾਰਾ ਨਹੀਂ ਨਜ਼ਰ ਆਉਂਦਾ। ਕਿਉਂਕਿ ਸੱਸ ਸਾਡੀ ਦੋਹਾਂ ਦੀ ਆ, ਉਹ 9 ਉਹਨਾਂ ਦੀ ਦੋਤੀ ਲੱਗਦੀ ਰਿਸ਼ਤੇਦਾਰਾਂ 'ਚੋਂ, ਮੈਂ 11 'ਚੋਂ ਆ। ਅੱਜ ਉਹ ਸਾਰੇ ਉਹਨਾਂ ਨਾਲ ਹੀ ਖੜੇ ਆ। ਉਹਦਾ ਪਤੀ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਮਰ ਗਿਆ, ਅੱਜ ਉਹ ਮੇਰੇ ਪਤੀ ਦੀ ਜ਼ਮੀਨ ਜਾਇਦਾਦ ਦੀ ਵੀ ਹੱਕਦਾਰ ਬਣੀ ਖੜੀ ਆ। ਨਹੀਂ, ਦਿਓਰ ਦੀ ਮੌਤ ਹੋ ਗਈ ਤੁਹਾਡੇ ਕਹਿਣ, ਜਿਹੜੀ ਦਰਾਣੀ ਦੀ ਤੁਸੀਂ ਗੱਲ ਕਰਦੇ ਹੋ ਉਹ ਉਸ ਦੇ ਘਰ ਵਾਲੇ ਦੀ ਮੌਤ ਹੋਈ ਹੈ?
ਹਾਂ ਉਹ ਵੀ ਨਸ਼ਾ ਕਰਦਾ ਸੀ ਤੇ ਨਸ਼ੇ ਨਾਲ ਹੀ ਉਹਨੇ ਟੀਕਾ ਲਾ ਲਿਆ ਤੇ 2018 ਚ ਉਹਦੀ ਡੈਥ ਹੋ ਗਈ ਸੀ। 2 ਸਾਲ ਹੋ ਚੱਲੇ, ਉਹਦੀ 9ਵੇਂ ਮਹੀਨੇ ਚ 2 ਸਾਲ ਹੋ ਜਾਣੇ ਆ। ਤੇ ਅੱਜ ਜਦੋਂ ਉਹ ਘਰ ਦਰਾਣੀ ਨਾਲ ਰਲ ਗਿਆ ਤੇ ਅੱਜ ਵੀਰੇ ਮੈਨੂੰ ਕੋਈ ਆਸ ਨਹੀਂ ਨਜ਼ਰ ਆਉਂਦੀ। ਅੱਜ ਤੇ ਮੈਨੂੰ 4 ਸਵੇਰੇ ਆਪਣੀ ਮੌਤ ਹੀ ਨਜ਼ਰ ਆਉਂਦੀ ਹੈ। ਤੇ ਮੈਂ ਇੱਥੇ ਆਈ ਆ, ਜਾਨ ਬਚਾ ਰਹੀ ਆ, ਮਰ ਜਾ ਮੈਂ ਕੋਈ ਨਹੀਂ, ਸਿਰਫ ਇਹਨਾਂ ਲਈ ਕਿ ਅੱਜ ਮੇਰੇ ਬੱਚਿਆਂ ਦਾ ਕੋਈ ਵਾਰਿਸ ਬਣ ਜੇ, ਕੋਈ ਸਹਾਰਾ ਬਣ ਜੇ। ਵਾਰਸ ਬਣ ਜੇ, ਸਹਾਰਾ ਬਣ ਜੇ। ਵਾਰ-ਵਾਰ ਇਹ ਕੁਲਵਿੰਦਰ ਕੌਰ ਕਹਿ ਰਹੀ ਹੈ ਕਿ ਮੈਂ ਐਸੀ ਥਾਂ ਤੇ ਜਾ ਕੇ ਮਰਨਾ ਚਾਹੁੰਦੀ ਹਾਂ ਜਿੱਥੇ ਮੇਰੀ ਲਾਸ਼ ਵੀ ਪੁਲਿਸ ਨੂੰ ਨਾ ਲੱਭੇ, ਮੇਰੇ ਕਿਡਨੀਆਂ, ਗੁਰਦੇ, ਅੱਖਾਂ ਕੱਢ ਕੇ ਨਾ ਵੇਚੀਆਂ ਜਾਣ, ਮੇਰੀ ਡੈੱਡ ਬੋਡੀ ਕਿਸੇ ਨੂੰ ਨਾ ਮਿਲੇ, ਮੇਰੇ ਬੱਚਿਆਂ ਨੂੰ ਕੋਈ ਅਡਾਪਟ ਕਰ ਲਵੇ, ਮੇਰੇ ਬੱਚਿਆਂ ਨੂੰ ਕੋਈ ਗੋਦ ਲੈ ਲਵੇ। ਉਹ 2 ਬੱਚੇ ਵੀ ਨਾਲ ਨੇ, ਗੱਲਬਾਤ ਕਰਦੇ ਆ, ਵੱਡਾ ਬੇਟਾ ਨਾਲ ਹੈ। ਤਾਂ ਦਰਸ਼ਕੋ, ਉਹ ਕੁਲਵਿੰਦਰ ਕੌਰ ਔਰਤ ਦੇ 2 ਬੱਚੇ ਸਾਡੇ ਨਾਲ ਨੇ, ਵੱਡੀ ਬੇਟੀ ਕਿਤੇ ਹੋਰ ਆ, ਜਿਨ੍ਹਾਂ ਦੀ ਗੱਲਬਾਤ ਕਰ ਰਹੀ ਸੀ ਕਿ ਉਸ ਦੇ ਜਨਮ ਤੋਂ ਬਾਅਦ DNA ਟੈਸਟ ਕਰਵਾਉਣ ਤੱਕ ਦੀ ਨੌਬਤ ਆਈ, ਸੱਚ ਸਾਬਤ ਕਰ ਲਈ। ਉਹ ਵੱਡਾ ਬੇਟਾ ਸੁਖਦੀਪ ਨਾਲ ਹੈ। ਸੁਖਦੀਪ, ਤੁਹਾਡੀ ਮੰਮੀ ਜੋ ਕਹਿ ਰਹੀ ਹੈ ਸੱਚ ਕਹਿ ਰਹੀ ਹੈ? ਹਾਂਜੀ ਸੱਚ ਕਹਿ ਰਹੇ ਆ, ਪਰ ਇਹਨਾਂ ਨੇ ਨਾ ਪੁਲਿਸ ਨੇ ਕੋਈ ਵੀ ਸਾਡੀ ਕਾਰਵਾਈ ਨਹੀਂ ਕਰਨੀ। ਹੁਣ ਜਦੋਂ ਲਾਸਟ ਟਾਈਮ 14 ਮਾਰਚ ਨੂੰ ਡੈਡੀ ਨੇ ਮੰਮੀ ਨੂੰ ਮਾਰਿਆ ਸੀਗਾ ਤੇ ਉਦੋਂ ਪੁਲਿਸ ਅਰੈਸਟ ਕਰਕੇ ਲੈ ਕੇ ਗਈ ਸੀ। ਉੱਥੋਂ ਦਾ ਰਣਜੀਤ ਸਿੰਘ ਮੁੱਖ ਮੁੰਸ਼ੀ ਜਿਹੜਾ, ਉਹਨੇ ਇਹ ਗੱਲ ਕਹੀ ਸੀਗੀ ਜਦੋਂ ਸ਼ਾਮ ਨੂੰ ਉਹਨੂੰ ਛੱਡਿਆ ਗਿਆ ਨਾ, ਤੇ ਮੁੰਸ਼ੀ ਨੇ ਇਹ ਗੱਲ ਕਹੀ ਕਿ ਉਹ ਆਪੇ ਗਿਆ ਚਲਾ ਥਾਣੇ ਦੀ ਕਿਹੜੀ ਜੇਲ੍ਹ ਆ ਜਿਹਦੇ ਵਿੱਚੋਂ ਬੰਦਾ ਆਪੇ ਨਿਕਲ ਕੇ ਆਪੇ ਬਾਹਰ ਚਲੇ ਜਾਂਦਾ। ਉਹਨਾਂ ਨੇ ਸਾਫ਼ ਪਤਾ ਲੱਗਦਾ ਵੀ ਪੈਸੇ ਭਰੇ ਹੋਏ ਆ। ਮੁੰਸ਼ੀ ਦੇ ਲੋਕੀ ਕਹਿੰਦੇ ਆ ਵੀ ਇਹ ਪੈਸੇ ਲਏ ਬਿਨਾਂ ਪਿਸ਼ਾਬ ਵੀ ਨਹੀਂ ਕਰਦਾਗਾ। ਸਾਫ਼ ਮੁੰਸ਼ੀ ਵਿਕਿਆ ਹੋਇਆ, ਪੂਰਾ ਥਾਣਾ ਵਿਕਿਆ ਹੋਇਆ। SHO ਦੇ ਕੋਲੇ ਅਸੀਂ ਜਦੋਂ ਗਏ ਸੀਗੇ, ਹੁਣ ਲਾਸਟ ਟਾਈਮ ਉਹਨੇ ਦਰਵਾਜ਼ਾ ਤੋੜ ਕੇ ਅੰਦਰੋਂ ਮੋਟਰ ਕੱਢ ਕੇ ਵੇਚਤੀ। ਅਸੀਂ SHO ਕੋਲੇ ਗਏ, SHO ਦੇ ਸਾਹਮਣੇ ਬੱਲੀ ਸਿੰਘ ਸਰਪੰਚ ਬੈਠਾ ਹੋਇਆ ਸੀਗਾ। ਉਹਨੇ ਉਹਨੂੰ ਪੁੱਛਿਆ ਕੀ ਕਰਨਾ, ਤੇ ਅੱਗੋਂ ਬੱਲੀ ਸਿੰਘ ਨੇ ਕੋਈ ਵੀ ਜਵਾਬ ਨਹੀਂ ਦਿੱਤਾਗਾ। ਇਹ ਸਾਰੇ ਮਿਲੇ ਹੋਏ ਆ, ਇਹਨਾਂ ਨੇ ਮੰਮੀ ਨੂੰ ਮਾਰ ਕੇ ਛੱਡਣਾ। ਅਸੀਂ ਇਦਾਂ ਹੋਣ ਨਹੀਂ ਦੇਣਾਗਾ, ਅਸੀਂ ਆਪਦਾ ਹੱਕ ਲੈ ਕੇ ਰਹਿਣਾ ਇਹਨਾਂ ਤੋਂ। ਨਹੀਂ, ਹੱਕ ਤਾਂ ਲੈ ਕੇ ਰਹਿਣਾ, ਪਰ ਪੁਲਿਸ ਤੁਹਾਡੇ ਨਾਲ ਕਿਉਂ ਐਂ ਕਰਦੀ ਹੈ? ਦੇਖੋ, ਪੁਲਿਸ ਸਾਡੀ ਰੱਖਿਆ ਕਰਨ ਵਾਸਤੇ ਹੁੰਦੀ ਹੈ। ਤੁਸੀਂ, ਤੁਹਾਡੇ ਘਰ ਦਾ ਜਿਹੜਾ ਕੋਈ ਇਸ ਤਰ੍ਹਾਂ ਜਿਹੜਾ ਮਾਹੌਲ ਵਿਗੜ ਗਿਆ, ਤੁਸੀਂ ਪੁਲਿਸ ਕੋਲੇ ਗਏ ਹੋ, ਪੁਲਿਸ ਤੁਹਾਡੇ ਨਾਲ ਇਦਾਂ ਕਿਉਂ ਕਰਦੀ ਹੈ? ਪੁਲਿਸ ਰਾਖੀ ਕਰ ਲਈ ਬਣੀ ਆ, ਪਰ ਹੁਣ ਪੁਲਿਸ ਪੈਸੇ ਦੀ ਰਾਖੀ ਕਰਦੀ ਹੈ। ਜਿੱਥੋਂ ਉਹਨੂੰ ਪੈਸਾ ਮਿਲ ਗਿਆ ਉਹਨੇ ਉੱਥੇ ਕਾਰਵਾਈ ਕਰਨੀ, ਜਿੱਥੋਂ ਨਹੀਂ। ਜੇ ਪੁਲਿਸ ਨੇ ਉਹਨਾਂ ਨੇ 5000 ਦਿੱਤਾ, ਅਸੀਂ 10000 ਦੇਵਾਂਗੇ, ਉਹ ਲਿਆਉਣਗੇ, ਜਦੋਂ 15 ਦੇਣਗੇ ਨਾ ਫਿਰ ਛੱਡ ਦੇਣਾ। ਪੁਲਿਸ ਨੇ ਇਦਾਂ ਹੀ ਕਰਨਾ, ਉਹਨੇ ਪੈਸੇ ਤੇ ਵਿਕੀ ਹੋਈ ਪੁਲਿਸ ਹੁਣ ਅੱਜ ਕੱਲ੍ਹ ਦੀ। ਬੱਚਿਆਂ ਲਈ ਮਾਂ-ਬਾਪ ਬਰਾਬਰ ਹੁੰਦੇ ਆ। ਤੁਹਾਡੀ ਮਾਂ ਕੁਲਵਿੰਦਰ ਕੌਰ, ਤੁਹਾਡੀ ਮਾਂ, ਤੁਹਾਡਾ ਫਾਦਰ ਅੰਗਰੇਜ਼ ਸਿੰਘ, ਤੁਹਾਡਾ ਫਾਦਰ ਹੈ ਪਿਤਾ, ਤੁਹਾਨੂੰ ਤਾਂ ਬਰਾਬਰ ਆ ਨਾ ਦੋਨੇ। ਤੁਸੀਂ ਕਿਤੇ ਬਾਪ ਨਾਲ ਗੱਲ ਨਹੀਂ ਕੀਤੀ ਕਿ ਅਸੀਂ ਤੇਰੇ ਬੱਚੇ ਆ, ਅਸੀਂ ਤੇਰੇ ਇੱਥੇ ਰਹਿਣਾ, ਸਾਨੂੰ ਰੱਖਣ ਨੂੰ ਥਾਂ ਦੇ। ਮਾਂ-ਬਾਪ ਕਦੇ ਵੀ ਆਪਣੇ ਬੱਚਿਆਂ ਨੂੰ ਰੁਲਦਿਆਂ ਦੇਖ ਨਹੀਂ ਸਕਦੇ। ਤੁਹਾਡੀ ਮਾਂ ਤੁਹਾਡੇ ਲਈ ਕਿੰਨੀ ਜੱਦੋ-ਜਹਿਦ ਕਰ ਰਹੀ ਆ। ਤੁਹਾਨੂੰ ਦੇਖੋ, ਇੱਕ ਰੈਂਟ ਤੇ, ਕਿਰਾਏ ਤੇ ਕਮਰਾ ਲੈ ਕੇ ਰਹਿ ਰਹੀ ਆ। ਦੇਖੋ, ਲੁਧਿਆਣੇ ਤੁਹਾਨੂੰ ਉਹ ਕਹਿੰਦੀ ਮੈਂ ਲੁਕੋ ਕੇ ਰੱਖੇ ਬੱਚੇ, ਤੇ ਤੁਸੀਂ ਬਾਪ ਨੂੰ ਕਦੇ ਮਿਲੇ ਨਹੀਂ, ਗਏ ਨਹੀਂ, ਕਿਤੇ ਗੱਲ ਨਹੀਂ ਕੀਤੀ ਕਿ ਡੈਡੀ ਅਸੀਂ ਇਸ ਘਰੇ ਰਹਿਣਾ, ਸਾਡਾ ਹੱਕ ਬਣਦਾ। ਜਦੋਂ ਜ਼ਿੰਮੇਵਾਰੀਆਂ ਨਹੀਂ ਸਮਝਦਾ ਉਹਦੇ ਕੋਲ ਕੀ ਕਰਨਾ ਜਾ ਕੇ? ਅਸੀਂ ਗਏ ਆ ਪਿੰਡ, ਨਾ ਸਾਨੂੰ ਕੋਲੇ ਮਿਲਣਾ ਹੁੰਦਾ, ਉਹ ਘਰ ਦੀਆਂ ਚੀਜ਼ਾਂ ਕੱਢ ਵੇਚ ਹੀ ਜਾਂਦਾ। ਅੱਗੋਂ ਮੈਨੂੰ ਪਿੱਛੋਂ ਕਈ ਵਾਰੀ ਉਹਦੇ ਫੋਨ ਆਉਂਦੇ ਆ, ਜਦੋਂ ਤੂੰ ਪਿੰਡ ਆਇਆ ਮੈਂ ਤੈਨੂੰ ਮਾਰ ਦੇਣਾ। ਜਦੋਂ ਮੈਂ ਜਾਂਦਾ ਉਦੋਂ ਮੇਰੇ ਸਾਹਮਣੇ ਹੀ ਨਹੀਂ ਆਉਂਦਾ। ਮਾਰ ਕੇ ਕਹਿੰਦਾ ਮੈਂ ਤੁਹਾਨੂੰ ਛੱਡਣਾ, ਜਿੱਥੇ ਮਰਜ਼ੀ ਚਲੇ ਜਾਓ। ਮਾਰਨ ਦੇ ਉੱਤੇ ਤੁਲਿਆ ਹੋਇਆ ਵਾ, ਹੱਕ ਸਾਡਾ ਦੇਣ ਨਹੀਂ ਡਿਆਗਾ। 1,10,000 ਰੁਪਇਆ ਚਾਚੇ ਦਾ ਠੇਕਾ ਰਹਿੰਦਾ ਸੀਗਾ, ਉਹਨੇ ਉਹਨਾਂ ਦਾ ਪੇ ਕਰਤਾ ਵਾ ਆਪਦਾ 1.5 ਲੱਖ 1.5 ਕਿੱਲਾ ਪੈਲੀ ਵੇਚ ਕੇ। ਉਹਨਾਂ ਦੇ ਨਾਲ ਹੀ ਰਹਿੰਦਾ ਵਾ, ਉਹਨਾਂ ਦੇ ਵੱਲੋਂ ਹੀ ਰੋਟੀ ਪਾਣੀ ਖਾਂਦਾ। ਇੱਕ ਸ਼ਹਿਰ 672 ਨੰਬਰ ਮਕਾਨ ਕੰਬੋਜ ਨਗਰ 'ਚ ਜਨਾਨੀ ਰੱਖੀ ਹੋਈ ਆ। ਅਸੀਂ ਪਤਾ ਵੀ ਕਰਕੇ ਆਏ ਆ, ਪਰ ਸਾਨੂੰ ਜਨਾਨੀ ਦਾ ਕੋਈ ਪਤਾ ਨਹੀਂ ਲੱਗਾਗਾ। ਰਹਿੰਦੀ ਉੱਥੇ ਹੀ ਆ, ਮੋਬਾਈਲ ਨੰਬਰ ਉਹਦਾ ਸਾਡੇ ਕੋਲ। ਅਸੀਂ RFK ਦੇ ਸਾਰੇ ਥਾਣਿਆਂ 'ਚ ਦਿੱਤਾ ਹੋਇਆ ਵਾ, SSP ਨੂੰ ਦਿੱਤਾ, ਪਰ ਸਾਡੀ ਕੋਈ ਕਾਰਵਾਈ ਨਹੀਂ ਗੀ। ਸਾਰੇ ਪੈਸੇ ਭਾਲਦੇ ਪਏ ਆ, ਡੈਡੀ ਦਾ ਕੋਈ ਵੀ ਕੁਝ ਨਹੀਂ ਕਰ ਸਕਦਾ। ਸਾਰੇ ਪੈਸੇ ਤੇ ਥੱਲੇ ਆਏ ਹੋਏ ਆ। ਤੇ ਡੈਡੀ ਉਹਨਾਂ ਦੇ ਨਾਲ ਚਾਚੀ ਨਾਲ ਰਹਿੰਦਾ ਹੈ। 1-2-3 ਜਨਾਨੀਆਂ ਬਾਹਰ ਰੱਖੀਆਂ ਹੋਈਆਂ ਵਾ, ਨਾ ਉਹਦਾ ਸਾਨੂੰ ਕੋਈ ਫੋਨ ਆਉਂਦਾ। ਜਦੋਂ ਵੀ 1-2 ਦਿਨ ਮੈਂ ਪਿੰਡ ਜਾਵਾਂਗਾ, ਹੁਣ ਮੈਂ ਕੱਲ ਹੋ ਕੇ ਆਇਆ ਵਾਂ ਪਿੰਡੋਂ, ਉਹਦਾ ਅੱਜ ਨਹੀਂ ਤੇ ਕੱਲ ਨੂੰ ਮੈਨੂੰ ਫਿਰ ਫੋਨ ਆਊਗਾ, ਤੂੰ ਪਿੰਡ ਆਇਆ ਸੀਗਾ, ਮੈਨੂੰ ਫੋਨ ਕਰਦਾ, ਮੈਂ ਤੈਨੂੰ ਮਾਰ ਕੇ ਛੱਡਣਾ ਹੈ। ਹੁਣ ਪਿੱਛੇ ਜੇ ਮੈਨੂੰ ਫੋਨ ਆਇਆ ਸੀਗਾ, ਕਹਿੰਦਾ ਜਦੋਂ ਮੈਨੂੰ ਕਿਤੇ ਦਿਸ ਗਈ ਮੈਂ ਲੱਤ ਤੋੜ ਕੇ ਛੱਡਣੀ ਹੈ ਤੇਰੀ ਮਾਂ ਦੀ, ਇੱਕ ਤੋੜ ਕੇ ਛੱਡੂਗਾ ਪੱਕਾ। ਮੈਂ ਗੁਰਦੇਵ ਹੁਣਾਂ ਨੂੰ ਵੀ ਕਿਹਾ ਵਾ। ਗੁਰਦੇਵ ਬੰਦਾ ਪੈਲੀ ਜਿਹਦੇ ਕੋਲੇ ਆ, ਉਹਨੇ ਸਾਰੇ ਲੱਖ 10,000 ਰੁਪਇਆ ਦੇ ਕੇ ਸਾਡੀ 1.5 ਕਿੱਲਾ ਪੈਲੀ ਆਪਦੇ ਕਬਜ਼ੇ 'ਚ ਕਰ ਲਈ। ਹੁਣ ਸਾਡੀ ਕੋਈ ਕਾਰਵਾਈ ਨਹੀਂ। ਹੁਣ ਸਾਡੀ ਮੋਟਰ ਦੀ ਕਾਪੀ ਉਹਦੇ ਕੋਲੇ ਅਗਰ ਦੇ ਤੋਂ, ਜਦੋਂ ਮੋਟਰ ਦੀ ਕਾਪੀ ਮੰਗਦਾ ਮੈਂ ਕਾਹਦੀ ਕਾਪੀ ਦੇਵਾਂ? ਮੈਂ 1.5 ਕਿੱਲਾ ਪੈਲੀ ਖਰੀਦ ਲਈ, ਮੇਰੇ ਕੋਲ ਕਨੈਕਸ਼ਨ ਵੀ ਆ ਗਿਆ ਵਾ। ਸਾਡੀ ਕੋਈ ਗੱਲ ਨਹੀਂ ਸੁਣਦਾ ਪਿਆ ਗਾ। ਉਹ ਵੀ ਗੱਲ ਔਰਤਾਂ ਦੀ ਕਰਦੇ ਹੋ, ਬਾਪ ਨੇ ਇੰਨੀਆਂ ਔਰਤਾਂ ਰੱਖੀਆਂ, ਤੁਹਾਡੀ ਮਾਂ ਵੀ ਤਾਂ ਔਰਤ ਆ। ਅਸੀਂ ਸੱਚ ਦੇ ਨਾਲ, ਸਾਡੀ ਮਾਂ ਦਾ ਸਾਨੂੰ ਪਤਾ ਹੈ ਸੱਚੀ। ਸਾਡਾ ਪਿਓ ਦੇ ਸਾਨੂੰ ਲੱਛਣਾਂ ਦਾ ਪਤਾ ਹੈ, ਪਿਓ ਨਹੀਂ ਸਹੀਗਾ। ਮਾਂ ਸਾਡੀ ਸਹੀ ਹੈ, ਅਸੀਂ ਤਾਂ ਉਹਦੇ ਨਾਲ ਬੈਠੇ ਹਾਂ। ਮਾਪੇ ਬੱਚਿਆਂ ਨੂੰ ਲੋਚਦੇ ਰਹਿੰਦੇ ਆ, ਤੂੰ ਕੱਲਾ ਪੁੱਤਰ ਆ। ਕੱਲੇ ਨੂੰ ਕਿਤੇ ਮੋਹ ਨਹੀਂ ਆਇਆ ਬਾਪ ਨੂੰ ਵੀ ਯਾਰ ਮੈਂ ਆਪਦੇ ਪੁੱਤ ਨੂੰ ਮਿਲਾ? ਕਿਤੇ ਕਿਹਾ ਨਹੀਂ ਪੁੱਤ ਮੇਰਾ ਜੀ ਨਹੀਂ ਲੱਗਦਾ, ਆ ਜਾ ਘਰੇ? ਉਹਨੇ ਕਦੀ ਸ਼ੁਰੂ ਤੋਂ ਮੈਨੂੰ ਅੱਜ ਤੱਕ ਉਹਨੇ ਚੱਕਿਆ ਨਹੀਂਗਾ।
ਉਹਨੇ ਮੈਨੂੰ ਇਸ ਗੱਲ ਦਾ ਦੱਸਦਾ ਵੀ ਕਿ ਕਦੀ ਮੈਨੂੰ 5 ਰੁਪਏ ਦੀ ਟੌਫੀ ਵੀ ਲਿਆਣ ਕੇ ਦਿੱਤੀ ਹੋਵੇ ਦੁਕਾਨ ਤੋਂ। ਚਾਚੇ ਦੇ ਜਵਾਕਾਂ ਲਈ ਲਿਆਣ ਕੇ ਦਿੰਦਾ ਹੁੰਦਾ ਹੈ। ਹੁਣ ਪਿੱਛੇ ਮੇਲਾ ਨਾ ਕਿ ਉੱਥੇ ਚਾਚੀ ਦੀ ਕੁੜੀਆਂ ਨੂੰ ਚੀਜ਼ੀ ਲੈ ਕੇ ਦਿੱਤੀ ਹੈ। ਸਾਡਾ ਕੋਈ ਉਹਨੂੰ ਮੋਹ ਤੇ ਨਹੀਂ ਹੈਗਾ ਗਾ। ਨਿੱਕੇ ਹੁੰਦੇ ਤੋਂ ਲੈ ਕੇ ਉਹਨੇ ਅੱਜ ਤੱਕ ਕੁਝ ਨਹੀਂ ਕੀਤਾ ਸਾਡੇ ਲਈ, ਨਾ ਅਸੀਂ ਉਹਦੇ ਨਾਲ ਹੈਗੇ ਹਾਂ। ਅਸੀਂ ਆਪਦੀ ਮਾਂ ਦੇ ਨਾਲ ਖੜੇ ਹਾਂ। ਦਾਦੀ ਵੀ ਉਹਦੇ ਨਾਲੇ ਰਲੀ ਹੋਈ ਹੈ। ਦਾਦੀ ਦੀਆਂ ਸਾਰੀਆਂ ਉਂਗਲਾਂ ਉਹਨੂੰ ਲੱਗਦੀਆਂ ਨੇ। ਦਾਦੀ ਦੇ ਨਾਲ ਹੀ ਉਹ ਜੋ ਦਾਦੀ ਕਹਿੰਦੀ ਉਹੀ ਕਰਦਾ ਹੈ। ਬਾਕੀ ਕਸਰ ਭੂਆ ਕੱਢੀ ਜਾਂਦੀ ਹੈ, ਭੂਆ ਦੇ ਨਾਲ ਆ। ਸਾਰੇ ਜਣੇ ਆਪਸ 'ਚ ਮਿਲੇ ਹੋਏ ਆ। ਜਿਹੜਾ ਦਾਦੀ ਦਾ ਭਰਾ ਹੈ ਸਾਰਿਆਂ ਤੋਂ ਪਹਿਲਾਂ ਉਹ ਮਿਲਿਆ ਹੋਇਆ ਵਾ। ਦਾਦੀ ਦੇ ਭਰਾ ਨੇ ਕਿਹਾ ਕਿ ਇਹਨਾਂ ਨੂੰ ਜ਼ਮੀਨ 'ਚੋਂ ਬੇਦਖਲ ਕਰੋ। ਉਹਨਾਂ ਨੇ ਅਖਬਾਰ ਦੇ ਵਿੱਚ ਇਹ ਵੀ ਛਪਾਇਆ ਕਿ ਮੈਂ ਬੇਦਖਲ ਕਰਤਾ। ਸਾਡਾ ਕੋਈ ਸਾਨੂੰ ਹੱਕ ਨਹੀਂ ਦੇ ਰਿਹਾ ਕਿ ਅਸੀਂ ਆਪਦਾ ਹੱਕ ਲੈ ਕੇ ਛੱਡਣਾ ਇਹਨਾਂ ਤੋਂ। ਤੁਹਾਡੇ ਸਾਰੇ ਕਿਉਂ ਦੁਸ਼ਮਣ ਬਣੇ ਆ? ਭੂਆ, ਦਾਦੀ, ਤੁਹਾਡੀ ਚਾਚੀ, ਤੁਹਾਡਾ ਬਾਪ, ਤੁਹਾਡੇ ਸਾਰੇ ਦੁਸ਼ਮਣ ਕਿਉਂ ਬਣੇ ਆ? ਉਹ ਇਸ ਕਰਕੇ ਦੁਸ਼ਮਣ ਬਣੇ ਹੋਏ ਆ ਕਿਉਂਕਿ ਉਹਨਾਂ ਨੇ ਡੈਡੀ ਨੂੰ ਚਾਚੀ ਦੇ ਘਰੇ ਬਿਠਾਉਣਾ ਹੈ, ਜੋ ਕਿ ਅਜੇ ਵੀ ਰਹਿ ਰਿਹਾ ਵਾ ਗੈਰ ਕਾਨੂੰਨੀ ਤਰੀਕੇ ਤੇ। ਉਹਨਾਂ ਨੇ ਕਿਸੇ ਹੋਰ ਜਨਾਨੀ ਨੂੰ ਲਿਆਣ ਕੇ ਘਰੇ ਬਿਠਾਉਣਾ ਹੈ, ਸਾਨੂੰ ਮਾਰ ਕੇ ਛੱਡਣਾ ਹੈ ਕਿਉਂਕਿ ਅਸੀਂ ਉਹਨਾਂ ਨੂੰ ਕੁਝ ਨਹੀਂ ਦਿੰਦੇਗੇ। 1.5 ਕਿੱਲਾ ਪੈਲੀ ਵੇਚਤੀ ਉਹਨੇ। ਘਰ ਸਾਡਾ ਬਣਿਆ ਹੋਇਆ, ਘਰ 'ਚੋਂ ਅਸੀਂ ਤਾਲੇ ਮਾਰ ਕੇ ਆਉਂਦੇ ਹਾਂ, ਤਾਲੇ ਤਾਂ ਵੀ ਵੇਚ ਦਿੰਦੇ ਆ। ਤਾਲੇ ਤੋੜ ਕੇ ਤਾਂ ਵੀ ਚੀਜ਼ਾਂ ਕੱਢੀ ਜਾਂਦਾ। ਜੇ ਪੁਲਿਸ ਨੂੰ ਜਾ ਕੇ ਕਹਿੰਦੇ ਆ ਕਿ ਸਾਡਾ ਸਮਾਨ ਤੋੜ ਕੇ ਉਹਨੇ ਕੱਢਿਆ ਕੁਝ ਅੰਦਰੋਂ, ਤੇ ਜਾ ਕੇ ਮੌਕਾ ਵੇਖੋ ਪੁਲਿਸ ਅੱਗੋਂ ਆਉਂਦੀ ਨਹੀਂ ਨਾਲ। ਉਹਨਾਂ ਨੇ ਸਾਰੇ ਇਸੇ ਕਰਕੇ ਮਿਲੇ ਹੋਇਆ ਵੀ ਕੋਈ ਨਾ ਕੋਈ ਜਨਾਨੀ ਲਿਆਣ ਕੇ ਬਾਈਏ ਦੇ ਘਰੇ ਮਰਨ, ਇਹ ਕਿਸੇ ਪਾਸੇ ਜਾਣ। ਸੁਖਦੀਪ, ਕਿੰਨੀ ਉਮਰ ਹੋ ਗਈ ਤੇਰੀ? ਮੇਰੀ 19 ਸਾਲ ਉਮਰ ਹੋ ਗਈ। ਕਿੰਨੀਆਂ ਕਲਾਸਾਂ ਤੱਕ ਪੜ੍ਹ ਗਿਆ? +2 ਕਰ ਲਈ ਹੈ। ਮੈਂ ਕੋਰਸ ਕਰਦਾ ਪਿਆ ਹੁਣ 에ਅਰ ਹੋਸਟੇਸ ਦਾ। 1.5 ਲੱਖ ਰੁਪਇਆ ਫੀਸ ਆ 11 ਮਹੀਨਿਆਂ ਦੀ। ਭੈਣ ਵੀ ਕੋਰਸ ਕਰਦੀ ਆ 11 ਮਹੀਨਿਆਂ ਦਾ। 3 ਲੱਖ ਰੁਪਇਆ ਸਾਡਾ 11 ਮਹੀਨਿਆਂ ਦਾ ਫੀਸ ਆ। 5000 ਰੁਪਇਆ ਮੇਰੀ ਤਨਖਾਹ ਹੈ। 5000 ਮੰਮੀ ਹੁਣੀ ਫੈਕਟਰੀ 'ਚ ਬਣਾਉਂਦੇ ਆ, ਜਿਹਦੇ ਵਿੱਚੋਂ 3000 ਸਾਡਾ ਰੂਮ ਦਾ ਰੈਂਟ ਨਿਕਲੂਗਾ। ਅਸੀਂ ਫੀਸ ਪੇ ਕਰਾਂਗੇ ਜਾਂ ਆਪਦਾ ਖਰਚਾ ਘਰ ਦਾ ਚਲਾਵਾਂਗੇ। ਸਾਨੂੰ ਘਰ ਦੇ ਵਿੱਚੋਂ ਕੋਈ ਵੀ ਹਿੱਸਾ ਨਹੀਂ ਮਿਲਦਾ ਗਾ। ਅਸੀਂ ਗਵਾਂਢੀਆਂ ਦੇ ਘਰ 'ਚ ਜਾ ਕੇ ਰਹਿੰਦੇ ਹਾਂ। ਆਪਦੇ ਘਰ ਦੇ ਵਿੱਚ ਅਸੀਂ ਸੌਂ ਨਹੀਂ ਸਕਦੇ, ਬੈਠ ਵੀ ਨਹੀਂ ਸਕਦੇ 5 ਮਿੰਟ। ਚਾਹੁੰਦੇ ਕੀ ਹੋ ਤੁਸੀਂ? ਅਸੀਂ ਇਨਸਾਫ ਮੰਗਦੇ ਹਾਂ, ਸਾਨੂੰ ਸਾਡਾ ਹੱਕ ਦਿੱਤਾ ਜਾਵੇ। ਕਿਸ ਤਰ੍ਹਾਂ ਦਾ ਹੱਕ ਮੰਗਦੇ? ਸਾਰਾ ਜੋ ਜ਼ਮੀਨ ਜਾਇਦਾਦ ਬਣਦੀ ਸਾਨੂੰ ਦਿੱਤੀ ਜਾਵੇ। ਆਪਦੀ ਜਿਹੜੀਆਂ ਬਾਹਰ ਦੀਆਂ ਜਨਾਨੀਆਂ ਨੇ, ਸਾਨੂੰ ਸਾਰਾ ਕੁਝ, ਸਾਰੀ ਪੜਤਾਲ ਚਾਹੀਦੀ ਹੈ। ਸਾਡੇ ਘਰ 'ਚੋਂ ਪੈਸੇ ਲਿਜਾ ਜਾ ਕੇ ਭੂਆ ਉਹਨਾਂ ਨੇ ਜ਼ਮੀਨ ਬਣਾ ਲਈ ਹੈ। ਸਾਡੀ ਜ਼ਮੀਨ ਵਿੱਚ ਵੇਚ ਦਿੱਤੀ ਸਾਰੀ ਉਹਨਾਂ ਨੇ। ਤਾਂ ਇਹ ਬੱਚਾ ਮੁੰਡਾ ਸੁਖਦੀਪ ਸਿੰਘ ਜੋ ਆਪਣੇ ਬਾਪ ਬਾਰੇ ਦੱਸਦਾ ਹੈ। ਔਲਾਦ ਕਦੇ ਵੀ ਆਪਣੇ ਮਾਪਿਆਂ ਤੇ ਐਲੀਗੇਸ਼ਨ, ਦੋਸ਼ ਨਹੀਂ ਲਾਉਂਦੀ ਹੁੰਦੀ, ਪਰ ਇਹ ਬੇਟਾ ਬਾਪ ਤੇ ਦੋਸ਼ ਲਾ ਰਿਹਾ। ਮੈਨੂੰ ਲੱਗਿਆ ਸੀ ਸ਼ਾਇਦ ਇਹ ਜਿਹੜੀ ਔਰਤ ਹੈ ਸ਼ਾਇਦ ਆਪਣੇ ਪਤੀ ਤੇ ਦੋਸ਼ ਲਾ ਰਹੀ ਹੈ, ਪਰ ਬੱਚਾ ਵੀ ਲਾ ਰਿਹਾ। ਬੇਟੀ ਵੀ ਅੰਮ੍ਰਿਤਪਾਲ ਕੌਰ ਨਾਲ ਹੈ। ਗੁੜੀਆ, ਤੁਸੀਂ ਬਾਪ ਨਾਲ ਕਦੇ ਗੱਲਬਾਤ ਕੀਤੀ? ਕਦੇ ਫੋਨ ਤੇ ਤਾਲਮੇਲ ਹੋਇਆ ਤੁਹਾਡਾ? ਨਹੀਂ ਅੰਕਲ ਜੀ, ਅਸੀਂ ਕਦੀ ਉਹਨਾਂ ਨਾਲ ਗੱਲ ਨਹੀਂ ਕੀਤੀ। ਸਾਨੂੰ ਪਤਾ ਨਿੱਕੇ ਹੁੰਦਿਆਂ ਤੋਂ ਸਾਡੀ ਮਾਂ ਨੇ ਸਾਨੂੰ ਸਾਂਭਿਆ। ਸਾਡੀ ਮਾਂ ਨੇ ਆਪ ਕਮਾਈਆਂ ਕਰ ਕਰਕੇ ਸਾਨੂੰ ਪਾਲਿਆ ਵਾ। ਫਿਰ ਅਸੀਂ ਅੱਜ ਉਹਨਾਂ ਨਾਲ ਕਿਵੇਂ ਖੜ ਜਾਈਏ? ਜੇ ਸਾਡੇ ਬਾਪ ਨੇ ਅੱਜ ਤੱਕ ਸਾਡਾ ਕੀਤਾ ਹੁੰਦਾ ਤੇ ਅਸੀਂ ਉਹਨਾਂ ਨਾਲ ਨਾ ਸਟੈਂਡ ਲਿਆ ਹੁੰਦਾ। ਬਾਪ ਕਿਉਂ ਨਹੀਂ ਤੁਹਾਡਾ ਬਣਿਆ? ਤੁਸੀਂ ਦੇਖੋ, ਜੇ ਤੁਹਾਡੀ ਮਾਂ, ਉਹਨਾਂ ਦੀ ਮਾਂ ਦਾ ਹੱਕ ਆ ਤੁਹਾਡੇ ਤੇ, ਉਹਨਾਂ ਤੁਹਾਡੇ ਬਾਪ ਦਾ ਹੱਕ ਆ। ਤੁਹਾਡਾ ਬਾਪ ਤੁਹਾਡਾ ਕਿਉਂ ਨਹੀਂ ਬਣਿਆ? ਤੁਸੀਂ ਕਿਉਂ ਨਹੀਂ? ਤੁਸੀਂ ਚਲੋ ਮਾਂ ਦਾ, ਤੁਹਾਡੀ ਦਾ ਤੇ ਬਾਪ ਦਾ ਕਿਤੇ ਨਾ ਕਿਤੇ ਕੋਈ ਘਰੇਲੂ ਝਗੜਾ ਹੋ ਸਕਦਾ। ਤੁਸੀਂ ਬੱਚੇ ਹੋ, ਸਿਆਣੇ ਹੋ, ਤੁਸੀਂ ਸਮਝਾ ਸਕਦੇ ਹੋ, ਘਰੇ ਬੈਠ ਸਕਦੇ ਹੋ ਕਿ ਆਪਾਂ ਬੈਠ ਕੇ ਆਪਣੀ ਜਿਹੜੀ ਚੰਗੀ ਜ਼ਿੰਦਗੀ ਬਸਰ ਕਰੀਏ, ਪਰਿਵਾਰ ਨਾਲ ਰਲ ਮਿਲ ਕੇ ਰਹੀਏ। ਤੁਸੀਂ ਸਿਆਣੇ ਹੋ, ਕਹਿੰਦੇ ਕਿਉਂ ਨਹੀਂ? ਜੇ ਘਰ ਦੀ ਲੜਾਈ ਹੋਵੇ ਤੇ ਬੰਦਾ ਸਾਂਭ ਵੀ ਲਵੇ। ਹੁਣ ਬਾਹਰ ਵਿੱਚ ਗੈਰ ਜਨਾਨੀਆਂ ਲਿਆ ਕੇ ਲੜਾਈ ਪਾਉਣੀ ਤੇ ਫਿਰ ਇਹ ਤਾਂ ਗੱਲ ਅਸੀਂ ਨਹੀਂ ਨਾ, ਬੱਚੇ ਨਹੀਂ ਨਾ ਸਾਂਭ ਸਕਦੇ। ਜੋ ਸਾਨੂੰ ਪਤਾ ਸਾਡੀ ਮਾਂ ਸਹੀ ਹੈ, ਸਾਡੀ ਮਾਂ ਨੇ ਸਾਨੂੰ ਪਾਲਿਆ, ਸਾਡੀ ਮਾਂ ਨੇ ਸਾਂਭਿਆ। ਤੇ ਅੱਜ ਸਾਨੂੰ ਪਤਾ ਸਾਡਾ ਬਾਪ ਗਲਤ ਆ। ਮੇਰੀ ਦਾਦੀ ਤੇ ਮੇਰੇ ਪਾਪਾ ਨੇ ਸਾਡੇ ਨਾਲ ਇੰਨੀ ਕੁੱਟਮਾਰ ਕੀਤੀ। 2 ਵਾਰ ਮੈਨੂੰ ਤੇ ਮੇਰੀ ਮਾਂ ਨੂੰ ਕੁੱਟਿਆ। ਤੇ ਅਸੀਂ ਆਰਿਫ ਕੇ ਥਾਣੇ ਵਿੱਚ ਵੀ ਗਏ ਆ, SSP ਸ਼ਹਿਰ, SHO ਸਾਰਿਆਂ ਦੇ ਹੋ ਕੇ ਗਏ ਆ। ਕੋਈ ਸਾਡੀ ਨਹੀਂ ਸੁਣਦਾ। ਸਾਨੂੰ ਪਤਾ ਸਾਡਾ ਬਾਪ ਗਲਤ ਆ, ਸਾਡੀ ਦਾਦੀ ਗਲਤ ਆ, ਫਿਰ ਅਸੀਂ ਉਹਨਾਂ ਨਾਲ ਕਿਉਂ ਖੜੀਏ? ਸਾਨੂੰ ਪਤਾ ਸਾਡੀ ਮਾਂ ਸਹੀ ਹੈ, ਅਸੀਂ ਉਹਨਾਂ ਨਾਲ ਸਟੈਂਡ ਲੈਣਾ। ਮਾਂ ਸਹੀ ਹੈ, ਪਰ ਮਾਂ ਨਾਲ ਗੁਜ਼ਾਰਾ ਕਿਵੇਂ ਕਰੋਗੇ? ਤੁਸੀਂ ਵੇਖੋ, ਮਾਂ ਅੱਜ ਤੁਹਾਨੂੰ ਕਿਰਾਏ ਦੇ ਕਮਰੇ ਤੇ ਲੈ ਕੇ ਬੈਠੀ ਆ। 4-5 ਹਜ਼ਾਰ ਰੁਪਇਆ ਉਹ ਕਹਿੰਦੀ ਫੈਕਟਰੀ ਤੋਂ ਮਿਲਦਾ। ਤੁਸੀਂ ਵੀ ਨਾਲ ਕੰਮ ਕਰਦੇ ਹੋ? ਹਾਂਜੀ, ਅਸੀਂ ਵੀ ਧਾਗੇ ਦੀ ਫੈਕਟਰੀ 'ਚ ਕਿਵੇਂ ਗੁਜ਼ਾਰਾ ਹੋਊਗਾ ਫਿਰ? 4-5 ਹਜ਼ਾਰ ਦੇ ਨਾਲ ਕਿਵੇਂ ਗੁਜ਼ਾਰਾ ਹੋਊਗਾ? ਸਾਨੂੰ ਸਾਡਾ ਹੱਕ ਮਿਲਣਾ ਚਾਹੀਦਾ। ਉਹਨਾਂ ਨੂੰ ਵੀ ਪਤਾ ਕਿ ਬੱਚਿਆਂ ਨੇ ਪੜ੍ਹਨਾ ਹੀ, ਹੁਣ ਬੱਚੇ ਤਾਂ ਉਹਨਾਂ ਦੇ ਨਾ, ਭਾਵੇਂ ਉਹਨਾਂ ਨੇ ਫਰਜ਼ ਅਜੇ ਤੱਕ ਨਹੀਂ ਨਿਭਾਇਆ। ਹੁਣ ਉਹਨਾਂ ਨੂੰ ਇਹਨਾਂ ਤਾਂ ਚਾਹੀਦਾ ਨਾ ਕਿ ਹਾਂ ਬੱਚਿਆਂ ਨੇ ਪੜ੍ਹਨਾ ਹੈ, ਬੱਚੇ ਅੱਗੋਂ ਕੰਮ ਕਰ ਰਹੇ ਆ, ਆਪ ਕਮਾਉਂਦੇ ਪਏ ਆ, ਤੇ ਅਸੀਂ ਵੀ ਉਹਨਾਂ ਦਾ ਥੋੜਾ ਹੱਥ ਵਟਾਈਏ। ਪਰ ਜੇ ਤੁਸੀਂ ਆਪਣੇ ਬਾਪ ਕੋਲੇ, ਦਾਦੀ ਕੋਲੇ, ਆਪਣੇ ਜਿੱਥੇ ਤੁਹਾਡਾ ਪਿੰਡ ਆ ਉੱਥੇ ਰਹੋਗੇ ਜਾ ਕੇ, ਤੁਹਾਡਾ ਬਾਪ ਫਰਜ਼ ਅਦਾ ਕਰੂਗਾ, ਤੁਹਾਨੂੰ ਸੰਭਾਲੂਗਾ। ਜੇ ਅਸੀਂ ਉੱਥੇ ਰਹਿ ਵੀ ਰਹੀਏ ਤਾਂ ਵੀ ਉਹ ਸਾਨੂੰ ਮਾਰਨ ਪੈਂਦਾ। ਕੰਧਾ ਟੱਪ ਕੇ ਅਸੀਂ ਵੀਡੀਓ ਵੀ ਬਣਾਈਆਂ ਹੋਈਆਂ, ਪਰ ਸਾਡੇ ਕੋਈ ਨਹੀਂ, ਥਾਣੇ ਵਾਲੇ, ਕੋਈ ਸਰਕਾਰ ਕੋਈ ਨਹੀਂ ਸੁਣ ਰਹੀਗੀ। ਅਸੀਂ ਹੁਣ ਉੱਥੇ ਕੇਸ ਕਰੀ ਰਹੀਏ ਕਿ ਆ ਕੇ ਸਾਨੂੰ ਮਾਰ ਦੇਣ। ਮਾਰੂਗਾ ਕਿਉਂ ਬਾਪ? ਦੇਖੋ, ਜੇ ਤੁਹਾਨੂੰ ਮਾਰਨਾ ਹੁੰਦਾ, ਜਿਸ ਦਿਨ ਤੁਹਾਡਾ ਜਨਮ ਹੋਇਆ ਸੀ ਉਸੇ ਦਿਨ ਗਲਾ ਘੁੱਟ ਕੇ ਮਾਰ ਦੇਣਾ ਸੀ, ਕਿਤੇ ਰਾਹੇ ਵਾਹੇ ਸਿੱਟ ਦੇਣਾ ਸੀ, ਕਿਤੇ ਨਹਿਰ ਸਿੱਟ ਦੇਣਾ ਸੀ, ਸੂਏ ਕਿਤੇ ਵੀ ਮਾਰ ਕੇ ਤੁਹਾਨੂੰ ਖਪਾ ਦਿੰਦਾ। ਕਿਸੇ ਨੇ ਕੁਝ ਕਹਿਣਾ ਨਹੀਂ ਸੀ। ਪਰ ਅੱਜ ਤੁਸੀਂ ਜਵਾਨ ਹੋ, ਵੱਡੇ ਹੋਏ ਹੋ, ਪੜ੍ਹੇ ਲਿਖੇ ਹੋ, ਤੁਹਾਨੂੰ ਪੜ੍ਹਾਇਆ ਲਿਖਾਇਆ ਵੀ ਹੋਊਗਾ, ਤੁਹਾਨੂੰ ਕਿਉਂ ਮਾਰੂਗਾ?
ਸਾਨੂੰ ਅਜੇ ਤੱਕ ਪੜ੍ਹਾਇਆ ਲਿਖਾਇਆ ਸਿਰਫ ਸਾਡੀ ਮਾਂ ਨੇ ਆ, ਤੇ ਉਹਨੂੰ ਪਤਾ ਕਿ ਹੁਣ ਵੱਡੇ ਹੋ ਗਏ ਹੋਣੇ, ਮੇਰੇ ਸਟੈਂਡ ਲੈ ਸਕਦੇ, ਮੈਨੂੰ ਕੋਈ ਕਾਰਵਾਈ ਕਰਵਾ ਸਕਦੇ, ਹੁਣ ਤਾਂ ਸਾਨੂੰ ਮਾਰਨ ਨੂੰ ਫਿਰਦਾ। ਪਹਿਲਾਂ ਪਤਾ ਸੀ ਚੱਲ ਛੋਟੇ ਇਹਨਾਂ ਨੇ ਕੀ ਕਰ ਲੈਣਾ। ਸਾਡੀ ਮਾਂ ਸਾਨੂੰ ਸਾਂਭਦੀ ਆਈ ਅੱਜ ਤੱਕ। ਮਾਂ ਤਾਂ ਸਾਂਭਦੀ ਆਈ ਆ, ਪਰ ਮਾਂ ਅੱਜ ਕਹਿ ਰਹੀ ਆ ਮੈਂ ਮਰ ਜਾਣਾ, ਮੈਂ ਰਹਿਣਾ ਨਹੀਂ, ਪਰ ਮੇਰਾ ਕਹਿੰਦੀ ਕਤਲ ਹੋ ਜੂ, ਮੈਂ ਕਤਲ ਉਹਨਾਂ ਦੇ ਹੱਥੋਂ ਹੋਣ ਨਹੀਂ ਦੇਣਾ, ਮੈਂ ਇਸ ਤਰ੍ਹਾਂ ਮਰਨਾ ਨਹੀਂ ਚਾਹੁੰਦੀ। ਉਹ ਕਹਿੰਦੀ ਮੈਂ ਮਰ ਜਾਣਾ, ਵੈਸੇ ਮੈਂ ਖੁਦਕੁਸ਼ੀ ਕਰ ਜਾਣਾ, ਰਹਿਣਾ ਨਹੀਂ ਇੱਥੇ। ਪਰ ਉਹ ਕਹਿੰਦੀ ਬੱਚੇ ਕੋਈ ਅਡਾਪਟ ਕਰ ਲਵੇ, ਕੋਈ ਬੱਚੇ ਮੇਰੇ ਰੱਖ ਲਵੇ, ਗੋਦ ਲੈ ਲਵੇ। ਦੇਖੋ ਤੁਸੀਂ ਸਕੇ ਬਾਪ ਨੂੰ ਆਪਣੇ ਨੂੰ ਛੱਡ ਰਹੇ ਹੋ, ਕਿਸੇ ਹੋਰ ਦੀ ਝੋਲੀ 'ਚ ਜਾ ਕੇ ਪੈ ਰਹੇ ਹੋ, ਇਹ ਠੀਕ ਰਹੂਗਾ? ਨਹੀਂ, ਅਸੀਂ ਜਿੰਨਾ ਚਿਰ ਅਸੀਂ ਜਿਉਂਦੇ ਅਸੀਂ ਆਪਦੀ ਮਾਂ ਨੂੰ ਕੁਛ ਹੋਣ ਨਹੀਂ ਦੇਣਾ। ਅਸੀਂ ਮਾਂ ਦੇ ਨਾਲ ਖੜੇ ਹਾਂ ਅੱਜ ਵੀ। ਕਿਹਦੇ ਕੋਲ ਗਏ ਹੋ ਤੁਸੀਂ ਇਨਸਾਫ ਲਈ? ਇਨਸਾਨ ਜਾਂਦਾ, ਹਰ ਦਰ ਜਾਂਦਾ, ਤੁਸੀਂ ਕਿਹਦੇ ਕੋਲ ਗਏ ਹੋ? SSP SHO ਆਰਫਕੇ ਦਾ ਗੁਰਵਿੰਦਰ ਸਿੰਘ ਭੁੱਲਰ, ਮੁੰਸ਼ੀ ਰਣਜੀਤ ਸਿੰਘ, ਤੇ ਇੱਕ ਆਰਫਕੇ ਦਾ ਇੰਸਪੈਕਟਰ ਦਿਲਬਾਗ ਸਿੰਘ। ਉਹਨੇ ਮੈਨੂੰ ਆ ਕੇ ਕਿਹਾ, ਘਰੇ ਪੁਲਿਸ ਆਈ ਸੀ, ਕਹਿੰਦਾ ਤੂੰ ਮੇਰੀ ਧੀਆਂ ਵਰਗੀ ਹੈ ਤੇ ਮੈਂ ਮਾਝੇ ਦਾ ਜੱਟ ਵਾਂ, ਇੰਨੀ ਤੈਨੂੰ ਰੋਲਣ ਨਹੀਂ ਦਿੰਦਾ ਇੰਨੀ ਛੇਤੀ। ਤੇ ਜਦੋਂ ਕੁੱਟਮਾਰ ਹੋਈ ਅਸੀਂ ਉਹਦੇ ਕੋਲ ਗਏ ਤੇ ਕਹਿੰਦਾ ਲਿਆਓ 500 ਰੁਪਈਆ, ਫਿਰ ਹੀ ਤੁਹਾਡੀ ਕੋਈ ਕਾਰਵਾਈ ਹੋਊਗੀ। ਉਹਨਾਂ ਨੇ ਪੈਸੇ ਦਿੱਤੇ, ਅਸੀਂ ਉਹਨਾਂ ਦੀ ਸੁਣਨੀ ਹੈ। ਤੇ ਰਣਜੀਤ ਸਿੰਘ ਮੁੰਸ਼ੀ ਉਹ ਵੀ ਕਹਿੰਦਾ ਜਿੰਨਾ ਚਿਰ ਕੋਈ ਜੇਬ ਨਹੀਂ ਨਾ ਢਿੱਲੀ ਕਰਦਾ ਆਪਦੀ, ਉਹਨਾਂ ਚਿਰ ਅਸੀਂ ਕਿਸੇ ਦੀ ਗੱਲ ਨਹੀਂ ਸੁਣ ਸਕਦੇ। ਅੱਛਾ, ਜਿਹਨੇ ਕਿਹਾ ਧੀਆਂ ਵਰਗੀਆਂ ਉਹੀ ਫਿਰ ਤੁਹਾਡੇ ਤੋਂ ਪੈਸੇ ਮੰਗਣ ਲੱਗ ਗਿਆ? ਹਾਂਜੀ, ਜਿਸ ਦਿਨ ਘਰੇ ਆਏ ਉਸ ਦਿਨ ਕਹਿੰਦਾ ਮੈਂ ਮਾਝੇ ਦਾ ਜੱਟ ਵਾਂ ਤੇ ਮੈਂ ਤੂੰ ਮੇਰੀ ਧੀਆਂ ਵਰਗੀ ਹੈ ਤੇ ਮੈਂ ਰੋਲਣ ਨਹੀਂ ਦਿੰਦਾ ਤੈਨੂੰ। ਤੇ ਜਿਸ ਦਿਨ ਅਸੀਂ ਕੁੱਟਮਾਰ ਕਰਕੇ ਉੱਥੇ ਗਏ ਆ ਤੇ ਉਸ ਦਿਨ ਉਹਨੂੰ ਧੀਆਂ ਵਰਗੀ ਨਹੀਂ ਲੱਗੀ। ਮੈਂ ਉਸ ਦਿਨ ਕਹਿੰਦਾ ਜਿੰਨਾ ਚਿਰ ਪੈਸੇ ਨਹੀਂ ਨਾ ਜੇਬ 'ਚ ਪਾਉਂਦੇ ਉਹਨਾਂ ਚਿਰ ਕੋਈ ਕਾਰਵਾਈ ਨਹੀਂ ਹੋ ਸਕਦੀ। ਘਰੇ ਕੋਈ ਲੜਾਈ ਹੋ ਜਾਂਦੀ ਆ ਜਦੋਂ ਅਮਰਤ, ਉਦੋਂ ਕਹਿੰਦੇ ਆ ਕਿ ਘਰ ਦੀ ਗੱਲ ਬਾਹਰ ਨਹੀਂ ਜਾਣੀ ਚਾਹੀਦੀ, ਕੰਧ ਤੋਂ ਬਾਹਰ ਟੱਪੀ ਤੇ ਗੁਆਂਢੀ ਫੜ ਲੈਂਦੇ ਤੇ ਕਲੇਸ਼ ਘਰੇ ਵੱਧ ਜਾਂਦਾ, ਜਲੂਸ ਨਿਕਲਦਾ। ਤੁਹਾਨੂੰ ਨਹੀਂ ਆਪਣੇ ਆਪ ਨੂੰ ਲੱਗਦਾ ਕਿ ਅਸੀਂ ਆਪਣੇ ਪਰਿਵਾਰ ਦਾ, ਅਸੀਂ ਬਾਪ ਦਾ, ਅਸੀਂ ਮਾਂ ਦਾ ਆਪਣੇ ਰਿਸ਼ਤੇ ਤਾਰ-ਤਾਰ ਕਰ ਰਹੇ ਹਾਂ? 21 ਸਾਲ ਹੋ ਗਏ ਮੇਰੀ ਮਾਂ ਨੂੰ। ਜੇ ਗੱਲ ਮਾੜੀ ਮੋਟੀ ਹੁੰਦੀ ਤਾਂ 21 ਸਾਲਾਂ ਵਿੱਚ ਬੈਠ ਜਾਣੀ ਸੀ। ਹੁਣ ਉਹਨਾਂ ਨੂੰ ਵੀ ਪਤਾ ਸਾਡੇ ਧੀਆਂ ਪੁੱਤ ਜਵਾਨ ਹੋਏ, ਅਸੀਂ ਉਹਨਾਂ ਬਾਰੇ ਵੀ ਸੋਚਣਾ। ਹੁਣ ਉਹਨਾਂ ਨੂੰ ਚਾਹੀਦਾ ਕਿ ਅਸੀਂ ਕੀ ਕਰ ਰਹੇ ਹਾਂ ਇਹਨਾਂ ਨਾਲ। ਜੇ ਉਹ ਨਹੀਂ ਸੋਚਦੇ ਫਿਰ ਅਸੀਂ ਵੀ ਤਾਂ ਕਿਤੋਂ ਤਾਂ ਅਸੀਂ ਇਨਸਾਫ ਲੈਣਾ ਹੈ ਨਾ। ਪਰ ਤੁਸੀਂ ਕਹਿੰਦੇ ਇਨਸਾਫ ਵਾਲੇ ਦਰ ਤੇ ਹਰੇਕ ਤੇ ਜਾਏ, ਫਿਰ ਇਨਸਾਫ ਮਿਲੂ ਕਿਵੇਂ ਮਿਲੂ? ਹੈ ਆਸ ਬਚੀ ਹੈ ਬਾਕੀ ਤੁਹਾਨੂੰ? ਨਾ ਕੋਈ ਆਸ ਨਹੀਂ ਸਾਨੂੰ, ਨਾ ਸਰਕਾਰ ਤੋਂ, ਨਾ ਖਾਕੀ ਵਰਦੀ ਵਾਲਿਆਂ ਤੋਂ। ਮੀਡੀਆ ਵਾਲਿਆਂ ਨੂੰ ਵੀ ਅਸੀਂ ਇੰਨੇ ਫੋਨ ਕੀਤੇ ਪਰ ਕੋਈ ਨਹੀਂ ਆਇਆ। ਪਰ ਚਲੋ ਜਿਹੜੇ ਨਹੀਂ ਆਏ ਉਹਨਾਂ ਦੀ ਆਪਣੀ ਇੱਛਾ ਹੋਊ, ਕੋਈ ਸੋਚ ਹੋਊਗੀ ਕਿਉਂ ਨਹੀਂ ਆਏ, ਉਹਨਾਂ ਨੂੰ ਪਤਾ ਹੋਊ। ਪਰ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਤੁਹਾਡੇ ਕੋਲੇ ਆਏ ਹਾਂ, ਤੁਹਾਡੀ ਆਵਾਜ਼ ਬਣਨ ਦੀ ਕੋਸ਼ਿਸ਼ ਕਰਾਂਗੇ। ਜੇ ਤੁਸੀਂ ਸੱਚੇ ਹੋਏ ਤਾਂ ਤੁਹਾਨੂੰ ਇਨਸਾਫ ਵੀ ਜ਼ਰੂਰ ਮਿਲਣਾ ਚਾਹੀਦਾ। ਪਰ ਜੇ ਤੁਹਾਡਾ ਬਾਪ ਤੁਹਾਡੇ ਕੋਲੇ ਆ ਜਾਏ, ਤੁਹਾਡੀ ਦਾਦੀ ਆ ਜਾਏ ਵੀ ਆ ਜਾਓ ਪੁੱਤ, ਕਿੱਥੇ ਕੋਰਟ ਕਚਹਿਰੀਆਂ 'ਚ ਤੁਰੇ ਫਿਰਦੇ ਆ, ਕਿੱਥੇ ਪੁਲਿਸ ਦੇ ਦਰਾਂ 'ਤੇ ਠੋਕਰਾਂ ਖਾਣੇ ਫਿਰਦੇ ਆ ਜਾਓ, ਮੈਂ ਤੁਹਾਨੂੰ ਘਰੇ ਲੈ ਚੱਲਣਾ, ਤੁਹਾਨੂੰ ਰੱਖਦਾ, ਰਹਿਣ ਨੂੰ ਤਿਆਰ ਹੋ ਜਾਓਗੇ? ਨਹੀਂ, ਅਸੀਂ ਨਹੀਂ ਤਿਆਰ ਹੋਵਾਂਗੇ। ਵੂਮੈਨ ਸੈੱਲ ਵਾਲੀ ਲਵਪ੍ਰੀਤ ਕੌਰ ਕੋਲ ਸਾਡਾ ਕੇਸ ਗਿਆ ਸੀਗਾ, ਉੱਥੇ ਵੀ ਉਹਨਾਂ ਨੇ ਉੱਥੇ ਵੀ ਤਾਂ ਕਹਿ ਸਕਦੇ ਕਿ ਹਾਂ ਤੂੰ ਮੇਰੀ ਧੀ ਹੈ ਤੇ ਆ ਕੇ ਰਹਿ ਮੇਰੇ ਨਾਲ ਘਰੇ। ਤੇ ਮੈਂ ਉਹ ਪਿਆਰ ਨਾਲ ਬੱਚੇ ਨੂੰ ਸਮਝਾਇਆ ਜਾਵੇ ਤੇ ਬੱਚਾ ਰਹਿ ਸਕਦਾ। ਜਦੋਂ ਉਸ ਦਿਨ ਉਹ ਮੈਨੂੰ ਇਨਕਾਰ ਕਰ ਰਹੇ ਸੀਗੇ ਆਉਣ ਤੋਂ, ਤੇ ਫਿਰ ਮੈਂ ਅੱਜ ਕਿਵੇਂ ਚੱਲ ਜਾ? ਮੈਂ ਆਪਦੀ ਮਾਂ ਨਾਲ ਹੀ ਖੜੀ ਰਹਿਣਾ। ਕਿੰਨਾ ਟਾਈਮ ਹੋ ਗਿਆ ਬਾਪ ਤੋਂ ਲੱਗ ਰਹਿੰਦੇ ਨੂੰ? ਸਾਨੂੰ 6 ਮਹੀਨੇ ਹੋ ਚੱਲੇ ਆ। ਪਰ ਪਹਿਲਾਂ ਤਾਂ ਬਾਪ ਠੀਕ ਸੀ, ਤੁਹਾਡੇ ਨਾਲ ਵਰਤਦਾ ਸੀ? ਨਹੀਂ, ਪਹਿਲਾਂ ਵੀ ਨਹੀਂ। ਪਹਿਲਾਂ ਇੱਕ ਧੱਕੇ ਨਾਲ ਜਿਵੇਂ ਕਹਿ ਲਓ ਬੰਦੇ ਨੂੰ ਬਿਠਾਇਆ ਜਾਂਦਾ ਸੀ, ਉਵੇਂ ਸੀ। ਬਾਪ ਨੇ ਕਿਤੇ ਬਾਪ ਵਾਲਾ ਫਰਜ਼ ਅਦਾ ਕੀਤਾ, ਪਿਆਰ ਕੀਤਾ? ਬੱਚਿਆਂ ਨੂੰ ਬੜਾ ਪਿਆਰ ਕਰਦੇ ਨੇ ਮਾਂ-ਬਾਪ। ਜਦੋਂ ਵੀ ਕਿਤੋਂ ਬਾਹਰੋਂ ਆਉਂਦਾ ਬਾਪ ਖਿੱਚ ਕੇ ਸੀਨੇ ਨਾਲ ਲਾਉਂਦਾ ਕਿ ਮੇਰਾ ਧੀ ਆ, ਪੁੱਤ ਆ। ਕਿਤੇ ਬਾਪ ਨੇ ਫਰਜ਼ ਅਦਾ ਕੀਤਾ? ਨਹੀਂ, ਅੱਜ ਤੱਕ ਮੇਰੇ ਪਾਪਾ ਨੇ ਕੋਈ ਫਰਜ਼ ਅਦਾ ਨਹੀਂ ਕੀਤਾ। ਮੇਰੀ ਮਾਂ ਹੀ ਸਾਰਾ ਕੁਝ ਹੈ ਮੇਰੇ ਲਈ। ਅੱਜ ਤਾਂ ਹੀ ਮੈਂ ਮਾਂ ਨਾਲ ਸਟੈਂਡ ਰਿਹਾ ਹੋਇਆ। ਪਰ ਰੱਬ ਨਾ ਕਰੇ ਜੇ ਕੁਛ ਮਾਂ ਨੂੰ ਕੁਛ ਹੋ ਗਿਆ, ਫਿਰ ਤੁਹਾਡਾ ਕੌਣ ਆ? ਮੇਰਾ ਫਿਰ ਇਸ ਦੁਨੀਆ ਤੇ ਕੋਈ ਨਹੀਂ। ਬਸ ਮੈਂ ਆਪਦਾ ਭਰਾ ਤੇ ਮੇਰੀ ਮਾਂ ਵਾਸਤੇ ਇਹੋ ਹੀ ਦੋ ਮੇਰੇ ਨਾਲ ਅੱਜ ਖੜੇ ਆ ਤੇ ਇਹਨਾਂ ਨਾਲ ਹੀ ਮੈਂ ਖੜੀ ਰਹਿਣਾ। ਹੁਣ ਤੁਸੀਂ ਚਾਹੁੰਦੇ ਕਿਉਂ? ਮਾਂ ਦਾ ਵਿਚਾਰੀ ਬਹੁਤ ਟੱਕਰਾਂ ਮਾਰ ਕੇ ਹਟ ਗਈ, ਕਿਤੋਂ ਇਨਸਾਫ ਨਹੀਂ ਮਿਲਿਆ, ਕੀ ਚਾਹੁੰਦੇ ਹੋ ਤੁਸੀਂ? ਸਾਨੂੰ ਬਸ ਸਾਡਾ ਹੱਕ ਦਿੱਤਾ ਜਾਵੇ। ਉਹ ਵੀ ਸੋਚਣ ਕਿ ਹਾਂ ਸਾਡੇ ਬੱਚੇ ਆ, ਐਡੇ ਵੱਡੇ ਕੀਤੇ ਆ ਤੇ ਅਸੀਂ ਹੁਣ ਇਹਨਾਂ ਨੂੰ ਮਾਰ ਕੇ ਤਾਂ ਨਹੀਂ ਸੁੱਟ ਸਕਦੇਗੇ। ਮਾੜਾ ਮੋਟਾ ਤਾਂ ਕੁਝ ਖਿਆਲ ਕਰਨਾ। ਪਰ ਚਲੋ ਮਿਲਣਾ ਚਾਹੀਦਾ ਹੱਕ, ਮੈਂ ਵੀ ਇਹ ਗੱਲ ਕਹਿਣਾ। ਪਰ ਜਿੰਨਾ ਟਾਈਮ ਤੁਹਾਨੂੰ ਹੱਕ ਨਹੀਂ ਮਿਲਦਾ, ਕੋਈ ਜ਼ਮੀਨ ਜਾਇਦਾਦ ਤੁਹਾਡੇ ਕੋਲੇ ਨਹੀਂ, ਕਮਾਈ ਦਾ ਸਾਧਨ ਤੁਹਾਡੇ ਕੋਲੇ ਨਹੀਂ, ਪੜ੍ਹ ਤੁਸੀਂ ਰਹੇ ਹੋ, ਵੱਡੀਆਂ ਫੀਸਾਂ ਤੁਸੀਂ ਭਰਨੀਆਂ, ਫਿਰ ਗੁਜ਼ਾਰਾ ਕਿਵੇਂ ਹੋਊਗਾ ਸਾਰਾ ਇਹ? ਅਸੀਂ ਹੁਣ ਇੱਕ ਵਾਰ ਤਾਂ ਧਾਗਿਆਂ ਦੀ ਫੈਕਟਰੀ ਵਿੱਚ ਕੰਮ ਕਰਦੇ, ਬਟ ਇਹ ਵੀ 5000 ਤਨਖਾਹ ਕੋਈ ਜ਼ਿਆਦਾ ਨਹੀਂ ਹੁੰਦੀ ਤੇ ਫੀਸ ਅੱਗੋਂ ਇੰਨੀ ਭਰਨੀ ਹੈ। ਪੜ੍ਹ ਵੀ ਰਹੇ ਹੋ? ਹਾਂਜੀ, 에ਅਰ ਹੋਸਟਸ ਦਾ ਕੋਰਸ ਕਰ ਰਹੀ ਹਾਂ ਮੈਂ। ਨਾਲ ਤੁਸੀਂ ਧਾਗਾ ਫੈਕਟਰੀ 'ਚ ਵੀ ਜਾਂਦੇ ਹੋ? ਹਾਂਜੀ ਹਰ ਰੋਜ਼ ਜਾਂਦੇ ਹੋ? ਹਾਂਜੀ। ਕਿੰਨੇ ਘੰਟੇ ਕੰਮ ਕਰਦੇ ਹੋ? ਉੱਥੇ ਦਿਨੇ 7 ਵਜੇ ਤੋਂ ਲੈ ਕੇ ਸ਼ਾਮੀ 7 ਵਜੇ ਤੱਕ। ਮੰਮੀ ਵੀ ਨਾਲ ਹੁੰਦੀ ਹੈ? ਹਾਂਜੀ ਦੋਨੇ ਜਾਣੇ? ਹਾਂਜੀ। ਬ੍ਰਦਰ ਕਿੱਥੇ ਲੱਗਿਆ? ਬ੍ਰਦਰ ਦੁਕਾਨ ਵਿੱਚ ਕੰਮ ਕਰਦਾ ਹੈ।
ਤੇ ਨਾਲ ਦੀ ਨਾਲ ਫਿਰ ਪੜ੍ਹਾਈ ਕਿਵੇਂ ਕਰਦੇ ਹੋ? ਔਖਾ ਨਾਲੇ ਕੰਮ ਕਰਨਾ ਨਾਲੇ ਪੜ੍ਹਾਈ ਕਰਨੀ। ਆਨਲਾਈਨ ਕਲਾਸ ਲੱਗਦੀ ਹੈ, ਕੰਨਾਂ ਵਿੱਚ ਏਅਰਫੋਨ ਲਾ ਕੇ ਤੇ ਕਲਾਸ ਲਗਾਈ ਦੀ, ਨਾਲ ਨਾਲ ਕੰਮ ਕਰੀਦਾ। ਕਦੇ ਦੁੱਖ ਨਹੀਂ ਹੁੰਦਾ ਆਪਣੇ ਆਪ ਨੂੰ? ਕਦੇ ਇਕੱਲੇ ਬੈਠ ਕੇ ਸੋਚਦੇ ਹੋਵੋਗੇ ਸਾਡਾ ਬਾਪ ਹੁੰਦਾ, ਮਾਂ ਹੁੰਦਾ, ਘਰ ਸਾਡਾ ਖੁਸ਼ਹਾਲ ਹੋਣਾ ਸੀ, ਦੁੱਖ ਜਿਹਾ ਨਹੀਂ ਹੁੰਦਾ ਸਾਰੀ ਗੱਲਬਾਤ ਸੋਚ ਕੇ ਸਮਝ ਕੇ ਇਹਨੂੰ ਜਦੋਂ ਵਿਚਾਰਦੇ ਹੋਵੋਗੇ ਮਨ ਨੂੰ ਠੇਸ ਤੇ ਦੁੱਖ ਜਿਹਾ ਨਹੀਂ ਪਹੁੰਚਦਾ? ਹਾਂਜੀ, ਫੀਲ ਤਾਂ ਹੁੰਦਾ ਜਿੱਥੇ ਬਾਕੀ ਬੱਚੇ ਮਾਂ-ਬਾਪ ਦੇ ਪੈਸੇ ਕਮਾਈ ਤੇ ਆਪ ਪੜ੍ਹਾਈ ਕਰ ਰਹੇ, ਉੱਥੇ ਅਸੀਂ ਆਪ ਕਮਾਈ ਕਰਕੇ ਆਪਦੀ ਪੜ੍ਹਾਈ ਕਰ ਰਹੇ ਹਾਂ। ਬਿਲਕੁਲ ਜੀ, ਦੁੱਖ ਤਾਂ ਹੁੰਦਾ ਹੈ। ਅਮਰਤਪਾਲ ਕੌਰ ਇਹ ਕਹਿ ਰਹੀ ਹੈ, ਕੁਲਵਿੰਦਰ ਕੌਰ ਦੀ ਧੀ ਹੈ, ਸੁਖਦੀਪ ਸਿੰਘ ਆ ਬੇਟਾ, ਇੱਕ ਵੱਡੀ ਬੇਟੀ ਹੈ, ਉਹ ਕਿਤੇ ਕੰਮ ਕਰਦੀ ਹੈ ਵੱਡੀ ਬੇਟੀ। ਉਹਦੀ ਮੈਰਿਜ ਹੋਈ ਹੈ। ਉਹ ਜਦੋਂ ਉਹਦੀ ਮੈਰਿਜ ਹੋਈ ਆ ਉਦੋਂ ਤੁਹਾਡਾ ਬਾਪ ਨਾਲ ਸੀ, ਉਹਨੇ ਆਪਣਾ ਫਰਜ਼ ਅਦਾ ਕੀਤਾ ਜੀ? ਨਹੀਂ ਜੀ, ਉਹਦੀ ਮੈਰਿਜ ਮੈਂ ਮਲੇਸ਼ੀਆ ਵਿੱਚ ਕੀਤੀ ਸੀ। ਇੱਥੇ ਤਾਂ ਕੋਈ ਨਹੀਂ ਸੀ ਮੈਰਿਜ ਕਰਨ ਨੂੰ ਮੰਨਦਾ ਵੀ ਨਹੀਂ ਸੀ, ਤੇ ਮੈਂ ਮਲੇਸ਼ੀਆ 'ਚ ਮੈਰਿਜ ਕੀਤੀ ਸੀ। ਅੱਛਾ, ਤੁਸੀਂ ਮਲੇਸ਼ੀਆ ਗਏ ਸੀ? ਜੀ ਮੈਂ 4 ਸਾਲ ਮਲੇਸ਼ੀਆ ਲਾ ਕੇ ਆਈ। ਬੇਟੀ ਵੀ ਨਾਲ ਸੀ? ਜੀ ਬੇਟੀ ਮੇਰੇ ਨਾਲ ਸੀ। ਅੱਛਾ, ਜਦੋਂ ਤੁਸੀਂ ਹਾਂ ਤੁਹਾਡੀ ਪਰਤ ਦਰ ਪਰਤ ਗੱਲ ਖੁੱਲ੍ਹਦੀ ਹੈ ਨਾ, ਜਦੋਂ ਤੁਸੀਂ ਮਲੇਸ਼ੀਆ ਗਏ ਤਾਂ ਉਹ ਤੁਸੀਂ ਆਪਣੇ ਹਸਬੈਂਡ ਦੀ ਸਹਿਮਤੀ ਨਾਲ, ਆਪਣੇ ਪਤੀ ਦੀ ਸਹਿਮਤੀ ਨਾਲ ਗਏ ਸੀ? ਜੀ ਮੈਂ ਆਪਣੀ ਸੱਸ ਦੀ ਸਹਿਮਤੀ ਨਾਲ ਗਈ ਸੀ। ਹਸਬੈਂਡ ਨੇ ਤੇ ਅੱਜ ਤੱਕ ਨਾ ਕਿਸੇ ਕੰਮ 'ਚ ਸਾਥ ਦਿੱਤਾ ਤੇ ਨਾ ਉਹਨੇ ਕਦੀ ਕਿਹਾ। ਬੱਚਿਆਂ ਦੀ ਪੜ੍ਹਾਈ ਰੁਕ ਗਈ ਤੇ ਕਹਿੰਦਾ ਸੀ ਰੁਕ ਗਈ ਤਾਂ ਕੋਈ ਨਹੀਂ ਗਾ, ਤੇ ਮੈਂ ਬੱਚਿਆਂ ਦੀ ਪੜ੍ਹਾਈ ਖਾਤਰ ਗਈ ਸੀ। ਤੇ 4 ਸਾਲ ਮੈਂ ਜਿੰਨਾ ਪੈਸਾ ਕਮਾਇਆ ਮੈਂ ਆਪਣੀ ਸੱਸ ਦੇ ਨਾਂ ਤੇ ਹੀ ਪਾਇਆ, ਜਿਹਦਾ ਅੱਜ ਮੈਨੂੰ ਕੋਈ ਹਿਸਾਬ ਤੇ ਕੋਈ ਕੁਝ ਨਹੀਂ ਮਿਲਿਆ। ਸਿਰਫ ਮੇਰੇ ਪਰਮਾਤਮਾ ਦੀ ਦੇਣ ਆ ਕਿ ਅੱਜ ਮੇਰੇ ਨਾਲ ਮੇਰੇ ਬੱਚੇ ਖੜੇ ਆ। ਨਹੀਂ, ਬੱਚੇ ਤਾਂ ਖੜੇ ਆ, ਪਰ ਜੇ ਗੱਲ ਕਰੀਏ ਆਪਾਂ ਦੂਜੇ ਪਾਸੇ, ਤੁਸੀਂ ਆਪਣੀ ਸੱਸ ਦੀ ਸਹਿਮਤੀ ਨਾਲ ਮਲੇਸ਼ੀਆ ਚਲੇ ਗਏ, ਪਤੀ ਦੀ ਸਹਿਮਤੀ ਨਹੀਂ ਲਈ, ਤੁਹਾਡੀ ਵੀ ਗਲਤੀ ਨਹੀਂ ਕਿਤੇ? ਜੀ ਉਹਨਾਂ ਨੇ ਸ਼ੁਰੂ ਤੋਂ ਹੀ ਨਹੀਂ ਕਦੇ ਕੋਈ ਸਾਥ ਦਿੱਤਾ, ਸ਼ੁਰੂ ਤੋਂ ਹੀ। ਮਰ ਗਈ ਆ ਜਾਂ ਜਿਉਂਦੀ ਆ, ਮੇਰੇ ਤਿੰਨੋਂ ਬੱਚੇ ਤਿੰਨੇ ਵੱਡੇ ਪ੍ਰਸ਼ਨਾਂ ਨਾਲ ਹੋਏ ਆ। ਉਹ ਅੱਜ ਤੱਕ ਆਪਣੇ ਬੱਚਿਆਂ ਨੂੰ ਹਫਤਾ ਹਸਪਤਾਲ ਨਹੀਂ ਸੀ ਦੇਖਣ ਗਏ ਵੀ ਮੇਰੇ ਘਰ ਬੱਚਾ ਹੋਇਆ। ਤੁਹਾਨੂੰ ਵੀ ਪਤਾ ਜਦੋਂ ਕਿਸੇ ਦੇ ਘਰ ਕੋਈ ਬੱਚਾ ਜਨਮ ਲੈਂਦਾ ਕਿੰਨਾ ਚਾਹ ਹੁੰਦਾ। ਤਿੰਨਾਂ ਬੱਚਿਆਂ ਚੋਂ ਇੱਕ ਬੱਚੇ ਨੂੰ ਹਸਪਤਾਲ ਤੱਕ ਨਹੀਂ ਦੇਖਣ ਗਏ। ਨਹੀਂ, ਚਲੋ ਗੁੱਡੀਆਂ ਮੌਕੇ, ਧੀਆਂ ਮੌਕੇ ਹੋ ਸਕਦਾ ਉਹ ਨਿਰਾਸ਼ ਹੋਵੇ ਕਿਤੇ ਵੀ ਪੁੱਤਰ ਨਹੀਂ ਹੋਇਆ, ਜਦੋਂ ਪੁੱਤਰ ਹੋਇਆ ਉਦੋਂ ਤਾਂ ਗਿਆ ਹੋਊਗਾ ਨਾ? ਨਹੀਂ ਜੀ, ਪੁੱਤਰ ਹੋਏ ਤਾਂ ਵੀ ਸਗੋਂ ਉਲਟਾ ਸ਼ਰਾਬ ਪੀ ਕੇ ਰੋ ਰਿਹਾ ਸੀ ਕਿ ਮੇਰੇ ਘਰ ਪੁੱਤਰ ਹੋ ਗਿਆ। ਤੇ ਜਿਸ ਦਿਨ 11 ਦਿਨ ਦਾ ਮੈਂ ਹਸਪਤਾਲ ਤੋਂ ਲੈ ਕੇ ਗਈ ਸੀ ਨਾ, ਤੇ ਮੇਰੇ ਗੋਦੀ 'ਚੋਂ ਉਠਾ ਕੇ ਤੇ ਫੱਟੇ ਦੇ ਉੱਤੇ ਫੈਂਕ ਦਿੱਤਾ ਸੀ, ਤੇ 10 ਮਿੰਟ ਬਾਅਦ ਮੇਰੇ ਬੱਚੇ ਦਾ ਸਾਹ ਮੁੜਿਆ ਸੀ, ਇਸ ਬੇਟੇ ਦਾ। ਜੀ, ਤਾਂ ਦਰਸ਼ਕੋ ਇਹ ਪਰਿਵਾਰ ਦਾ ਦਰਦ ਹੈ, ਦਰਦ ਦੀ ਦਾਸਤਾਨ ਹੈ, ਪਰਿਵਾਰ ਦੀ ਕਹਾਣੀ ਹੈ। ਕੁਲਵਿੰਦਰ ਕੌਰ ਨੇ ਜੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕੀਤੀ ਆ, ਅਸੀਂ ਉਹ ਪੂਰੀ ਹਕੀਕਤ ਸੁਣਾਈ ਆ, ਕਿਉਂਕਿ ਉਸ ਵੀਡੀਓ ਦੇ ਵਿੱਚ ਕੁਝ ਵੀ ਸਪਸ਼ਟ ਨਹੀਂ ਹੋ ਰਿਹਾ ਸੀ ਕਿ ਇਹ ਔਰਤ ਕਿਉਂ ਜਿਹੜੀ ਸਰਕਾਰ ਨੂੰ ਇਸ ਤਰ੍ਹਾਂ ਜਿਹੜੀ ਕਹਿ ਰਹੀ ਹੈ, ਕਿਉਂ ਪੰਜਾਬ ਪੁਲਿਸ ਨੂੰ ਇਸ ਤਰ੍ਹਾਂ ਕਹਿ ਰਹੀ ਹੈ, ਕਿਉਂ ਮੀਡੀਆ ਨੂੰ ਕਹਿ ਰਹੀ ਹੈ। ਉਸ ਵੀਡੀਓ ਵਿੱਚ ਕੁਝ ਵੀ ਸਪਸ਼ਟ ਨਹੀਂ ਹੋ ਰਿਹਾ ਸੀ। ਇਹ ਸਪਸ਼ਟ ਗੱਲ ਕਰਨ ਵਾਸਤੇ ਅਸੀਂ ਇਸ ਔਰਤ ਕੁਲਵਿੰਦਰ ਕੌਰ ਔਰ ਇਹਨਾਂ ਦੋਨਾਂ ਬੱਚਿਆਂ ਕੋਲ ਪਹੁੰਚੇ ਸੀ। ਬੱਚਿਆਂ ਨੇ ਵੀ ਦਰਦ ਬਿਆਨ ਕੀਤਾ ਕਿ ਕਿਸ ਤਰ੍ਹਾਂ ਬਾਪ ਸਾਡੇ ਨਾਲ ਸਲੀਕਾ ਕਰਦਾ, ਕਿਸ ਤਰ੍ਹਾਂ ਬਾਪ ਨੇ ਆਪਣਾ ਫਰਜ਼ ਅਦਾ ਨਹੀਂ ਕੀਤਾ। ਇਹ ਔਰਤ ਕੁਲਵਿੰਦਰ ਕੌਰ ਦੱਸਦੀ ਹੈ ਕਿ ਮੇਰੇ ਪਤੀ ਨੇ ਪਤੀ ਹੋਣ ਦਾ ਫਰਜ਼ ਹੀ ਨਹੀਂ ਅਦਾ ਕੀਤਾ, ਉਹ ਮੇਰੇ ਨਾਲ ਰਿਹਾ ਹੀ ਨਹੀਂ। ਕਿਸ ਤਰ੍ਹਾਂ ਮੇਰੇ ਤੇ ਐਲੀਗੇਸ਼ਨ ਦੋਸ਼ ਲਾਉਂਦਾ ਰਿਹਾ ਕਿ ਇਹ ਜੇ ਧੀ ਹੋਈ ਹੈ ਕਿਹਦੀ ਹੈ। ਦੇਖੋ, ਇੱਕ ਬਾਪ ਇੱਕ ਆਪਣੀ ਧੀ ਦੇ ਜਨਮ ਤੇ ਆਪਣੀ ਪਤਨੀ ਤੇ ਏਡੇ ਵੱਡੇ ਦੋਸ਼ ਲਾਉਂਦਾ ਹੈ ਤੇ ਉਸ ਔਰਤ ਤੇ ਕੀ ਬੀਤਦੀ ਹੋਵੇਗੀ। ਉਸ ਔਰਤ ਨੂੰ ਸੱਚ ਸਾਬਤ ਕਰਨ ਵਾਸਤੇ ਕਿ ਇਹ ਧੀ ਤੇਰੀ ਹੈ, ਉਹਨੂੰ DNA ਟੈਸਟ ਕਰਵਾਉਣਾ ਪੈਂਦਾ ਹੈ। ਦੇਖੋ ਕਿੱਡਾ ਵੱਡਾ ਦਰਦ ਹੈ ਇਸ ਔਰਤ ਦਾ, ਕਿਉਂਕਿ DNA ਟੈਸਟ ਤਾਂ ਕਰਵਾਉਂਦੀ ਹੈ ਕਿ ਮੈਂ ਉਸ ਘਰ ਵਿੱਚ ਵਸਦੀ ਰਵਾਂ। ਬੱਚੇ ਹਮੇਸ਼ਾ ਆਪਣੇ ਮਾਂ-ਬਾਪ ਬਾਰੇ ਸੋਚਦੇ ਨੇ, ਮਾਂ-ਬਾਪ ਬੱਚਿਆਂ ਬਾਰੇ ਸੋਚਦਾ ਹੈ ਕਿ ਬੱਚੇ ਮੇਰੇ ਪੜ੍ਹ ਲਿਖ ਜਾਣ, ਸਾਡਾ ਨਾਮ ਰੋਸ਼ਨ ਕਰਨ, ਔਰ ਬੱਚੇ ਵੀ ਇਹੀ ਸੋਚਦੇ ਆ ਕਿ ਅਸੀਂ ਪੜ੍ਹ ਲਿਖ ਕੇ ਮਾਪਿਆਂ ਦਾ ਨਾਮ ਰੋਸ਼ਨ ਕਰੀਏ। ਅਸੀਂ ਜੋ ਮਾਪੇ ਸਾਡੇ 4 ਕਦਮ ਚੱਲ ਕੇ ਤਰੱਕੀ ਕੀਤੀ ਹੈ ਤੇ ਅਸੀਂ 6 ਕਦਮ ਚੱਲੀਏ, ਅਸੀਂ ਅੱਗੇ ਵਧੀਏ। ਪਰ ਇਹ ਬੱਚੇ ਆਪਣੇ ਬਾਪ ਤੇ ਦੋਸ਼ ਲਾਉਂਦੇ ਆ ਕਿ ਸਾਡੇ ਬਾਪ ਨੇ ਗੈਰ ਔਰਤਾਂ ਰੱਖੀਆਂ, ਗੈਰ ਔਰਤਾਂ ਨਾਲ ਸੰਬੰਧ ਹੈ, ਸਾਡੇ ਬਾਪ ਨੇ ਸਾਡੀ ਚਾਚੀ ਦੇ ਨਾਲ ਗੈਰ ਸੰਬੰਧ ਬਣਾਇਆ, ਸਾਡਾ ਘਰ ਇਸ ਤਰ੍ਹਾਂ ਉਜੜਦਾ ਹੈ, ਸਾਡਾ ਕਿਸ ਤਰ੍ਹਾਂ ਅਸੀਂ ਆਪਣਾ ਪਾਈ ਜੋੜ ਕੇ ਰੁਪਈਆ ਜੋੜ ਕੇ ਆਪਣੀ ਅੰਥਨ ਮਿਹਨਤ ਕਰਕੇ ਅਸੀਂ ਘਰ ਬਣਾਇਆ, ਕਿਸ ਤਰ੍ਹਾਂ ਉਹਦੇ ਵਿੱਚੋਂ ਚੁੱਕ ਕੇ ਸਮਾਨ ਵੇਚਿਆ ਜਾ ਰਿਹਾ। ਉਹ ਕਹਿੰਦੀ ਕਿ ਅਸੀਂ ਘਰ ਬਣਾਇਆ, ਉੱਥੇ ਰਹੇ, ਪਰ ਉੱਥੇ ਵੀ ਸਾਨੂੰ ਰਹਿਣ ਨਹੀਂ ਦਿੱਤਾ ਗਿਆ। ਇਹ ਔਰ ਦੱਸਦੀ ਹੈ ਕਿ 2 ਮਹੀਨੇ ਤੋਂ ਅਸੀਂ ਘਰ ਤੋਂ ਨਿਕਲੇ ਹਾਂ, 1 ਮਹੀਨਾ ਕਿਸੇ ਘਰ 'ਚ ਰਹੇ ਹਾਂ, ਪਰ ਉੱਥੇ ਵੀ ਉਸ ਘਰ ਵਾਲਿਆਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ। ਉਸ ਘਰ ਵਾਲਿਆਂ ਨੇ ਅੱਕ ਕੇ ਸਾਨੂੰ ਘਰੋਂ ਬਾਹਰ ਕੱਢਤਾ। ਇੱਕ ਚੰਗੀ ਜ਼ਿੰਦਗੀ ਫਿਰ
ਜਿਉਣ ਦੀ ਆਸ ਨਾਲ ਬੱਚੇ ਜਿਉਂਦੇ ਰਹਿਣ, ਬੱਚੇ ਪੜ੍ਹ ਲਿਖ ਜਾਣ, ਬੱਚੇ ਕੁਝ ਬਣ ਜਾਣ। ਬੱਚਿਆਂ ਦਾ ਸਹਾਰਾ ਬਣ ਰਹੀ ਹੈ ਇਹ ਔਰਤ, ਬੱਚਿਆਂ ਦੇ ਸਹਾਰੇ ਜਿਉਂ ਰਹੀ ਹੈ। ਲੁਧਿਆਣਾ ਸ਼ਹਿਰ 'ਚ ਆ ਗਈ। ਅੱਜ ਅਸੀਂ ਲੁਧਿਆਣਾ ਸ਼ਹਿਰ 'ਚ ਹੀ ਬੈਠੇ ਹਾਂ। ਕਿਤੇ ਬਾਰ-ਬਾਰ ਆਏ ਸੀ ਗੱਲਬਾਤ ਕਰਨ ਵਾਸਤੇ, ਇਹਨਾਂ ਨੂੰ ਬੁਲਾਇਆ ਸੀ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਬਹੁਤ ਸ਼ੋਰ ਸ਼ਰਾਬਾ, ਕਿਤੇ ਸ਼ਾਂਤਮਈ ਮਾਹੌਲ 'ਚ ਜਾ ਕੇ ਇਹਨਾਂ ਨਾਲ ਗੱਲਬਾਤ ਕਰੀਏ। ਤਾਂ ਲੁਧਿਆਣੇ ਸ਼ਹਿਰ 'ਚ ਕਿਰਾਏ ਦੇ ਕਮਰੇ 'ਚ ਰਹਿ ਰਹੀ ਹੈ, 5-5 4-4 ਹਜ਼ਾਰ ਰੁਪਏ ਤੇ ਨੌਕਰੀ ਕਰਦੀ ਹੈ ਧੀ ਨੂੰ ਨਾਲ ਲੈ ਕੇ। ਜਿਸ ਧੀ ਨੇ ਸਿਰਫ ਪੜ੍ਹਨਾ ਸੀ, ਜਿਸ ਧੀ ਨੇ ਪੜ੍ਹਾਈ ਕਰਕੇ ਮਾਂ-ਬਾਪ ਦਾ ਨਾਂ ਰੋਸ਼ਨ ਕਰਨਾ ਸੀ, ਜੋ ਮਾਪੇ ਕਹਿੰਦੇ ਆ ਕਿ ਮੇਰੀ ਧੀ ਘਰ ਤੋਂ ਬਾਹਰ ਨਾ ਜਾਵੇ, ਸਾਡਾ ਸਾਥ ਦੇਵੇ, ਸਾਡੇ ਨਾਲ ਰਵੇ, ਪੜ੍ਹ ਲਿਖ ਜਾਵੇ। ਮਾਪੇ ਆਪਣੀਆਂ ਧੀਆਂ ਨੂੰ ਪੜ੍ਹਾਉਣ ਵਾਸਤੇ ਸਕੂਲ ਕਾਲਜਾਂ ਤੱਕ ਨਾਲ ਜਾਂਦੇ ਨੇ, ਪਰ ਉਸ ਬਾਪ ਨੇ ਇਹਨਾਂ ਦਾ ਸਹਾਰਾ ਛੱਡਤਾ, ਇਸ ਦਾ ਹੱਥ ਛੱਡਤਾ, ਇਹਨਾਂ ਦੀ ਬਾਂਹ ਨਹੀਂ ਫੜੀ। ਇਹ ਆ ਕੇ ਲੁਧਿਆਣਾ ਸ਼ਹਿਰ 'ਚ ਰਹਿਣ ਲੱਗ ਗਏ। ਇਹ ਧੀ ਖੁਦ ਧਾਗਾ ਫੈਕਟਰੀ 'ਚ ਜਾ ਕੇ ਆਪਣੀ ਪੜ੍ਹਾਈ ਜੋਗੀ ਫੀਸ ਇਕੱਠੀ ਕਰਦੀ ਹੈ ਕਿ ਮੈਂ ਕੁਝ ਬਣ ਜਾਵਾਂ। 에ਅਰ ਹੋਸਟਲ ਦਾ ਕੋਰਸ ਕਰ ਰਹੀ ਹੈ। ਬੱਚਾ ਤਾਂ ਵਿਚਾਰਾ ਪੜ੍ਹ ਰਿਹਾ। ਕੀ ਬਣੇਗਾ ਸਾਡੇ ਸਮਾਜ ਦਾ, ਕੀ ਹੋਵੇਗਾ? ਜਿਹੜੇ ਬਾਪ ਆਪਣੀ ਜ਼ਿੰਮੇਵਾਰੀ ਤੋਂ ਇਸ ਤਰ੍ਹਾਂ ਭੱਜ ਗਏ ਤਾਂ ਆਮ ਲੋਕਾਂ ਦਾ ਕੀ ਬਣੇਗਾ? ਮਾਂ ਬਾਪ ਆਪਣੇ ਬੱਚਿਆਂ ਨੂੰ ਛੱਡ ਕੇ ਇਸ ਤਰ੍ਹਾਂ ਭੱਜਦੇ ਤਾਂ ਇਹਨਾਂ ਬੱਚਿਆਂ ਦਾ ਕੀ ਬਣੇਗਾ? ਇਹ ਮਾਂ ਕਿੰਨਾ ਟਾਈਮ ਇਹਨਾਂ ਬੱਚਿਆਂ ਨੂੰ ਲੈ ਕੇ ਦਰ-ਦਰ ਦੀਆਂ ਠੋਕਰਾਂ ਖਾਂਦੀ ਰਹੇਗੀ? ਔਰ ਉਹ ਕਹਿੰਦੀ ਮੈਂ ਇਨਸਾਫ ਦੇ ਦਰ 'ਤੇ ਜਾ ਕੇ ਅੱਕ ਗਈਆਂ। ਅੱਜ ਇਨਸਾਫ ਦੀ ਕੋਈ ਉਮੀਦ ਬਾਕੀ ਨਹੀਂ ਬਚੀ, ਸਰਕਾਰ ਤੋਂ ਉਮੀਦ ਨਹੀਂ ਬਚੀ। ਉਹ ਕਹਿੰਦੀ ਕਿ ਪੁਲਿਸ ਤੇ ਸਰਕਾਰ ਚਾਹੁੰਦੀ ਹੈ ਕਿ ਮੇਰਾ ਕਤਲ ਹੋਵੇ। ਕਰੋਨਾ ਵਾਇਰਸ ਕਰਕੇ ਵੀ ਉਹਨੇ ਗੱਲ ਕੀਤੀ ਹੈ ਕਿ ਕਰੋਨਾ ਵਾਇਰਸ ਨਾਲ ਉਨੀਆਂ ਮੌਤਾਂ ਨਹੀਂ ਹੋਈਆਂ ਜਿੰਨੀਆਂ ਹੁਣ ਕਤਲੋਗਾਰਦ ਹੋ ਰਹੀ ਆ। ਉਹ ਕਹਿੰਦੀ ਕਤਲ ਹੋਣ ਦੇ ਨਾਲ ਕਹਿੰਦੀ ਪੁਲਿਸ ਨੂੰ ਫਾਇਦਾ ਹੈ, ਸਰਕਾਰਾਂ ਨੂੰ ਫਾਇਦਾ ਹੈ। ਇਸ ਭੈਣ ਕੁਲਵਿੰਦਰ ਕੌਰ ਨੇ ਦੋਸ਼ ਲਾਇਆ, ਕਹਿੰਦੀ ਕਤਲ ਹੋਣ ਤੋਂ ਬਾਅਦ ਪੁਲਿਸ ਮੋਟੇ ਪੈਸੇ ਲੈਂਦੀ ਹੈ। ਕਹਿੰਦੀ ਮੇਰਾ ਕਤਲ ਕਰਵਾਉਣਾ ਚਾਹੁੰਦੀ ਹੈ ਤੇ ਮੇਰੇ ਬੱਚੇ ਪੰਜਾਬ ਸਰਕਾਰ ਤੇ ਪੁਲਿਸ ਰੋਲਣਾ ਚਾਹੁੰਦੀ ਆ। ਉਹ ਕਹਿੰਦੀ ਮੈਂ ਬੱਚੇ ਇਸ ਤਰ੍ਹਾਂ ਨਹੀਂ ਰੋਲਣ ਦੇਵਾਂਗੀ। ਮੈਂ ਚਾਹੁੰਦੀ ਹਾਂ ਕਿ ਮੇਰੇ ਬੱਚਿਆਂ ਨੂੰ ਕੋਈ ਅਡਾਪਟ ਕਰ ਲਵੇ, ਗੋਦ ਲੈ ਲਵੇ ਤਾਂ ਮੈਂ ਮਰ ਜਾਵਾਂ। ਉਹ ਮਰਨਾ ਚਾਹੁੰਦੀ ਆ, ਆਪਣੀ ਮੌਤ ਮੰਗਦੀ ਆ। ਮੌਤ ਵੀ ਉੱਥੇ ਜਾ ਕੇ ਮੰਗਦੀ ਆ ਜਿੱਥੇ ਉਹ ਕਹਿੰਦੀ ਮੇਰੀ ਕੋਈ ਲਾਸ਼ ਵੀ ਨਾ ਚੱਕੇ। ਸੋ ਦਰਸ਼ਕੋ, ਅਸੀਂ ਵੀ ਉਮੀਦ ਕਰਦੇ ਹਾਂ ਪੰਜਾਬ ਸਰਕਾਰ ਤੋਂ, ਪੰਜਾਬ ਦੇ ਮੰਤਰੀ ਮੰਡਲ ਤੋਂ, ਅਧਿਕਾਰੀਆਂ ਤੋਂ, ਪੰਜਾਬ ਪੁਲਿਸ ਤੋਂ, ਸਾਡੇ ਕੈਪਟਨ ਸਾਹਿਬ ਤੋਂ ਕਿ ਇਸ ਪਰਿਵਾਰ ਨੂੰ ਇਨਸਾਫ ਜ਼ਰੂਰ ਦੇਣਗੇ। ਜੇਕਰ ਕੋਈ ਵੀ ਇਸ ਪਰਿਵਾਰ ਨੂੰ ਇਨਸਾਫ ਦਿਵਾ ਸਕਦਾ ਹੈ, ਇਸ ਪਰਿਵਾਰ ਦੇ ਨਾਲ ਖੜ ਸਕਦਾ ਹੈ, ਅਸੀਂ ਦੂਜਾ ਪੱਖ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਕੱਲੇ ਇਸ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਪੂਰੇ ਮਸਲੇ ਨੂੰ ਇੱਥੇ ਨਿਬੇੜਨ ਦੀ ਗੱਲ ਨਹੀਂ ਕਰਾਂਗੇ। ਅਸੀਂ ਜਿਸ ਪਰਿਵਾਰ ਤੇ, ਜਿਸ ਅੰਗਰੇਜ਼ ਸਿੰਘ ਤੇ ਔਰ ਭੈਣ ਕੁਲਵਿੰਦਰ ਕੌਰ ਆਪਣੀ ਸੱਸ ਤੇ ਦੋਸ਼ ਲਾ ਰਹੀ, ਅਸੀਂ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਸੱਚ ਕੀ ਹੈ, ਕਹਾਣੀ ਕੀ ਹੈ। ਤਾਂ ਦਰਸ਼ਕੋ, ਜੇਕਰ ਤੁਸੀਂ ਇਸ ਪਰਿਵਾਰ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦਾ ਨੰਬਰ ਜ਼ਰੂਰ ਨੋਟ ਕਰੋ, 99 157 86 145 9915786145 ਔਰ ਦੂਜਾ ਨੰਬਰ ਹੈ 62 836 49 670। ਇੱਕ ਵਾਰ ਫਿਰ ਇਹਨਾਂ ਦਾ ਨੰਬਰ ਨੋਟ ਕਰੋ, 99 157 86 145 62 836 49 670 ਇਸ ਪਰਿਵਾਰ ਦਾ ਨੰਬਰ ਹੈ। ਤਾਂ ਦਰਸ਼ਕੋ, ਜੋ ਕੁਲਵਿੰਦਰ ਕੌਰ ਔਰਤ ਨੇ ਵੀਡੀਓ ਵਾਇਰਲ ਕੀਤੀ ਆ, ਉਸਨੇ ਸਾਡੇ ਨਾਲ ਗੱਲਬਾਤ ਕੀਤੀ ਸੀ। ਦੱਸਿਆ ਸੀ ਕਿ ਮੈਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ, ਘਰੋਂ ਬਾਹਰ ਕੱਢਿਆ, ਦਾਜ ਦਹੇਜ ਦੀ ਪਿਛਲੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਮੇਰਾ ਪਤੀ ਮੇਰੀ ਕੁੱਟਮਾਰ ਕਰਦਾ ਹੈ, ਨਸ਼ੇ ਦਾ ਆਦੀ ਹੈ, ਮੇਰੀ ਸੱਸ ਵੀ ਮੇਰੀ ਕੁੱਟਮਾਰ ਕਰਦੀ ਹੈ। ਤਾਂ ਅਸੀਂ ਅੱਜ ਉਸ ਪਿੰਡ ਦੇ ਵਿੱਚ ਪਹੁੰਚੇ ਹਾਂ। ਸਾਡੇ ਨਾਲ ਮਾਤਾ ਪ੍ਰਕਾਸ਼ ਕੌਰ ਹੈ ਜੋ ਕਿ ਅੰਗਰੇਜ਼ ਸਿੰਘ ਦੀ ਮਾਤਾ ਹੈ ਔਰ ਕੁਲਵਿੰਦਰ ਕੌਰ ਦੀ ਸੱਸ ਹੈ। ਮਾਤਾ ਕਹਿੰਦੇ ਤੁਸੀਂ ਆਪਣੀ ਨੂੰਹ ਨੂੰ ਕੁੱਟ ਮਾਰ ਕੇ ਘਰੋਂ ਕੱਢਤਾ। ਉਹ ਕਹਿੰਦੀ ਮੈਂ ਦਰ ਦੀਆਂ ਠੋਕਰਾਂ ਖਾਨੀ ਫਿਰਦੀਆਂ, ਮੇਰੇ ਕੋਲ ਜਵਾਨ ਪੁੱਤ ਹੈ, ਜਵਾਨ ਧੀ ਆ, ਮੇਰੇ ਕੋਲ ਘਰ ਨਹੀਂ, ਕੁਛ ਰਹਿਣ ਨੂੰ ਥਾਂ ਨਹੀਂ। ਮੈਨੂੰ ਕਹਿੰਦੀ ਕੁੱਟ ਮਾਰ ਕੇ ਮੇਰੇ ਘਰ ਵਾਲੇ ਨੇ ਤੇ ਮੇਰੀ ਸੱਸ ਨੇ ਘਰੋਂ ਬਾਹਰ ਕੱਢਤਾ। ਕਿਉਂ ਕੱਢਤਾ ਮਾਤਾ ਘਰੋਂ? ਕੋਈ ਨਹੀਂ ਕੱਢਿਆ ਘਰੋਂ ਬਾਹਰ, ਘਰੋਂ ਤਾਂ ਸਾਨੂੰ ਉਹਨੇ ਮਾਂ ਪੁੱਤਾਂ ਨੂੰ ਕੱਢਿਆ ਹੈ। ਤੇ ਮੈਂ ਤੇ ਕਦੀ ਕਿਤੋਂ ਰੋਟੀ ਖਾਣੀ, ਕਦੀ ਮੈਂ ਕਿਤੋਂ ਖਾਣੀ, ਜਿੰਦਰੇ ਮਾਰ ਕੇ ਗਈ। ਹਰ ਇੱਕ ਸਮਾਨ ਉਹਦੇ ਕੋਲ ਆ, ਮੇਰੇ ਪੁੱਤ ਨੇ ਬਣਾ ਕੇ ਦਿੱਤਾ। ਗੱਡੀਆਂ ਤੇ ਧੱਕੇ ਖਾ ਕੇ, ਨੀਂਦਰੇ ਝਾਕ ਕੇ ਮੱਛਰਾਂ ਦੇ ਵਿੱਚ। ਫਿਰ ਸਾਊਦੀ ਅਰਬੇ ਗਿਆ, ਉੱਥੇ ਉਹਨੇ ਸੋਹਣੀ ਕਮਾਈ ਕੀਤੀ ਹੈ। ਦੂਰ ਮੇਰੀ ਨੂੰਹ ਨੂੰ ਚੀਜ਼ਾਂ ਉਹਨੇ ਬਣਾ ਕੇ ਦਿੱਤੀਆਂ, ਕਿਸੇ ਚੀਜ਼ ਦੀ ਉਹਨੇ ਤੰਗੀ ਨਹੀਂ ਆਉਣ ਦਿੱਤੀ। ਤੇ ਸਾਨੂੰ ਮਾਂ ਪੁੱਤਾਂ ਨੂੰ ਘਰੋਂ ਕੱਢਿਆ ਹੈ। ਮੈਂ ਬਿਮਾਰ ਰਹਿੰਦੀ ਹਾਂ, ਕਿਸੇ ਵੇਲੇ ਮੈਥੋਂ ਪੱਕਦੀ, ਕਿਸੇ ਵੇਲੇ ਮੈਥੋਂ ਨਹੀਂ ਪੱਕਦੀ। ਉਹ ਕਦੀ ਗੁਰਦੁਆਰੇ ਧੱਕੇ ਖਾਂਦਾ, ਕਦੀ ਕਿਸੇ ਰਿਸ਼ਤੇਦਾਰ ਦੇ ਖਾਂਦਾ ਹੈ, ਕਦੀ ਉਹ ਝੋਨਾ ਲਵਾਉਂਦਾ ਲੋਕਾਂ ਨਾਲ ਤੇ ਆਪਦਾ ਟਾਈਮ ਪਾਸ ਕਰਦਾ ਹੈ। ਕਹਿੰਦੇ ਮਾਤਾ ਪਿਛਲੇ 21 ਸਾਲ ਤੋਂ 20 ਸਾਲ ਤੋਂ ਜਦੋਂ ਦੀ ਉਹ ਵਿਆਹੀ ਹੈ ਕੁਲਵਿੰਦਰ ਕੌਰ, ਕਹਿੰਦੇ ਇੱਕ ਮੋਟਰਸਾਈਕਲ ਦੀ ਮੰਗ ਕੀਤੀ ਜਾ ਰਹੀ ਹੈ। ਕਹਿੰਦੇ ਮੇਰੇ ਮਾਪੇ ਉਹ ਕਹਿੰਦੀ ਦੇਣ ਜੋਗੇ ਨਹੀਂ ਦਾਜ ਦਹੇਜ, ਮੈਂ ਕਿੱਥੋਂ ਕਹਿੰਦੀ ਲਿਆਵਾਂ, ਮੈਨੂੰ ਕੁੱਟਮਾਰ ਕਰਦੇ ਕਹਿੰਦੀ।
ਕੁਛ ਨਹੀਂ ਅਸੀਂ ਮੰਗਿਆ, ਪਹਿਲਾਂ ਅਸੀਂ ਇੱਕ ਸਕੂਟਰੀ ਉਹਨੂੰ ਲੈ ਕੇ ਦਿੱਤੀ ਆ ਵੀ ਮਾਤਾ ਤੂੰ ਬਿਮਾਰ ਹੀ ਨਹੀਂ ਆ ਤੇ ਦਵਾ ਦਾਰੂ ਲਿਆਇਆ ਕਰੀ। ਉਹ ਇਹਦਾ ਰਿਵਾਜ ਨਹੀਂ, ਉਹ ਵੇਚ ਕੇ ਫਿਰ ਉਹਨੇ ਨਾ ਆਪਦੇ ਨਾਂ ਤੇ ਕਢਾਈ ਆ ਕਾਲੀ ਸਕੂਟਰੀ। ਹੁਣ ਤੱਕ ਮੈਂ ਆਪ ਕਿਸ਼ਤਾਂ ਤਾਰਦੀ ਰਹੀ, ਉਹ ਬਾਹਰ ਚਲੀ ਗਈ ਹੈ, ਬਾਹਰੋਂ ਸਾਨੂੰ ਕੋਈ ਪੈਸਾ ਨਹੀਂ ਆਇਆ। ਮੈਂ ਦੁੱਧ ਵੇਚ ਵੇਚ ਕੇ ਮੈਂ ਗੁਜ਼ਾਰਾ ਕਰਦੀ ਰਹੀ ਹਾਂ। ਕਦੀ ਮੈਂ ਕਿਸੇ ਤੋਂ ਵਿਆਜੀ ਫੜ ਲਾ, ਕਦੀ ਮੈਂ ਕਿਸੇ ਤੋਂ ਫੜ ਲਾ। ਤੇ ਮਟਿਆਰਾਂ ਧੀਆਂ ਤੇ ਉਹਦਾ ਪੁੱਤ ਮੈਂ ਪੜਾਇਆ ਏ। 7ਵੀਂ 8ਵੀਂ 'ਚ ਸੀ ਜਦੋਂ ਛੱਡ ਕੇ ਚਲੀ ਗਈ ਆ। ਹੁਣ +2 ਮੈਂ ਕੁੜੀ ਨੂੰ ਕਰਾਈ, +2 ਮੈਂ ਮੁੰਡੇ ਨੂੰ ਕਰਾਈ ਆ। ਹੁਣ ਅਸੀਂ ਅੱਜ ਰੋਟੀ ਤੋਂ ਵਾਤਰ ਹੋਏ ਫਿਰਦੇ ਆ, ਘਰੋਂ ਨਾ ਮੈਨੂੰ ਕੱਢਿਆ ਏ। ਪੁੱਤ ਮੇਰਾ ਤੇ ਉਹ ਨਹੀਂ ਘਰ ਵੜਦਾ, ਜਦੋਂ ਆਉਂਦਾ ਏ ਉਦੋਂ ਹੀ ਆਂਢ ਗੁਆਂਢ ਸੀੜੀ ਦੇ ਦਿੰਦੇ ਆ ਤੇ ਉਹ ਆ ਗਿਆ ਘਰ, ਉਹਦੀਆਂ ਲੱਤਾਂ ਭੰਨ ਦਿਓ, ਉਹ ਕਰਦੇ ਆ ਕਰਦੇ ਆ। ਕੁਛ ਮੇਰਾ ਪੁੱਤ ਖਾਂਦਾ ਨਹੀਂਗਾ, ਨਸ਼ਾ ਨੁਸ਼ਾ ਬਸ ਚਾਹ ਘੋਟੇਗੀ, ਭਾਵੇਂ ਨੂੰ ਮਿਲ ਜੇ ਭਾਵੇਂ ਨੂੰ ਨਾ ਮਿਲ ਜੇ, ਕੋਈ ਚੀਜ਼ ਨਹੀਂ ਖਾਂਦਾ। ਮੇਥੋਂ ਬੇਸ਼ੱਕ ਜਿੱਥੇ ਮਰਜ਼ੀ ਕੋ ਸਹੁੰ ਲੈ ਸਕਦੇ, ਅੱਜ ਉਹ ਰੋਟੀ ਤੋਂ ਵੀ ਆਤਰ ਹੋਇਆ ਫਿਰਦਾ। ਕਹਿੰਦੇ ਮਾਤਾ ਉਹ ਤੁਹਾਡੀ ਨੂੰ ਕਹਿੰਦੀ ਮੈਂ ਮਲੇਸ਼ੀਆ ਗਈ, ਲੰਮਾ ਸਮਾਂ ਰਹੀ, ਨਾਲ ਮੇਰੇ ਕੁੜੀ ਰਹੀ, ਮੇਰੀ ਮਟਿਆਰ ਧੀ ਰਹੀ, ਅਸੀਂ ਕਹਿੰਦੀ ਬਹੁਤ ਪੈਸਾ ਕਮਾਇਆ, ਪੈਸਾ ਕਮਾ ਕੇ ਘਰ ਬਣਾਇਆ। ਸਾਰੇ ਪੈਸੇ ਕਹਿੰਦੀ ਮੈਂ ਸੱਸ ਨੂੰ ਮਾਤਾ ਪ੍ਰਕਾਸ਼ ਕੌਰ ਨੂੰ ਭੇਜਦੇ ਰਹੀ ਹਾਂ, ਸਾਰੇ ਪੈਸੇ ਕਹਿੰਦੀ ਮਾਤਾ ਹੜੱਪ ਕਰ ਗਈ, ਸਾਰੇ ਖਾ ਗਈ। ਮੇਥੋਂ ਪੁੱਤ ਮੈਂ ਤਾਂ ਨਹੀਂ ਤੇਰੇ ਅਕਲ ਬੰਦਾ ਲੈ, ਜਿੱਥੇ ਜਿੱਥੇ ਮੈਂ ਦਿੰਦੀ ਰਹੀ ਹਾਂ। ਮੈਂ ਪੋਤੋ ਦਾ ਪੜ੍ਹਿਆ, +2 ਕੀਤੀ ਆ, ਮੈਂ ਅਨਪੜ੍ਹ ਆ, ਮੈਂ ਬਿਮਾਰ ਰਹਿੰਦੀ ਆ। ਮੇਰੇ ਨਾਂ ਤੇ ਠੀਕ ਪਾਉਂਦੀ ਸੀ ਪੈਸੇ, ਉਹਦਾ ਪੁੱਤ ਗਿਣਦਾ ਸੀ, ਉਹਦਾ ਪੁੱਤ ਸਾਈਨ ਕਰਦਾ ਸੀ। ਜਿੱਥੇ ਦੇਣੇ ਸਾਂ ਅਸੀਂ ਦੇ ਕੇ ਪੈਸੇ ਤੇ ਫਿਰ ਘਰ ਆਉਣੇ ਸਾਂ। ਕਦੀ 100 ਵੱਧ ਗਿਆ, ਕਦੀ 200 ਵੱਧ ਗਿਆ, ਕਦੀ 500 ਵੱਧ ਗਿਆ, ਉਹ ਅਸੀਂ ਘਰ ਸੌਦਾ ਲਿਆਉਂਦੇ ਸਾਂ। ਮੈਂ ਤਾਂ ਆਖਿਆ ਜਿੱਥੇ ਮਰਜ਼ੀ ਮੈਨੂੰ ਗੁਰਦੁਆਰੇ ਵਾੜ ਲਾ, ਸਹੁੰ ਲੈ ਲਾ, ਚਾਹੇ ਮੈਂ 500 ਰੁਪਏ ਤੱਕ ਵੀ ਮੈਂ ਸਹੁੰ ਦਿਆਂ ਵੀ ਮੈਂ ਇਹਦੇ ਪੈਸੇ 'ਚ ਬੇਈਮਾਨੀ ਨਾ ਰੱਖੇ ਹੋਣ। ਮੈਂ ਤਾਂ ਨਹੀਂ ਸਾ ਗੁਜ਼ਾਰਾ ਕਰ ਗਿਆ, ਸਾਡੀ ਪੈਲੀ ਨਾਲ ਗਵੀਚੇ ਸਦ ਇੱਥੋਂ ਵੀ ਲੈ ਜਾਣ, ਇੱਥੋਂ ਵੀ ਲੈ ਜਾਣ। ਪੁੱਤ ਮੇਰਾ ਗੱਡੀਆਂ ਤੇ ਧੱਕੇ ਖਾਂਦਾ ਫਿਰਦਾ, ਕਦੀ ਉਹ ਕਿਤੇ ਜਾਂਦਾ, ਕਦੀ ਉਹ ਕਿਤੇ ਦਿਹਾੜੀਆਂ ਕਰਦਾ ਹੈ। ਤੇ ਸਾਨੂੰ ਮਾਂ ਪੁੱਤਾਂ ਨੂੰ 6 ਮਹੀਨੇ ਹੋ ਚੱਲੇ ਘਰੋਂ ਕੱਢਿਆਂ ਨੂੰ। ਆਪਦੇ ਹੱਥੀਂ ਜੰਦਰੇ ਮਾਰ ਕੇ ਗਈ, ਆਪੇ ਆ ਕੇ ਖੋਲ ਲੈਂਦੀ ਹੈ, ਆਪੇ ਸਮਾਨ ਲੈ ਜਾਂਦੀ, ਵਰਤਨ ਜੋਗਾ ਆਪੇ ਜੰਦਰੇ ਮਾਰ ਜਾਂਦੀ ਹੈ। ਮੈਂ ਤਾਂ ਉਹਦੇ ਜੰਦਰੇ ਨੂੰ ਹੱਥ ਲਾਉਣ ਦੀ ਵੀ ਸਹੁੰ ਦੇਣੀ ਆ। ਕਦੀ ਮੈਂ ਕਿਤੋਂ ਚੀਜ਼ ਲੈ ਕੇ ਵਰਤਦੀ, ਕਦੀ ਮੈਂ ਕਿਤੋਂ ਵਰਤਦੀ। ਅਸੀਂ ਤੱਤਾ ਪਾਣੀ ਪੀਂਦੇ, ਅੰਦਰ ਫਰਿੱਜ, ਕੂਲਰ, ਪੱਖੇ, ਹਰ ਇੱਕ ਚੀਜ਼ ਅਸੀਂ ਬਣਾ ਕੇ ਦਿੱਤੀ ਆ। ਹੁਣ ਸਾਨੂੰ ਹੱਥ ਲਾਉਣ ਦਾ ਨਹੀਂ ਆਰਡਰ ਹੈਗਾ। ਧੱਕੇ ਖਾਂਦਾ ਫਿਰਦਾ ਮੇਰਾ ਪੁੱਤ, ਅਨਪੜ੍ਹ ਹੈਗਾ, ਉਹ ਵੀ ਭਲਾ ਮਾਨਸ ਆ, ਮੈਂ ਵੀ ਅਨਪੜ੍ਹ ਆ। ਤੇ ਜਿੱਥੇ ਪੈਸਾ ਦਿੰਦੇ ਲੈਂਦੇ ਸਾਂ, ਮੈਂ ਉਹਦੇ ਪੁੱਤ ਨੂੰ ਨਾਲ ਲਿਜਾਣੀ ਸਾਂ। ਮੈਂ ਤੁਰਨ ਜੋਗੀ ਨਹੀਂ ਹੈਗੀ, ਅਲਟੀਵਾ ਨੇ ਸਾਨੂੰ ਲੈ ਕੇ ਦੇ ਗਈ ਸੀ ਵੀ ਜਿੱਥੇ ਜਾਣਾ ਬੀਬੀ ਇਹਦੇ ਤੇ ਜਾਣਾ ਹੈ। ਤੇ ਮੈਂ ਕਿਸੇ ਕਿਸਮ ਦੀ ਸਹੁੰ ਦੇਣੀ ਉਹਦੇ ਘਰ ਦੀ, ਮੈਂ ਸੂਈ ਵੀ ਗਵਾਈ ਹੋਵੇ ਤਾਂ ਅੱਜ ਉਹ ਏਡੇ ਏਡੇ ਮੇਰੇ ਤੇ ਇਲਜ਼ਾਮ ਲਾਉਣ ਡਈ ਹੈ। ਮਾਤਾ ਤੁਸੀਂ ਵੀ ਔਰਤ ਹੋ, ਇੱਕ ਉਹ ਵੀ ਔਰਤ ਆ, ਤੁਹਾਡੀ ਨੂੰਹ ਵੀ ਔਰਤ ਆ, ਉਹ ਦਰ ਦੀਆਂ ਉਹ ਵੀ ਠੋਕਰਾਂ ਕਹਿੰਦੀ ਮੈਂ ਖਾਨੀ ਫਿਰਦੀ ਆ। ਲੁਧਿਆਣੇ ਕਹਿੰਦੀ ਕਿਰਾਏ ਤੇ ਜ਼ਬਾਨ ਧੀ ਤੇ ਪੁੱਤ ਨੂੰ ਲਈ ਬੈਠੀ। ਅੱਜ ਤੁਹਾਡਾ ਪੁੱਤ ਕਿੱਥੇ ਅੰਗਰੇਜ਼ ਸਿੰਘ? ਉਹਦਾ ਨਹੀਂ ਪਤਾ, ਕਿਸੇ ਨੇ ਝੋਨਾ ਲਵਾਉਂਦਾ ਹੈ ਤੇ ਦਿਹਾੜੀਆਂ ਕਰਦਾ ਹੈ, ਪਤਾ ਨਹੀਂ ਉਹ ਕਿੱਥੇ ਆ। ਤੇ ਮੋਬਾਈਲ ਆਂਦਾ ਸੀ ਮੇਰੀ ਡਿੱਗ ਪਈ ਹੈ ਝੋਨੇ 'ਚ ਬੀਬੀ, ਉਹ ਤੇ 8-10 ਦਿਨ ਹੀ ਆਉਂਦਾ ਹੈ, ਆ ਕੇ ਮੈਨੂੰ ਵੇਖ ਜਾਂਦਾ। ਜੇ ਦਵਾ ਦਾਰੂ ਦੀ ਮੈਨੂੰ ਲੋੜ ਹੁੰਦੀ ਤੇ ਮੈਨੂੰ ਦੇ ਜਾਂਦਾ ਹੈ, ਜੇ ਕੋਈ ਸੌਦੇ ਦੀ ਲੋੜ ਹੁੰਦੀ ਤੇ ਮੈਨੂੰ ਲੈ ਕੇ ਦੇ ਜਾਂਦਾ ਹੈ। ਤੇ ਉਹ ਤਾਂ ਕੰਮ ਕਰਦਾ, ਉਂਝ ਇਹਨਾਂ ਨਹੀਂ ਪਤਾ ਮੈਨੂੰ ਕਿੱਥੇ ਆ। ਦਿਹਾੜੀ ਕਿਉਂ ਜਾਂਦਾ? ਤੁਸੀਂ ਜੱਟ ਹੋ, ਕਿਸਾਨ ਹੋ, ਕਿਸਾਨ ਦਾ ਪੁੱਤਰ ਹੋ ਕੇ ਦਿਹਾੜੀ ਕਿਉਂ ਜਾਂਦਾ? ਤੁਹਾਡੇ ਕੋਲ ਜ਼ਮੀਨ ਜਾਇਦਾਦ ਆ, ਦਿਹਾੜੀ ਜਾਣ ਦੀ ਕੀ ਜ਼ਰੂਰਤ ਆ ਜੀ? ਜ਼ਮੀਨ ਉਹ ਜਾਇਦਾਦ ਉਹ ਕਰਜ਼ਾ ਚੜਾਈ ਗਈ ਹੈ, ਕਦੀ ਆਪ ਬਾਹਰ ਚਲੀ ਗਈ, ਕਦੀ ਕੁੜੀ ਨੂੰ ਘੱਲੇਗੀ। 2-3 ਵਾਰ ਤਾਂ ਮੇਰੇ ਪੁੱਤ ਨੂੰ ਘੱਲਿਆ, ਉਹ ਮੋੜ ਆਉਂਦਾ ਰਿਹਾ। 80-80, 90-90 ਹਜ਼ਾਰ ਗੁੱਲ ਹੋ ਜਾਣਾ, ਉਹਨੇ ਆ ਜਾਣਾ, ਤਿੰਨੀ ਚਾਹੁੰਦੀ ਨਹੀਂ। ਕਦੀ ਕਿਸੇ ਤੋਂ ਵਿਆਜੀ ਫੜ ਲੈਣੇ, ਕਦੀ ਕਿਸੇ ਤੋਂ ਵਿਆਜੀ ਫੜ ਲੈਣੇ। ਜਿੱਦਣ ਇਹ ਮਲੇਸ਼ੀਆ ਗਈ ਹੈ 4.5 ਲੱਖ 'ਚ ਪੈਲੀ ਗਹਿਣੇ ਕਰਕੇ ਗਈ ਹੈ। ਤੇ ਮੈਂ ਡੀਪੂ ਦੀ ਕਣਕ ਖਾ ਖਾ ਕੇ ਤੇ ਮੈਂ ਗੁਜ਼ਾਰਾ ਕਰਦੀ ਰਹੀ ਹਾਂ। ਕਿਤੋਂ ਆਟਾ ਲਾਇਆ, ਕਿਤੋਂ ਚੌਲ ਲਾਇਆ, ਚੱਲ ਲੈ ਜਾਣਗੇ ਇਹਨਾਂ ਦੇ, ਲੈ ਜਾਣਗੇ। ਇਹ ਬਾਹਰ ਜਾ ਕੇ ਤੇ ਪੁੱਠਿਆਂ ਕੰਮਾਂ 'ਚ ਹੋ ਗਈਆਂ ਨੇ। ਕੋਈ ਸਾਨੂੰ ਪੈਸਾ ਨਹੀਂ ਆਇਆ ਇੰਨਾ, ਕੋਈ ਕੁਛ ਨਹੀਂ। ਬੇਸ਼ੱਕ ਤੇਰੇ ਅਕਲ ਬੰਦਾ ਲੈ ਲੈ ਨਾਲ ਤੇ ਮੈਨੂੰ ਲੈ ਲੈ, ਜਿੱਥੇ ਜਿੱਥੇ ਮੈਂ ਪੈਸੇ ਦਿੰਦੀ ਰਹੀ ਹਾਂ ਮੈਂ ਹਿਸਾਬ ਸਾਰਾ ਦਿਆਂਗੀ। ਫਿਰ ਮੈਂ ਇਹਨਾਂ ਤੋਂ ਕੋਈ ਹਿੱਸਾ ਨਹੀਂ ਲੈਂਦੀ, ਕੋਈ ਮੈਂ ਠੇਕਾ ਨਹੀਂ ਲੈਂਦੀ। ਕੰਮ ਕਰਦੀ ਸਾਂ ਤੇ ਮੈਂ ਰੋਟੀ ਖਾਂਦੀ ਸਾਂ। ਥਾਪੀਆਂ ਥੱਪ ਕੇ ਮੈਂ ਗੁਜ਼ਾਰਾ ਇਹਦੇ ਘਰ ਕਰਦੀ ਰਹੀ ਹਾਂ। ਜਿਹੜੀ ਅੱਜ ਮੈਨੂੰ ਬਾਲਣ ਦੀ ਵੀ ਨਹੀਂ ਆਸ ਹੈਗੀ, ਮੈਂ ਫੜ ਕੇ ਬਾਲਣ ਤੰਦੂਰ ਥਾ ਲਵਾਂ ਜਾਂ ਚੁੱਲ੍ਹੇ ਅੱਗ ਬਾਲ ਲਾ। ਉਹ 3 ਸਿਲੰਡਰ ਰੱਖੀ ਬੈਠੀ ਆ, ਮੈਂ ਚੁੱਲ੍ਹੇ ਅੱਗ ਬਾਲਦੀ ਆ। ਮੈਂ ਅੱਖਾਂ ਤੋਂ ਅੰਨੀ ਹੋਈ ਫਿਰਦੀ ਆ ਤੂੰ ਦੇ ਨਾਲ। ਕਹਿੰਦੇ ਮਾਤਾ ਉਹ ਕਹਿੰਦੀ ਜਿੱਦੇ ਮੈਂ ਵਿਆਹੀ ਆਈ ਸੀ ਇਸ ਘਰ ਦੇ ਵਿੱਚ 10 ਏਕੜ ਜ਼ਮੀਨ ਸੀ, 10 ਕਿੱਲੇ ਜ਼ਮੀਨ ਸੀ। ਕਹਿੰਦੀ ਮੇਰੇ ਸਹੁਰੇ ਨੇ, ਸੱਸ ਨੇ ਸਾਰੀ ਵੇਚ ਕੇ ਖਾਲੀ, ਭੋਰ ਕੇ ਵੇਚ ਗਏ। ਕੋਈ ਵੇਚ ਕੇ ਨਹੀਂ ਵੀਰੇ, ਅਸੀਂ ਖਾਧੀ। ਜਦੋਂ ਇੱਕ ਥਾਂ ਤੋਂ ਦੂਜੇ ਥਾਂ ਜਾ ਕੇ ਇਹਨੂੰ ਮੰਗਿਆ ਸੀ, ਉਹਦੇ ਪਿਓ ਨੇ ਆਖਿਆ 1 ਮਹੀਨੇ ਵਿੱਚ ਵਿਆਹ ਲਵੋ। ਮੇਰੇ ਕੋਠੇ ਖੜੇ ਹੋਏ ਸੀ। ਮੈਂ ਕਿਹਾ ਮੈਂ ਪਹਿਲਾ ਪੁੱਤ ਦਾ ਵਿਆਹ ਕਰਨਾ। ਮੈਂ ਕੋਠੇ ਪਲਸਤਰ ਕਰਾਏ, ਸਾਰਾ ਕੰਮ ਮੈਂ ਕੀਤਾ ਸੀ, ਲਿਮਟ ਚੁੱਕੀ। ਫਿਰ ਮੈਂ 1.5 ਕਿੱਲਾ ਪੈਲੀ ਦਾ ਵੀ ਲਿਆ ਇਹਦੇ ਸਹੁਰੇ ਮਰੇ ਤੋਂ ਪਿੱਛੋਂ। ਤੇ ਇਹ ਸਾਨੂੰ ਤੇ ਹਿਸਾਬ ਨਾਲ ਖੱਜਲ ਖਰਾਬ ਕਰਦੀ ਰਹੀ। ਫਿਰ ਇਹਨੇ ਆਉਂਦੀ ਨੇ ਤੋਲਾ ਟਿੱਕੇ ਦਾ ਮੇਰਾ ਲਕਾ ਲਿਆ ਵਰੀ 'ਚੋਂ, ਜਿਹੜੇ ਮੈਂ ਢੋਇਆ ਸੀ।
ਸਾਰੀਆਂ ਚੀਜ਼ਾਂ ਨੇ ਕੁੱਤੇ ਗੁਣ ਕੀਤੀ। ਉੱਥੋਂ ਮੈਂ ਸ਼ਰੀਕੇ ਚੋਂ ਇਹਨੂੰ ਉੱਥੋਂ ਕੱਢਿਆ ਵੀ ਮੇਰੇ ਨਾਲ ਲੜਦੀ ਘੁਲਦੀ, ਮੇਰਾ ਸ਼ਰੀਕਾ ਨਾਲ ਤਮਾਸ਼ਾ ਵੇਖੇ। ਦੂਜੇ ਮੇਰੇ ਸਹੁਰੇ ਜੇਠਾਂ ਦਿਓਰਾਂ ਦੀਆਂ ਨੂੰਹਾਂ ਉਹ ਤਾਂ ਏਡੀਆਂ ਵਧੀਆਂ ਤੇ ਇਹ ਮੈਨੂੰ ਕਿਹੋ ਜੀ ਮਿਲ ਗਈ ਆ। ਪਿੰਡ 'ਚ ਫਿਰ ਵਿਚੋਲਾ ਸੀ, ਮੈਂ ਕਿਹਾ ਚੱਲ ਸ਼ਰੀਕ ਭਰਾ ਸਾਕ ਕਰਾਉਂਦਾ, ਮੈਂ ਕਿਉਂ ਮੋੜਾਂ। ਤੇ ਜਿੱਦਣ ਦੀ ਮੇਰੇ ਘਰ ਆ ਗਈ ਉਦੋਂ ਦਾ ਇਹਨੇ ਤਾਂ ਮੈਨੂੰ ਏਡਾ ਦੁਖੀ ਕੀਤਾ, ਕੋਈ ਹਿਸਾਬ ਨਹੀਂਗਾ। ਮਾਤਾ ਢਿੱਡੋਂ ਜੰਮੇ ਪੁੱਤ ਨੂੰ ਵੈਸੇ ਕੋਈ ਮਾੜਾ ਨਹੀਂ ਕਹਿੰਦਾ ਹੁੰਦਾ, ਪਰ ਤੁਹਾਡੀ ਨੂੰਹ ਆ ਜਿਹੜੀ ਜਿਹਦੀ ਤੁਹਾਡੇ ਪੁੱਤ ਦੇ ਲੜ ਲਾਈ ਆ, ਉਹ ਕਹਿੰਦੀ ਮੇਰੇ ਘਰ ਵਾਲਾ ਇੰਨਾ ਮਾੜਾ, ਚਾਰ ਕਹਿੰਦੀ ਗੈਰ ਔਰਤਾਂ ਰੱਖਦਾ, ਮੇਰੀ ਕਹਿੰਦੀ ਜਿਹੜੀ ਦਰਾਣੀ ਆ ਕਹਿੰਦੀ ਉਹਦੇ ਨਾਲ ਗਲਤ ਆ। ਕੀ ਵਾਕਈ ਸੱਚ ਆ ਮਾਤਾ? ਕਿਉਂ ਗਲਤ ਆ ਤੁਹਾਡਾ ਪੁੱਤ? ਕਿਸੇ ਨਾਲ ਨਹੀਂ ਗਲਤ ਹੈਗਾ, ਉਹਦੀਆਂ ਗੱਲਾਂ ਹੀ ਆ ਇਹੋ ਜਿਹੀਆਂ ਜਿਹੋ ਜਿਹੀਆਂ ਮਰਜ਼ੀ ਕੀਤੀ ਜਾਵੇ। ਜੇ ਕਿਸੇ ਨਾਲ ਕੋਈ ਹੱਸ ਕੇ ਕੋਈ ਬੋਲੇ, ਕੋਈ ਗੱਲ ਕਰੇ, ਕੋਈ ਚਾਹ ਪਾਣੀ ਫੜਾਵੇ ਤਾਂ ਉਹਦੇ ਨਾਲ ਬੰਦਾ ਗਲਤ ਹੋ ਜਾਂਦਾ। ਹੁਣ ਘਰ ਵੱਸਦਿਆਂ 'ਚ ਅਸਕਰ ਭੈਣ ਭਰਾ ਵੀ ਆਉਂਦੇ ਆ, ਰਿਸ਼ਤੇਦਾਰ ਵੀ ਆਉਂਦੇ ਆ ਹੈ। ਜੇ ਉਹ ਬੰਦਾ ਸਾਡੇ ਵੈਸੇ ਬੈਗ ਤੇ ਬੈਠੇ ਆ ਮੇਰਾ ਪੁੱਤ, ਉਹ ਸਾਨੂੰ ਨਾ ਚੀਜ਼ ਲਿਆ ਕੇ ਦੇਵੇ ਤੇ ਅਸੀਂ ਲੋਕਾਂ ਤੋਂ ਮੰਗਾਈਏ, ਫਿਰ ਆਖਣਾ ਘਰ ਦਾ ਬੰਦਾ ਛੱਡ ਕੇ ਤੇ ਲੋਕਾਂ ਤੋਂ ਚੀਜ਼ਾਂ ਮੰਗਾਉਂਦੀਆਂ ਨੇ। ਮੈਂ ਵੀ ਰੰਡੇਪਾ ਕੱਟਿਆ ਹੈ, ਮੈਨੂੰ ਸਾਰੀਆਂ ਗੱਲਾਂ ਦਾ ਪਤਾ ਹੈ ਹੈ। ਉਹਨੂੰ ਅਸੀਂ ਘਰ ਦੇ ਪੁੱਤ ਨੂੰ ਛੱਡ ਕੇ ਲੋਕਾਂ ਤੋਂ ਚੀਜ਼ਾਂ ਮੰਗਾਈਏ, ਕਿਉਂ ਮੰਗਾਈਏ ਅਸੀਂ? ਜੇ ਸਾਨੂੰ ਚੀਜ਼ ਲਿਆ ਕੇ ਦਿੰਦਾ ਤਾਂ ਉਹ ਗਲਤ ਹੋ ਗਿਆ ਹੈ। ਮੇਰੇ 10 ਸਾਲ ਹੋ ਗਏ ਸੀ ਵਿਆਹ ਨੂੰ, ਜਦੋਂ ਮੇਰਾ ਬੰਦਾ ਮੁੱਕਾ ਤਾਂ ਅਸੀਂ 4 ਜਠਾਣੀ ਦਰਾਣੀ ਸਾਂ, ਸਾਡੇ ਦਿਓਰ ਜੇਠ ਹੀ ਲਿਆ ਕੇ ਸੌਦਾ ਦਿੰਦੇ ਸੀ, ਅਸੀਂ ਤਾਂ ਨਹੀਂ ਸੀ ਜਾਂਦੇ। ਆਖਣਾ ਘਰ ਬੈਠੀਆਂ ਚੀਜ਼ ਵਰਤੋ, ਘਰ ਬੈਠੀਆਂ ਨੂੰ ਚੀਜ਼ ਮਿਲੇਗੀ। ਇਹ ਜਿੱਦਣ ਦੀ ਆ ਗਈ ਉਦੋਂ ਦੀ ਇਹਨੇ ਸਾਨੂੰ ਪੁੱਠੀ ਪਵਾਲੀ ਦਿੱਤੀ ਆ। ਇਹਦੀ ਮਾਰੀ ਮੈਂ ਆਪਦਾ ਸ਼ਰੀਕਾ ਛੱਡ ਕੇ ਇੱਥੇ ਖੇਤ ਬੈਠੀ ਆ, ਇੱਥੇ ਵੀ ਇਹਦਾ ਇਹੋ ਹਾਲ ਹੀ ਆ। ਮਾਤਾ ਉਹਨੇ ਇੰਟਰਨੈਟ ਤੇ ਇੱਕ ਵੀਡੀਓ ਪਾਈ ਆ, ਸ਼ਾਇਦ ਤੁਸੀਂ ਦੇਖੀ ਹੋਵੇ। ਦੇਖੀ ਆ ਵੀਡੀਓ ਜੀ? ਕੱਲ ਵੇਖੀ ਆ। ਉਹਦੇ 'ਚੋਂ ਕਹਿੰਦੀ ਆ ਮੇਰਾ ਕਤਲ ਕਰਨਾ ਚਾਹੁੰਦੇ ਆ, ਨਾਲ ਪੁਲਿਸ ਵਾਲੇ ਵੀ ਰਲੇ ਆ, ਸਰਕਾਰ ਵੀ ਰਲੀ ਆ, ਮੇਰੀ ਸੱਸ ਵੀ ਰਲੀ ਆ, ਮੇਰੀ ਦਰਾਣੀ ਵੀ ਰਲੀ ਆ, ਇੱਥੋਂ ਤੱਕ ਮੇਰੇ ਘਰ ਵਾਲਾ ਰਲਿਆ ਵਾ। ਮੇਰਾ ਸਾਰੇ ਜਣੇ ਰਲ ਕੇ ਕਤਲ ਕਰਨਾ ਚਾਹੁੰਦੇ ਆ। ਉਹ ਕਹਿੰਦੀ ਮੈਂ ਮਰਨਾ ਚਾਹੁੰਦੀ ਆ, ਮੈਂ ਖੁਦਕੁਸ਼ੀ ਕਰ ਜੂੰਗੀ, ਮੇਰੇ ਪੁੱਤ ਕੋਈ ਆਪਣੀ ਗੋਦ ਲੈ ਲਵੇ। ਕੀ ਮਾਤਾ ਇਹ ਸਹੀ ਆ ਵੀ ਕੋਈ ਪੁੱਤ ਤੁਹਾਡੇ ਪੋਤੇ ਤੁਹਾਡੀਆਂ ਪੋਤੀਆਂ ਕੋਈ ਗੋਦ ਲੈ ਲਵੇ ਤੇ ਤੁਹਾਡੀ ਨੂੰਹ ਇਦਾਂ ਮਰ ਜਾਵੇ? ਨਹੀਂ ਪੁੱਤ, ਮੇਰੀ ਗੱਲ ਸੁਣ। ਅਸੀਂ ਮੇਰੇ ਪੁੱਤ ਨੇ ਨਾ ਗੱਡੀਆਂ ਤੇ ਨੀਂਦਰੇ ਝਾਕ ਕੇ ਵਿਆਜੀ ਪੈਸੇ ਫੜ ਕੇ ਪੁੱਤ ਧੀਆਂ ਪੜ੍ਹਾਏ ਆ, +2 ਕਰਾਈ ਆ ਨਿੱਕੀ ਨੂੰ ਤੇ +2 ਮੁੰਡੇ ਨੂੰ ਕਰਾਈ ਆ। 10 ਜਮਾਤਾਂ ਦੂਜੀ ਜਿਹੜੀ ਇਹਨੇ ਜਾ ਕੇ ਕੁੱਤੇ ਗਾਉਣੀਆਂ ਮੇਰੀ ਪੋਤਰੀ ਕਰ ਦਿੱਤੀ ਆ, ਉਹ 10 ਪੜ੍ਹੀ ਆ ਵਿਆਜੀ ਫੜ ਕੇ। ਮੈਂ ਕਿਹਾ ਮੈਂ ਇਹਨਾਂ ਦਾ ਸਹੁਰਾ ਮੁੱਕ ਗਿਆ ਏ, ਮੈਥੋਂ ਨਹੀਂ ਪੜ੍ਹਾਏ ਗਏ ਤੇ ਹੁਣ ਚੱਲ ਇਹ ਪੜ੍ਹ ਜਾਣ, ਇਹ ਨਾ ਆਖਣ ਵੀ ਅਸੀਂ ਅਨਪੜ੍ਹ ਆ। ਕਰਜ਼ੇ ਚੁੱਕ ਅਸੀਂ ਪੜ੍ਹਾਏ, ਉਹ ਕਰਜ਼ੇ ਦੇ ਵਾਹ 'ਚ ਸਾਡੀ 1.5 ਕਿੱਲਾ ਹੁਣ ਪੈਲੀ ਵਿਕੀ ਗਈ ਆ। ਜਿੱਥੋਂ ਇਹਨਾਂ ਨੂੰ ਵਿਆਜੀ ਮਿਲੇ ਇਹਨਾਂ ਫੜ ਲਏ, ਜਿੱਥੋਂ ਵਿਆਜੀ ਮਿਲੇ ਇਹਨਾਂ ਫੜ ਲਏ ਆ, ਇਹਨਾਂ ਮੋੜੇ ਨਹੀਂ ਗੇ, ਪਏ ਵਿਆਜਾਂ। ਹੁਣ ਮੇਰੇ ਪੁੱਤ ਦੀ 1.5 ਕਿੱਲਾ ਪੈਲੀ ਵਿਕੀ ਆ ਤੇ ਉਹ ਦਿਹਾੜੀਆਂ ਕਰਦਾ ਫਿਰਦਾ ਹੈ। ਤੇ ਮੈਂ ਤਾਂ ਉੱਠ ਕੇ ਪਾਣੀ ਵੀ ਨਹੀਂ ਪੀਣ ਜੋਗੀ ਹੈਗੀ। ਮੈਂ ਤਾਂ ਨਹੀਂ, ਮੇਰਾ ਪੁੱਤ ਭਲਾ ਮਾਨਸੇ, ਮੇਰੇ ਪੁੱਤ ਦਾ ਘਰ ਬਣਿਆ ਰਵੇ। ਕਿਹੜੀ ਸੱਸ ਆ ਜਿਹੜੀ ਨੂੰਹ ਦੇ ਅੱਗੇ ਕੰਮ ਕਰਕੇ ਤੇ ਪਕਾ ਕੇ ਰਿੰਨ ਕੇ ਅੱਗੇ ਰੱਖਦੀ ਆ? ਮੈਂ ਪਕਾ ਕੇ ਰਿੰਨ ਕੇ ਅੱਗੇ ਰੱਖਣੀ, ਆਖਣਾ ਖਾ ਲਾ, ਮੇਰੇ ਪੁੱਤ ਦਾ ਘਰ ਵਸਦਾ ਰਵੇ। ਮੇਰੇ ਪੁੱਤ ਭਲਾ ਮਾਨਸਣ ਪੜ੍ਹਿਆ ਹੈ, ਬਾਹਰ ਅੰਦਰ ਨਹੀਂ ਜਾਣ ਜੋਗਾ ਹੈਗਾ। ਦੂਜਾ ਮੇਰਾ ਕੁਝ ਪੜਿਆ ਸੀ, ਉਹਦੇ ਹੱਥ ਵਸ ਕੀਤਾ, ਉਹਨੇ ਨਸ਼ਾ ਲਾ ਲਿਆ, ਉਹਨੂੰ 2 ਸਾਲ ਹੋ ਚੱਲੇ ਮੁੱਕੇ ਨੂੰ, ਤੇ ਸਾਡਾ ਤਾਂ ਘਰ ਡਿੱਗਾ ਪਿਆ ਮੂੰਹਦੜੇ ਮੂੰਹ। ਮਾਤਾ ਜਿਹੜੀ ਜ਼ਮੀਨ ਵੇਚੀ ਦੀ ਗੱਲ ਕਰਦੇ ਆ, 1.5 ਏਕੜ ਜ਼ਮੀਨ ਵੇਚੀ ਆ ਤੁਸੀਂ, ਉਹ ਕਹਿੰਦੀ ਮੇਰੀ ਸੱਸ ਨੇ ਬੜੀ ਚਲਾਕੀ ਨਾਲ ਵੇਚਦੀ। ਕਹਿੰਦੀ ਉਹ ਸਾਰੀ ਜ਼ਮੀਨ ਮੇਰੇ ਘਰ ਵਾਲੇ ਦੇ ਨਾਂ ਸੀ, ਘਰ ਵਾਲੇ ਦੀ ਜ਼ਮੀਨ ਸਾਰੀ ਵਿਕਾਤੀ, ਜਿਹੜੀ ਮਾਤਾ ਦੇ ਨਾਂ ਸੀ ਪਹਿਲੀ ਮੇਰੀ ਸੱਸ ਦੇ ਨਾਂ ਸੀ, ਤੁਹਾਡੇ ਨਾਂ ਸੀ ਜ਼ਮੀਨ, ਉਹ ਕਹਿੰਦੀ ਸਾਰੀ ਬਾਕੀ ਰੱਖ ਲਈ, ਸਾਰੇ ਪੈਸੇ ਕਹਿੰਦੀ ਮਾਤਾ ਸਾਂਭ ਗਈ, ਮੈਨੂੰ ਦਿੱਤਾ ਹੀ ਕੁਛ ਨਹੀਂ ਕਹਿੰਦੇ ਤੁਸੀਂ। ਕੋਈ ਪੁੱਤ ਨਹੀਂ ਮੈਂ ਸਾਂਭਿਆ। ਇੱਕ ਸਾਹਮਣੇ ਘਰ ਵਾਲਾ, ਉਹਨੂੰ ਵੀ ਅਸੀਂ ਸੱਦ ਲੈਨੇ ਆ, ਉਹਦੇ ਤੋਂ ਇਹ ਫੋਨ ਕਰਦੀ ਸੀ ਤੇ ਉਹ ਮੇਰੇ ਪੁੱਤ ਨੂੰ ਪੈਸੇ ਦਿੰਦਾ ਸੀ। ਜੇ ਆੜਤ ਕੇ ਜਿਹਨੇ 1.5 ਕਿੱਲਾ ਪੈਲੀ ਲਈ ਉਹਨੂੰ ਫੋਨ ਕਰਦੀ ਸੀ ਵੀ ਇੰਨੇ ਅੰਗਰੇਜ਼ ਨੂੰ ਪੈਸੇ ਦੇ ਦੇ, ਫਿਰ ਮੇਰੇ ਪੁੱਤ ਜਾ ਕੇ ਪੈਸੇ ਲਿਆਉਂਦਾ ਸੀ। ਇਹਦੇ ਸੈਨਾਂ ਤੋਂ ਬਗੈਰ, ਇਹਦੀ ਜ਼ਬਾਨ ਤੋਂ ਬਗੈਰ ਇੱਕ ਪੈਸਾ ਨਹੀਂ ਮੇਰਾ ਪੁੱਤ ਜਾ ਕੇ ਲਿਆਇਆ। ਨਹੀਂ ਉਹ ਦਿੰਦੇ ਸੀ ਵੀ ਅੰਗਰੇਜ਼ ਤੇਰੀ ਘਰ ਵਾਲੀ ਦਾ ਫੋਨ ਆਵੇਗਾ ਤੇ ਫਿਰ ਅਸੀਂ ਪੈਸੇ ਦੇਣੇ ਆ। ਪਏ ਵਿਆਜਾਂ। ਪੁੱਤ ਅੱਜ ਮੇਰੇ ਪੁੱਤ ਦਾ 1.5 ਕਿੱਲਾ ਵਿਕ ਗਿਆ ਹੈ ਤੇ ਉਹ ਦਿਹਾੜੀਆਂ ਕਰਦਾ ਫਿਰਦਾ ਹੈ। ਜਿਹੜਾ ਮੇਰਾ ਕਿੱਲਾ ਪੈਲੀ ਦਾ ਹੈ ਉਹ ਮੈਂ ਅੱਜ ਦੇ ਦਿਆ, ਅੱਜ ਤੇ ਮੇਰੇ ਨਾਲ ਹੈਗੀ ਤੇ ਮੈਨੂੰ ਇਸ ਤਰ੍ਹਾਂ ਕਮਲ ਕੁੱਤੇ ਲੱਗਣ ਦੇ ਤੇ ਭਲਕੇ ਮੈਂ ਰੋਟੀ ਕਿੱਥੋਂ ਖਾਣੀ ਆ? ਮੈਂ ਬਿਮਾਰ ਰਹਿਨੀ ਆ, ਮੈਂ ਭੈਣਾਂ ਭਰਾਵਾਂ ਵਾਲੀ, ਮੈਂ ਵਰਤਣਾ ਵੀ ਆ ਤੇ ਮੈਂ ਖਾਣਾ ਵੀ ਆ। ਮੈਂ ਤਾਂ ਹੁਣੇ ਬਿਮਾਰ ਹੋ ਜਾ ਤੇ ਕੀ ਪਤਾ ਉੱਥੇ ਕਿੰਨੇ ਲੱਗਣੇ ਕਿੰਨੇ ਨਹੀਂ। ਅਗਲੇ ਤੇ ਦਾਖਲ ਕਰ ਲੈਣਾ ਵੀ ਇਹਦੇ ਕੋਲ ਕੁਛ ਹੈਗਾ ਕਿ ਨਹੀਂ, ਅਗਲਾ ਇਹ ਤਾਂ ਨਹੀਂ ਵੇਂਦਾ। ਮਾਤਾ ਜਿੱਦੇ ਆਪਣੇ ਪੁੱਤ ਨੂੰ ਤੁਸੀਂ ਵਿਆਹਿਆ ਸੀ ਅੰਗਰੇਜ਼ ਸਿੰਘ ਨੂੰ, ਕੀ ਸੋਚ ਕੇ ਵਿਆਹਿਆ ਸੀ? ਕੀ ਸੋਚ ਸੀ ਤੁਹਾਡੀ? ਮੇਰੀ ਤਾਂ ਇਹੋ ਹੀ ਸੋਚ ਸੀ ਵੀ ਹੁਣ ਗੱਭਰੂ ਹੋ ਗਏ ਤਾਂ ਆਪਦੇ ਘਰ ਵਾਲੇ ਬਣਨ, ਆਪਦੇ ਘਰ ਦੇ ਚੌਣੇ ਚੁੱਕਣ ਤੇ ਮੇਰੇ ਗਲ ਗਲਾਵੇਂ ਹਟਣ। ਮੈਂ ਨਹੀਂ ਹੁਣ ਕੁਛ ਕਰਨ ਜੋਗੀ ਹੈਗੀ। ਜਵਾਨੀ ਵਕਤ ਹੀ ਮੇਰਾ ਬੰਦਾ ਮੁੱਕ ਗਿਆ ਤੇ ਮੈਂ ਅੰਦਰ ਵੜ ਦਿਨ ਕੱਢੇ ਆ। ਮੈਂ ਪੁੱਤ ਪਾਲ ਲਏ, ਮੇਰੇ ਘਰ ਵਾਲੇ ਪੁੱਤ ਬਣ ਜਾਣ ਤੇ ਮੈਂ ਇਹਨਾਂ ਦਾ ਕੋਈ ਸੁੱਖ ਵੇਖਾਂ। ਤੇ ਜਿੱਦਣ ਦਾ ਇਹਨੂੰ ਮੈਂ ਵਿਆਹ ਲਿਆ ਕੋਈ ਮੈਂ ਸੁੱਖ ਨਹੀਂ ਵੇਖਿਆ। ਮੈਂ ਤਾਂ ਕਮਲ ਕੁੱਤੇ ਹੀ ਵੇਹਨੀ ਆ। ਕਦੀ ਮੇਰੇ ਪੁੱਤ ਦੇ ਦਿਵਾਲੀ ਹੋ ਗਈ, ਕਦੀ ਮੇਰੇ ਦਿਵਾਲੇ ਹੋ ਗਈ ਤੇ ਛਿੱਤਰ ਖਾਂਦਿਆਂ ਨੂੰ ਸਾਨੂੰ ਆਹ ਦਿਨ ਆ ਗਏ ਆ।
ਮਾਤਾ ਤੁਸੀਂ ਸੁੱਖ ਆਰਾਮ ਦੇ ਲਈ ਪੁੱਤ ਨੂੰ ਵਿਆਹਿਆ, ਨੂੰਹ ਲਿਆਂਦੀ ਆ, ਅੱਜ ਉਹ ਨੂੰਹ ਘਰੇ ਨਹੀਂ ਰਹਿ ਰਹੀ, ਪੁੱਤ ਅਲੱਗ ਤੁਰਿਆ ਫਿਰਦਾ, ਦਿਹਾੜੀ ਤੁਰਿਆ ਫਿਰਦਾ। ਮਾਤਾ ਤੁਸੀਂ ਅਲੱਗ ਰੋਲ ਰਹੇ ਹੋ, ਸਮਝਾ ਕੇ ਪੁੱਤ ਨੂੰ, ਧੀ ਨੂੰ, ਪੋਤਿਆਂ ਨੂੰ, ਨੂੰਹ ਨੂੰ, ਸਾਰਿਆਂ ਨੂੰ ਸਮਝਾ ਕੇ ਇਸੇ ਕਿਉਂ ਕਰਕੇ ਮੈਂ ਪਾਲੇ ਪੜ੍ਹਾਏ ਔਖੀ ਹੋ ਕੇ ਭੁੱਖੀ ਧਿਆਈ ਰਹਿ ਕੇ ਵੀ ਮੇਰੇ ਤੇ ਪੁੱਤ ਨਹੀਂ ਪੜੇ ਤੇ ਮੇਰੇ ਪੋਤਰੀਆਂ ਪੋਤਰੇ ਪੜ ਜਾਣ, ਮੈਂ ਬਿਮਾਰ ਹੀ ਨਹੀਂ ਤੇ ਮੈਂ ਇਹਨਾਂ ਦੀ ਪੱਕੀ ਖਾਵਾਂ। ਹੈਂ, ਇਹ ਤੇ 3-3 ਸਿਲੰਡਰ ਸਾਂਭੀ ਫਿਰਦੀ ਆ ਤੇ ਮੈਂ ਚੁੱਲ੍ਹੇ ਅੱਗ ਬਾਲਦੀ ਆ, ਕਿਸੇ ਵੇਲੇ ਮੈਥੋਂ ਬਲਦੀ ਅੱਗ, ਕਿਸੇ ਵੇਲੇ ਮੈਥੋਂ ਨਹੀਂ ਬਲਦੀ। ਕਣੀਆਂ ਕੁਣੀਆਂ ਆ ਜਾਣ ਤਾਂ ਮੈਂ ਭੁੱਖੀ ਹਿਸਾਬ ਨਾਲ ਸਮਝਣੀ ਆ, ਮੈਥੋਂ ਨਹੀਂ ਪੱਕਦੀ। ਮੈਂ ਤਾਂ ਹਿਸਾਬ ਨਾਲ ਬਹੁਤ ਜਾਲੇ ਆ ਪੁੱਤ ਧੀਆਂ ਇਹਦੇ, ਮੈਂ ਪੜ੍ਹਾ ਲਏ ਭੁੱਖੀ ਧਿਆਈ ਰਹਿ ਕੇ ਤੇ ਅੱਜ ਪਕਾ ਕੇ ਅੱਗੇ ਮੇਰੇ ਰੱਖਣ ਦਾ ਟਾਈਮ ਹੈ ਤੇ ਅੱਜ ਲੁਧਿਆਣੇ ਜਾ ਕੇ ਲੈ ਕੇ ਬਹਿ ਗਈ ਆ। ਧੀਆਂ ਪੁੱਤੇ ਨੇ ਆਪਦੇ ਮਗਰ ਲਾ ਲਏ ਆ, ਸਾਨੂੰ ਮਾਂ ਪੁੱਤਾਂ ਨੂੰ ਘਰ ਨਹੀਂ ਵੜਨ ਦਿੰਦੀ। ਜੰਦਰੇ ਮਾਰ ਕੇ ਗਈ, ਆ ਕੇ ਜੰਦਰੇ ਖੋਲ ਲੈਂਦੀ ਆ, ਜਿਹੜੀ ਸਮਾਨ ਦੀ ਲੋੜ ਹੁੰਦੀ ਉਹ ਲੈ ਜਾਂਦੀ ਆ। ਫਿਰ ਆਂਢ ਗੁਆਂਢ ਸੌਂਦੀ ਇਹਨੇ, ਆਪਦੇ ਘਰ ਨਹੀਂ ਸੌਣਾ, ਸਗੋਂ ਸਾਨੂੰ ਕਮਲ ਕੁੱਤੇ ਹੀ ਮਾਂ ਪੁੱਤਾਂ ਨੂੰ ਲਾਊਗੀ। ਤੁਸੀਂ ਘਰ ਨਹੀਂ ਵੜਨਾ, ਤੁਸੀਂ ਉਹ ਚੀਜ਼ ਨਹੀਂ ਚੁੱਕਣੀ, ਤੁਸੀਂ ਆਹ ਨਹੀਂ ਚੁੱਕਣੀ। ਅਸੀਂ ਵਰਤਨ ਨੂੰ ਚੀਜ਼ਾਂ ਬਣਾਈਆਂ ਸੀ, ਅੰਦਰ ਜੰਦਰੇ ਮਾਰਨ ਨੂੰ ਨਹੀਂ ਰੱਖੀਆਂ ਵੀ ਜੰਦਰੇ ਮਾਰ ਕੇ ਤੇ ਚਲੀ ਜਾਵੇ ਤੇ ਆ ਕੇ ਵਰਤ ਲਵੇ। ਮੈਨੂੰ ਤੇ ਇਹਨੇ ਕਾਵਾਂ ਤੋਂ ਕੋਲ ਕੀਤਾ ਹੈ। ਨਹੀਂ, ਘਰ ਤਾਂ ਮਾਤਾ ਤੁਹਾਡਾ ਹੀ ਆ, ਤੁਸੀਂ ਖੋਲ ਸਕਦੇ ਹੋ, ਬੈਠ ਸਕਦੇ ਹੋ, ਤੁਹਾਨੂੰ ਕਿਵੇਂ ਕੋਈ ਰੋਕ ਲੂਗਾ? ਨਹੀਂ ਖੋਲਣ ਦਿੰਦੀ, ਨਹੀਂ ਖੋਲਣ ਦਿੰਦੀ। ਉਸ ਵੇਲੇ ਆ ਕੇ ਥਾਣੇ ਫੋਨ ਕਰ ਦਿੰਦੀ, ਫਲਾਨੀ ਚੀਜ਼ ਨਹੀਂ ਹੈਗੀ, ਢਿਮਕੀ ਚੀਜ਼ ਨਹੀਂ ਹੈਗੀ। ਹੁਣ ਮੱਛੀ ਮੋਟਰ ਘਰ ਪਾਣੀ ਪਾਉਣ ਨੂੰ ਅਸੀਂ ਬਣਾਈ ਸੀ, ਉਹ ਮਿੱਟੀ ਪਾ ਕੇ ਨੇ ਨੱਪ ਦਿੱਤੀ। ਮੈਂ ਬਾਹਰ ਜਾਵਾਂਗੀ, ਬਾਹਰੋਂ ਆ ਕੇ ਫਿਰ ਮੈਨੂੰ ਚਾਲੂ ਕਰਾਂਗੀ ਤੇ ਮੁੰਡੇ ਨੇ ਆਖਿਆ ਮੈਨੂੰ ਜੰਗਾਲ ਪੈ ਜਾਏਗਾ, ਇਹ ਜਾਮ ਹੋ ਜਾਏਗੀ ਬੀਬੀ, ਗਰਮੀ ਆਪਾਂ ਨੂੰ ਪਾਣੀ ਦੀ ਲੋੜ ਆ। ਤੇ ਮੋਟਰ ਕੱਢ ਕੇ ਬਣ ਨਹੀਂ ਦਿੱਤੀ ਆ ਤੇ ਉਸੇ ਵੇਲੇ ਗਵਾਂਢੀਆਂ ਨੇ ਫੋਨ ਕਰ ਦਿੱਤਾ ਇਹਨੂੰ ਤੇ ਆ ਗਈ ਆ। ਨਾਲੇ ਘਰੋਂ ਮੇਰਾ ਡਰਮ ਮੇਰੇ ਹੱਥਾਂ ਦਾ ਖਰੀਦਿਆ, ਗਵਾਂਢ ਰੱਖ ਕੇ ਗਈ, ਨਾਲੇ ਟੋਕਾ ਮੋਟਰ ਉੱਧਰ ਰੱਖ ਕੇ ਗਈ ਆ। ਉਹ ਘਰੋਂ ਮੋਟਰ ਲੱਗਿਆ ਤੇ ਲੈ ਮੈਂ ਟੋਕਾ ਤੇ ਡਰਮ ਘਰੋਂ ਚੁੱਕ ਕੇ ਲੈ ਚਲੀ, ਮੈਨੂੰ ਡੱਕ ਲਾ। ਮੈਂ ਨਹੀਂ ਡੱਕਿਆ, ਮਕਾਲ ਦੀ ਮਾਰੀ ਨੇ ਵੀ ਹਨੇਰਾ ਹੈਗਾ ਤੇ ਲੋਕ ਤਮਾਸ਼ਾ ਨਾ ਸਾਡੇ ਘਰ ਦਾ ਵੇਖਣ। ਇਹਨਾਂ ਦੀਆਂ ਚੀਜ਼ਾਂ ਇਹਨਾਂ ਹੀ ਵਰਤਣੀਆਂ। ਮੈਂ ਕੀ ਸਾਲ ਆ ਕੇ 6 ਮਹੀਨੇ ਆ, ਮੈਂ ਕਿਉਂ ਮਕਾਲ ਲਵਾਂ, ਕਿਉਂ ਲੋਕਾਂ ਨੂੰ ਤਮਾਸ਼ਾ ਵਿਖਾਵਾਂ? ਮੇਰਾ ਪੁੱਤ ਡਹਿ ਕੇ ਮਰ ਜਾਏਗਾ ਤੇ ਤੂੰ ਘਰੋਂ ਚੀਜ਼ਾਂ ਚੁੱਕ ਚੁੱਕ ਲੋਕਾਂ ਦੇ ਘਰ ਰੱਖਦੀ ਆ। ਮੋਟਰ ਅਸੀਂ ਬਣ ਨਹੀਂ ਦਿੱਤੀ ਹੈ। ਜਿੱਦਣ ਮੋਟਰ ਆ ਗਈ ਸਾਡੀਆਂ ਤਾਰਾਂ ਬੱਤੀ ਦੀਆਂ ਲੱਥੀਆਂ ਨੇ, ਸਾਥੋਂ ਬਿੱਲ ਨਹੀਂ ਤਾਰਿਆ ਗਿਆ ਘਰ ਦੀ ਕਮਜ਼ੋਰੀ ਤੋਂ, ਤਾਰਾਂ ਲੈ ਗਈਆਂ। ਅਸੀਂ ਹੁਣ ਗਰਮੀ 'ਚ ਰਹਿੰਦੇ, ਤੱਤਾ ਪਾਣੀ ਪੀਂਦੇ ਆ। ਮੀਟਰ ਹੈ ਨਹੀਂ ਜੀ, ਲਾਈਟ ਹੈ ਨਹੀਂ ਤੁਹਾਡੇ? ਮੀਟਰ ਹੈਗਾ ਸੀ, ਜਦੋਂ ਬਿੱਲ ਜੁੜ ਗਿਆ ਫਿਰ ਮੀਟਰ ਸਾਡੇ 2 ਘਰਾਂ ਦੇ ਲੈ ਗਏ ਆ। ਦੂਜਾ ਮੇਰਾ ਪੁੱਤ ਉਂਝ ਮੁੱਕ ਗਿਆ, ਇਹ ਉਂਝ ਨਹੀਂ ਘਰ ਰਹਿੰਦਾ, ਇਹਨਾਂ ਬਾਹਰ ਦੇ ਚੱਕਰਾਂ 'ਚ ਜੋੜ ਲਿਆ ਇਹ ਬਿੱਲ, ਅਗਲੇ ਮੀਟਰ ਲਾ ਕੇ ਲੈ ਗਏ। ਸਾਡੀਆਂ ਤਾਰਾਂ ਲੱਥੀਆਂ ਨੇ, ਅਸੀਂ ਤਾਂ ਰੁੱਖਾਂ 'ਚ ਬਹਿ ਬੁਕੇ ਤੇ ਖਾਂਦੇ ਆ, ਆਪਦਾ ਗੁਜ਼ਾਰਾ ਕਰਦੇ ਆ। ਜੇ ਅੱਜ ਨੂੰਹ ਘਰੇ ਆ ਜੇ, ਤੁਹਾਡਾ ਪੋਤਾ ਪੋਤੀ ਘਰੇ ਆ ਜਾਣ, ਰੱਖ ਲਓਗੇ ਮਾਤਾ ਇੱਥੇ? ਸਾਰੇ ਆਉਣਗੇ, ਆਪਦਾ ਪੜ੍ਹਾਏ ਲਿਖਾਇਆ, ਘਰ ਬੂਆ ਕਾਹਦੇ ਵਾਸਤੇ ਬਣਾਏ? ਇਹਨਾਂ ਵਾਸਤੇ ਬਣਾਇਆ ਹੈ। ਇਹ ਆਉਣ ਤੇ ਮੇਰੀ ਵੀ ਠੰਡ ਪਵੇ, ਮੈਨੂੰ ਵੀ, ਮੈਂ ਤਾਂ ਕੰਧੀ ਕੋਲੀ ਵੱਜਦੀ ਫਿਰਦੀ ਆ। ਘਰ ਸੁਣਨਾ ਪੁੱਤ ਦਾ ਵੇਖਿਆ ਜਾਂਦਾ ਹੈ? ਭਲਾ ਮਾਨਸ ਮੇਰਾ ਪੋਤਿਆ ਤੇ ਘਰੋਂ ਬਘਾਰ ਹੋਇਆ ਫਿਰਦਾ ਗਰਮੀ ਦੇ ਵਿੱਚ। ਮਾਵਾਂ ਦੇ ਅੰਦਰ ਨਹੀਂ ਕੋਈ ਵਹਿੰਦਾ। ਮੈਂ ਮੀਟਰ ਪਾਲੇ ਹਿਸਾਬ ਨਾਲ 10 ਸਾਲ ਸੀ ਮੇਰੇ ਵਿਆਹ ਨੂੰ, ਜਿੱਦਣ ਦਾ ਇਹਨਾਂ ਦਾ ਪਿਓ ਮੁੱਕਾ ਹੈ ਤੇ ਵਕਤ ਕਰਦੀ ਨੂੰ ਮੈਨੂੰ ਆਹ ਦਿਨ ਆ ਗਏ ਆ। ਕਿਹੜੀ ਸੱਸ ਜਿਹੜੀ ਨੂੰਹ ਦੇ ਅੱਗੇ ਪਕਾ ਕੇ ਰੱਖਦੀ ਤੇ ਰਿੰਨ ਕੇ ਰੱਖਦੀ ਆ। ਧੀਆਂ ਪੁੱਤ ਤੇ ਮੈਂ ਪੜ੍ਹਾਏ ਆ, ਕਿਸੇ ਨੇ ਆਪ ਨਹੀਂ ਖਾਂਦੀ ਤੇ ਮੇਰੇ ਧੀਆਂ ਪੁੱਤਾਂ ਨੂੰ ਖਵਾ ਕੇ ਸਕੂਲੇ ਘੱਲਣਾ, ਇਹਨਾਂ ਬਾਹਰ ਜਾ ਕੇ ਪੜ੍ਹਾਈ ਕਰਨੀ ਆ। ਆਪਦੇ ਘਰ ਆਉਣ, ਘਰ ਵਸਾਉਣ ਤੇ ਮੇਰੀ ਵੀ ਜਾਨ ਸੌਖੀ ਹੋਵੇ। ਅੱਜ ਮੈਂ ਬਿਮਾਰ ਹਾਂ ਤੇ ਮੈਂ ਆਪੇ ਕੋਈ ਠੀਕ ਹੋ ਜਾਵਾਂ, ਚਲ ਮੇਰੇ ਪੁੱਤ ਦਾ ਘਰ ਵਸਦਾ, ਮੇਰੀ ਨੂੰਹ ਘਰ ਆ ਗਈ ਪੋਤਰੇ ਪੋਤਰੀਆਂ ਲੈ ਕੇ। ਉਹ ਜਿੰਨੇ ਕਰਦੀ ਪਖੰਡੀ ਕਰਦੀ ਹੈ। ਅੱਜ ਕਿੱਲਾ ਹੈਗੀ ਮੈਂ ਉਹਨੂੰ ਦੇ ਦਿਆਂ ਤੇ ਮੈਂ ਰੋਟੀ ਕਿੱਥੋਂ ਖਾਵਾਂ? ਅੱਜ ਤਾਂ ਮੇਰੇ ਨਾਲ ਕਿੱਲਾ ਹੈਗੀ ਆ ਤੇ ਮੈਨੂੰ ਟਿਕਣ ਨਹੀਂ ਦਿੰਦੀ, ਤੇ ਜਿੱਦਣ ਇਹ ਵੀ ਮੈਨੂੰ ਦੇਤੀ ਮੈਂ ਰੋਟੀ ਕਿੱਥੋਂ ਖਾਣੀ ਆ? ਨਾ ਮੈਂ ਗੁਰਦੁਆਰਿਆਂ 'ਚ ਸੇਵਾ ਕਰਕੇ ਰੋਟੀ ਖਾਣ ਜੋਗੀ ਆ। ਉਹ ਵੀ ਆਖ ਦਿੰਦੇ ਸੇਵਾ ਮਾਤਾ ਕਰੋ ਤੇ ਫਿਰ ਰੋਟੀ ਖਾਇਓ ਜੀ। ਦਰਸ਼ਕੋ, ਜੋ ਔਰਤ ਕੁਲਵਿੰਦਰ ਕੌਰ ਵੱਲੋਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਕੇ ਆਪਣੇ ਸਹੁਰਾ ਪਰਿਵਾਰ ਤੇ ਦੋਸ਼ ਲਾਏ ਗਏ ਸਨ, ਉਸ ਸੰਬੰਧੀ ਅਸੀਂ ਕੁਲਵਿੰਦਰ ਕੌਰ, ਉਸ ਦੇ ਬੇਟੇ ਤੇ ਉਸ ਦੀ ਬੇਟੀ ਨਾਲ ਗੱਲਬਾਤ ਕੀਤੀ ਸੀ। ਕੁਲਵਿੰਦਰ ਕੌਰ ਨੇ ਸਾਰੇ ਦੋਸ਼ ਆਪਣੇ ਸੱਸ ਤੇ, ਆਪਣੇ ਪਤੀ ਤੇ, ਆਪਣੀ ਜਠਾਣੀ ਤੇ ਦਰਾਣੀ ਤੇ ਲਾਏ ਸਨ ਔਰ ਉਸ ਸੰਬੰਧੀ ਅਸੀਂ ਗੱਲਬਾਤ ਕਰਨ ਲਈ ਉਸ ਦੇ ਪਿੰਡ ਉਸਮਾਨਵਾਲ 'ਚ ਪਹੁੰਚੇ ਸੀ। ਤੁਸੀਂ ਬੋਰਡ ਦੇਖ ਰਹੇ ਹੋ, ਉਸਮਾਨਵਾਲ ਪਿੰਡ ਦਾ ਬੋਰਡ ਹੈ ਜੋ ਕਿ ਫਿਰੋਜ਼ਪੁਰ ਜ਼ਿਲ੍ਹੇ ਦੇ ਨਜ਼ਦੀਕ ਪਿੰਡ ਆ, ਫਿਰੋਜ਼ਪੁਰ ਸ਼ਹਿਰ ਦੇ ਨਜ਼ਦੀਕ ਹੈ, ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਤੇ ਪਿੰਡ ਰੱਖਦਾ ਹੈ। ਉਸ ਔਰਤ ਕੁਲਵਿੰਦਰ ਕੌਰ ਦੀ ਸੱਸ ਨਾਲ, ਜੋ ਪ੍ਰਕਾਸ਼ ਕੌਰ ਸੱਸ ਹੈ, ਉਸ ਨਾਲ ਗੱਲਬਾਤ ਕੀਤੀ ਤਾਂ ਉਸ ਦੀ ਸੱਸ ਨੇ ਸਾਰੇ ਦੋਸ਼ਾਂ ਨੂੰ ਨਕਾਰਿਆ। ਉਸ ਦੀ ਸੱਸ ਨੇ ਕਿਹਾ ਕਿ ਮੇਰੀ ਨੂੰਹ ਵਿਦੇਸ਼ ਨੂੰ ਗਈ ਸੀ ਤਾਂ ਉਸਨੇ ਇੱਕ ਆੜਤੀਏ ਤੋਂ ਕੁਝ ਪਿੰਡ ਦੇ ਲੋਕਾਂ ਤੋਂ ਕਰਜ਼ ਲਿਆ ਸੀ, ਜੋ ਕਿ ਵਿਆਜ ਪੈ ਕੇ ਉਸ ਕਰਜ਼ ਦੀ ਪੰਡ ਭਾਰੀ ਬਣ ਗਈ, ਕਰਜ਼ ਵੱਡੀ ਰਕਮ ਬਣ ਗਈ। ਇਸ ਕਰਕੇ ਸਾਨੂੰ 1.5 ਏਕੜ ਜ਼ਮੀਨ ਵੇਚਣੀ ਪਈ, ਪਰ ਕਰਜ਼ਾ ਸਾਡੇ ਸਿਰ ਤੋਂ ਫਿਰ ਵੀ ਨਹੀਂ ਲਿਆ। ਉਹਨਾਂ ਕਹਿ ਕੇ ਔਰਤ ਬਿਲਕੁਲ ਉਹ ਝੂਠ ਬੋਲ ਰਹੀ ਹੈ। ਕੁਲਵਿੰਦਰ ਕੌਰ ਦੀਆਂ ਸਾਰੀਆਂ ਗੱਲਾਂ ਔਰ ਸਾਰੇ ਦੋਸ਼ਾਂ ਨੂੰ ਉਹਨਾਂ ਨੇ ਸਿਰੇ ਤੋਂ ਨਕਾਰਿਆ
ਔਰ ਇਹ ਵੀ ਕਿਹਾ ਕਿ ਅਸੀਂ ਕੁੱਟਮਾਰ ਨਹੀਂ ਕਰਦੇ, ਸਗੋਂ ਕੁਲਵਿੰਦਰ ਕੌਰ ਘਰ ਨੂੰ ਜਿੰਦਰੇ ਮਾਰ ਕੇ ਇੱਥੋਂ ਲੁਧਿਆਣੇ ਚਲੀ ਗਈ ਆ, ਅਸੀਂ ਖੁਦ ਘਰ ਤੋਂ ਬਾਹਰ ਬੈਠੇ ਹਾਂ, ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਔਰ ਦਰਸ਼ਕੋ, ਮਾਤਾ ਪ੍ਰਕਾਸ਼ ਕੌਰ ਨੇ ਕਿਹਾ, ਕੁਲਵਿੰਦਰ ਕੌਰ ਦੀ ਸੱਸ ਨੇ ਕਿਹਾ ਕਿ ਮੇਰਾ ਪੁੱਤਰ ਅੱਜ ਬਹੁਤ ਤੰਗ ਹੈ, ਉਹ ਤੰਗ ਪਰੇਸ਼ਾਨ ਹੋ ਰਿਹਾ ਹੈ। ਮੇਰਾ ਪੁੱਤਰ ਲੋਕਾਂ ਦੇ ਜਾ ਕੇ ਝੋਨਾ ਲਗਾ ਰਿਹਾ ਹੈ, ਲੋਕਾਂ ਦੇ ਜਾ ਕੇ ਦਿਹਾੜੀਆਂ ਕਰ ਰਿਹਾ ਹੈ, ਬਹੁਤ ਔਖੇ ਦਿਨ ਅਸੀਂ ਕੱਟ ਰਹੇ ਹਾਂ। ਉਹਨਾਂ ਕਿਹਾ ਕਿ ਸਾਰਾ ਕਰਜ਼ ਮੇਰੀ ਨੂੰਹ ਨੇ ਵਿਦੇਸ਼ ਜਾਣ ਦੇ ਚੱਕਰਾਂ 'ਚ ਆਪਣੇ ਸਿਰ ਚੜਾਇਆ। ਔਰ ਉਹਨਾਂ ਨੇ ਕਿਹਾ ਕਿ ਅਸੀਂ ਸਾਰੀਆਂ ਗੱਲਾਂ ਭੁਲਾ ਕੇ ਆਪਣੀ ਨੂੰਹ ਨੂੰ ਘਰ ਦੇ ਵਿੱਚ ਰੱਖਣ ਲਈ ਤਿਆਰ ਹਾਂ, ਘਰ ਆ ਕੇ ਰਹੇ, ਅਸੀਂ ਉਹਨੂੰ ਕਦੇ ਵੀ ਇਸ ਘਰ ਤੋਂ ਰਹਿਣ ਤੋਂ ਨਹੀਂ ਰੋਕਾਂਗੇ। ਔਰ ਉਹਨਾਂ ਕਿਹਾ ਕਿ ਸਾਡਾ ਪੋਤਾ ਔਰ ਪੋਤਰੀ ਵੀ ਇਸ ਘਰ ਦੇ ਵਿੱਚ ਆ ਕੇ ਰਹੇ, ਔਰ ਮੇਰੇ ਪੁੱਤਰ ਦਾ, ਨੂੰਹ ਦਾ ਔਰ ਪੋਤਰੀ ਤੇ ਪੋਤਰੇ ਦਾ ਜੋ ਹੱਕ ਅਧਿਕਾਰ ਬਣਦਾ, ਜੋ ਉਹਨਾਂ ਦਾ ਹੱਕ ਬਣਦਾ, ਮੈਂ ਉਹਨਾਂ ਨੂੰ ਦੇਣ ਲਈ ਤਿਆਰ ਹਾਂ। ਸੋ ਦਰਸ਼ਕੋ, ਜੇਕਰ ਤੁਹਾਡੇ ਧਿਆਨ ਦੇ ਵਿੱਚ ਕੋਈ ਅਜਿਹਾ ਮਸਲਾ ਹੁੰਦਾ ਜੋ ਅਸੀਂ ਜਨਤਕ ਕਰ ਸਕਦੇ ਹਾਂ ਜਾਂ ਉਸ ਮਸਲੇ ਨੂੰ ਹੱਲ ਵੱਲ ਜਾ ਸਕਦੇ ਹਾਂ, ਜਾਂ ਤੁਹਾਡੇ 'ਚ ਹੈ ਕੋਈ ਵੱਖਰਾ ਕਰ ਦਿਖਾਉਣ ਦਾ ਜਜ਼ਬਾ, ਜਾਂ ਤੁਹਾਡੇ 'ਚ ਹੈ ਕੋਈ ਟੈਲੈਂਟ, ਤਾਂ ਤੁਸੀਂ ਸਾਡੇ ਨਾਲ ਸੰਪਰਕ ਜ਼ਰੂਰ ਕਰੋ। ਸਾਡੇ ਨਾਲ ਸੰਪਰਕ ਕਰਨ ਲਈ ਸਾਡਾ ਨੰਬਰ ਨੋਟ ਕਰੋ 98782 83334। ਇੱਕ ਵਾਰ ਨੰਬਰ ਸਾਡਾ ਫਿਰ ਨੋਟ ਕਰੋ 98782 83334 ਨੰਬਰ ਤੇ ਤੁਸੀਂ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ। ਅੱਜ ਲਈ ਬਸ ਇੰਨਾ ਹੀ। ਮੈਨੂੰ ਤੇ ਮੇਰੇ ਸਹਿਯੋਗੀ ਸਵਰਨਜੀਤ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਧੰਨਵਾਦ।